ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਮਾਰਟ ਮੂਵਜ਼ ਕਲਾਸਿਸ 'ਤੇ। ਅੱਜ ਫਿਰ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਹਾਂ। ਅੱਜ ਆਪਾਂ ਸਮਾਜਿਕ ਸਿੱਖਿਆ ਦੇ ਜੋ ਕਿ ਪੇਪਰ ਹੋਇਆ ਸੀਗਾ ਇਹ 2023 ਦੇ ਵਿੱਚ 30/4/2023 ਨੂੰ 60 ਨੰਬਰ ਦਾ ਸਮਾਜਿਕ ਸਿੱਖਿਆ ਦਾ ਪੋਰਸ਼ਨ ਕਰਾਂਗੇ, ਜੋ ਕਿ 91 ਨੰਬਰ ਤੋਂ ਲੈ ਕੇ ਸੀ 150 ਨੰਬਰ ਤੱਕ ਕੁਐਸਚਨ ਸਨ ਸੋਸ਼ਲ ਸਟੱਡੀ ਦੇ। ਸੋ ਉਹਨੂੰ ਆਪਾਂ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਕਰਾਂਗੇ ਅਤੇ ਦੇਖਾਂਗੇ ਕਿੱਥੋਂ ਪੇਪਰ ਪਿਆ ਹੈ। ਸੋ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣਾ, ਅਤੇ ਜੇਕਰ ਚੈਨਲ 'ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਚਲੋ ਜੀ, ਅੱਜ ਦੇ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਅਤੇ ਦੇਖਦੇ ਹਾਂ ਪ੍ਰਸ਼ਨ ਦੇ ਵੱਲ। ਕੀ ਹੈ ਕਹਿੰਦਾ 91 ਨੰਬਰ ਤੋਂ ਲੈ ਕੇ ਇਹ ਆਏ ਸਨ। ਸੋ ਪਹਿਲਾਂ ਦੇਖਦੇ ਹਾਂ, ਕਹਿੰਦਾ ਨਿਮਨ ਲਿਖਤ ਵਿੱਚੋਂ ਕਿਹੜਾ ਨਾ ਮਿਲਵਰਤਨ ਅੰਦੋਲਨ ਵਾਪਸ ਲੈਣ ਦਾ ਕਾਰਨ ਸੀ। ਸੋ ਮਹਾਤਮਾ ਗਾਂਧੀ ਜੀ ਦੁਆਰਾ ਨਾ ਮਿਲਵਰਤਨ ਅੰਦੋਲਨ ਚਲਾਇਆ ਗਿਆ ਸੀ, ਉਹਦਾ ਅੰਦੋਲਨ ਦਾ ਵਾਪਸ ਲੈਣ ਦਾ ਕਾਰਨ ਕੀ ਸੀਗਾ। ਸੱਤਿਆਗ੍ਰਹੀਆਂ ਦਰਮਿਆਨ ਤਾਲਮੇਲ ਦੀ ਕਮੀ ਸੀ, ਚੋਰਾ ਚੋਰੀ ਹਿੰਸਾ ਹੋ ਜਾਣਾ, ਗਾਂਧੀ ਜੀ ਸਿਵਲ ਨਾਫਰਮਾਨੀ ਅੰਦੋਲਨ ਸ਼ੁਰੂ ਕਰਨਾ ਚਾਹੁੰਦੇ ਸਨ, ਜਾਂ ਦੂਸਰੇ ਰਾਸ਼ਟਰਵਾਦੀਆਂ ਨੇ ਗਾਂਧੀ ਜੀ ਨੂੰ ਮਨਾ ਲਿਆ ਸੀਗਾ। ਸੋ ਇਹ ਨਾ ਮਿਲਵਰਤਨ ਅੰਦੋਲਨ ਲੈਣ ਦਾ ਮੁੱਖ ਕਾਰਨ ਕੀ ਸੀਗਾ, ਚੋਰਾ ਚੋਰੀ ਦੀ ਹਿੰਸਾ ਹੋ ਜਾਣਾ। ਸੋ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਸੀ ਇਸ ਪ੍ਰਸ਼ਨ ਦਾ। ਸੋ ਚੋਰਾ ਚੋਰੀ ਦੀ ਹਿੰਸਾ ਹੋ ਜਾਣਾ। ਪਹਿਲਾਂ ਤਾਂ ਨਾ ਮਿਲਵਰਤਨ ਅੰਦੋਲਨ ਸਟਾਰਟ ਹੋਇਆ ਕਦੋਂ ਸੀਗਾ। ਨਾ ਮਿਲਵਰਤਨ ਅੰਦੋਲਨ ਕੀ ਸੀਗਾ, ਇਹ ਅੰਮ੍ਰਿਤਸਰ ਦਾ ਜਲ੍ਹਿਆਂਵਾਲੇ ਬਾਗ ਦੇ ਵਿੱਚ ਅਤਿਆਚਾਰ ਮਹਾਤਮਾ ਗਾਂਧੀ ਜੀ ਨੂੰ, ਜੋ ਕਿ 13 ਅਪ੍ਰੈਲ 1919 ਨੂੰ ਹੋਇਆ ਸੀਗਾ ਬ੍ਰਿਟਿਸ਼ ਸਰਕਾਰ ਦੇ ਦੁਆਰਾ ਕੀਤਾ ਗਿਆ ਸੀਗਾ। ਸੋ ਇਹ ਕੀ ਹੋਇਆ ਸੀਗਾ, ਨਾ ਮਿਲਵਰਤਨ ਅੰਦੋਲਨ ਗਾਂਧੀ ਜੀ ਨੂੰ ਇਹ ਵਧੀਆ ਨਹੀਂ ਲੱਗਿਆ ਸੀ, ਉਸ ਕਰਕੇ ਉਹਨਾਂ ਨੇ ਬ੍ਰਿਟਿਸ਼ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਾ ਦੇਣ ਦੀ ਸਹੁੰ ਖਾਧੀ ਸੀ। ਸੋ ਇਸ ਕਰਕੇ ਕਾਂਗਰਸ ਨੇ ਮਹਾਤਮਾ ਗਾਂਧੀ ਜੀ ਦੇ ਨੇਤਰਤਵ ਦੇ ਵਿੱਚ ਕੀ ਹੋਇਆ ਸੀ, 1 ਅਗਸਤ 1920 ਨੂੰ ਨਾ ਮਿਲਵਰਤਨ ਲਹਿਰ ਸ਼ੁਰੂ ਕੀਤੀ ਸੀਗੀ। ਇਹ ਅੰਦੋਲਨ ਦੇ ਕੀ ਸੀਗਾ ਮੁੱਖ, ਵੀ ਸਰਕਾਰੀ ਨੌਕਰੀਆਂ ਨੂੰ ਤਿਆਗਣਾ ਸੀਗਾ। ਜੋ ਵੀ ਭਾਰਤੀ ਬ੍ਰਿਟਿਸ਼ ਸਰਕਾਰ ਦੇ ਵਿੱਚ ਸਰਕਾਰੀ ਨੌਕਰੀਆਂ ਕਰਦੇ ਸੀ ਉਹਨੂੰ ਤਿਆਗਣਾ ਸੀਗਾ। ਜਿਹੜੇ ਬ੍ਰਿਟਿਸ਼ ਸਰਕਾਰ ਦੇ ਦਿੱਤੇ ਖਿਤਾਬ ਸੀਗੇ, ਪਦਵੀਆਂ ਸੀ, ਉਹਨੂੰ ਤਿਆਗਣਾ ਸੀਗਾ। ਸਰਕਾਰੀ ਸਿੱਖਿਆ ਸੰਸਥਾਵਾਂ ਦਾ ਬਾਈਕਾਟ ਕਰਨਾ ਸੀਗਾ, ਅਦਾਲਤਾਂ ਦਾ ਬਾਈਕਾਟ ਕਰਨਾ ਸੀ। ਸੋ ਗਾਂਧੀ ਜੀ ਦੇ ਇਹ ਫਲਸਰੂਪ 1921 ਨੂੰ ਪੂਰਾ ਸ਼ਿਖਰਾਂ 'ਤੇ ਸੀਗਾ, ਵੀ ਪੂਰਾ ਇਹ ਆਪਣੇ ਸੀਗਾ ਪੀਕ 'ਤੇ ਸੀਗਾ। ਸੋ ਇਸ ਤੋਂ ਬਾਅਦ ਕੀ ਹੋਇਆ, 1922 ਦੇ ਵਿੱਚ ਜਿਹੜੀ ਚੋਰਾ ਚੋਰੀ ਦੀ ਘਟਨਾ ਹੋਈ ਸੀ 1922 ਦੇ ਵਿੱਚ, ਜਿਹਦੇ ਕਰਕੇ ਅੰਦੋਲਨ ਵਾਪਸ ਲਿਆ ਸੀਗਾ। ਸੋ ਇਹ ਅੰਦੋਲਨ ਨਾ ਮਿਲਵਰਤਨ ਅੰਦੋਲਨ ਜਦੋਂ ਪੀਕ 'ਤੇ ਸੀਗਾ, ਤਾਂ ਉਦੋਂ ਕੀ ਹੋਇਆ, ਯੂਪੀ ਦੇ ਉੱਤਰ ਪ੍ਰਦੇਸ਼ ਦਾ ਇੱਕ ਸ਼ਹਿਰ ਸੀ ਚੋਰਾ ਚੋਰੀ, ਜੋ ਗੋਰਖਪੁਰ ਜ਼ਿਲ੍ਹੇ ਦੇ ਵਿੱਚ ਹੈਗਾ। ਉੱਥੇ 1922 ਨੂੰ ਅੰਦੋਲਨਕਾਰੀਆਂ ਨੇ ਕੀ ਕਰਿਆ, ਥਾਣੇ ਨੂੰ ਅੱਗ ਲਾ ਦਿੱਤੀ ਸੀਗੀ। ਸੋ ਇਹਦੇ ਕਰਕੇ 22 ਪੁਲਿਸ ਕਰਮਚਾਰੀ ਸੀਗੇ ਜਿਹੜੇ ਮਾਰੇ ਗਏ। ਸੋ ਮਹਾਤਮਾ ਗਾਂਧੀ ਜੀ ਨੂੰ ਇਹ ਚੀਜ਼ ਦਾ ਦੁੱਖ ਹੋਇਆ ਵੀ ਮੈਂ ਤਾਂ ਹਿੰਸਾ ਦੇ ਖਿਲਾਫ ਸੀਗਾ, ਇਸ ਕਰਕੇ ਉਹਨਾਂ ਨੇ ਇਹ ਚੀਜ਼ਾਂ ਨੂੰ ਇਸ ਕਰਕੇ ਅੰਦੋਲਨ ਵਾਪਸ ਲੈ ਲਿਆ ਸੀਗਾ। ਸੋ ਇਸੇ ਕਰਕੇ ਚੋਰਾ ਚੋਰੀ ਦੀ ਘਟਨਾ ਕਰਕੇ ਮਹਾਤਮਾ ਗਾਂਧੀ ਜੀ ਨੇ 1922 ਦੇ ਵਿੱਚ ਜੋ ਹੋਈ ਸੀਗੀ ਘਟਨਾ ਚੋਰਾ ਚੋਰੀ ਦੀ ਯੂਪੀ ਦੇ ਵਿੱਚ ਗੋਰਖਪੁਰ ਜ਼ਿਲ੍ਹੇ ਦੇ ਵਿੱਚ, ਸੋ ਉਸ ਕਰਕੇ ਨਾ ਮਿਲਵਰਤਨ ਅੰਦੋਲਨ ਵਾਪਸ ਲੈ ਲਿਆ ਸੀਗਾ। ਸੋ ਇਸ ਕਰਕੇ ਮਹਾਤਮਾ ਗਾਂਧੀ ਜੀ ਨੇ ਇਸ ਅੰਦੋਲਨ ਨੂੰ ਸਮਾਪਤ ਕਰ ਦਿੱਤਾ ਸੀਗਾ। ਸੋ ਇਹ ਮੇਨ ਕਾਰਨ ਸੀਗਾ। ਫਿਰ ਮੇਨ ਗੱਲ ਕੀ ਹੈਗੀ, ਗਾਂਧੀ ਜੀ ਸਿਵਲ ਨਾਫਰਮਾਨੀ ਅੰਦੋਲਨ। ਇਹ ਮਹਾਤਮਾ ਗਾਂਧੀ ਜੀ ਨੇ 1930 ਦੇ ਵਿੱਚ ਸਟਾਰਟ ਕੀਤਾ ਸੀਗਾ, ਨਾ ਕਿ ਨਾ ਮਿਲਵਰਤਨ ਅੰਦੋਲਨ ਦੇ ਸਮੇਂ, ਇਸ ਤੋਂ ਬਾਅਦ ਦੇ ਵਿੱਚ। ਸੋ ਮੁੱਖ ਕਾਰਨ ਕੀ ਸੀਗਾ, ਚੋਰਾ ਚੋਰੀ ਦਾ ਹਿੰਸਾ ਹੋ ਜਾਣਾ। ਨੈਕਸਟ, 1905 ਵਿੱਚ ਕਿਸ ਨੇ ਗਿਆਨ, ਭੋਜਨ ਅਤੇ ਵਸਤਰਾਂ ਨੂੰ ਦਰਸਾਉਂਦਾ ਹੋਇਆ ਭਾਰਤ ਮਾਤਾ ਦਾ ਚਿੱਤਰ ਬਣਾਇਆ ਸੀਗਾ। ਸੋ ਕਿਸ ਨੇ ਬਣਾਇਆ ਸੀ, ਰਵਿੰਦਰਨਾਥ ਟੈਗੋਰ ਨੇ ਬਣਾਇਆ ਸੀ, ਜਾਂ ਅਵਨਿੰਦਰਨਾਥ ਟੈਗੋਰ ਨੇ, ਬੰਕਮ ਚੰਦਰ ਚਾਟੋਪਾਧਿਆਏ ਨੇ, ਜਾਂ ਅਬਦੁਲ ਗਾਫਰ ਖਾਨ ਨੇ। ਸੋ ਇਹ ਜੋ ਚਿੱਤਰ ਬਣਾਇਆ ਸੀਗਾ, ਇਹ ਬਣਾਇਆ ਸੀ ਅਵਨਿੰਦਰਨਾਥ ਟੈਗੋਰ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ।
ਸੋ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਮਰਿੰਦਰ ਨਾਥ ਟੈਗੋਰ ਨੇ ਚਿੱਤਰ ਦੇ ਵਿੱਚ ਹਰ ਇੱਕ ਚੀਜ਼ ਦਰਸਾਈ ਹੋਈ ਹੈਗੀ। ਮਤਲਬ ਕਿ ਹਰ ਇੱਕ ਚੀਜ਼ ਦਰਸਾਈ ਜਿਹਦੇ ਵਿੱਚ ਉਹਨਾਂ ਨੇ ਗਿਆਨ, ਭੋਜਨ, ਵਸਤਰਾਂ ਨੂੰ ਦਰਸਾਉਂਦਾ ਭਾਰਤ ਮਾਤਾ ਦਾ ਇੱਕ ਚਿੱਤਰ ਬਣਾਇਆ ਹੋਇਆ। ਹਰ ਇੱਕ ਚੀਜ਼ ਇਸ ਦੇ ਵਿੱਚ ਦਰਸਾਈ ਹੋਈ ਹੈਗੀ। ਨੈਕਸਟ, ਕਾਨਪੁਰ ਦੀ ਮਿੱਲ ਇੱਕ ਮਜ਼ਦੂਰ ਕਾਸ਼ੀ ਬਾਬਾ ਦੁਆਰਾ ਲਿਖੀ ਕਿਤਾਬ ਛੋਟੇ ਔਰ ਬੜੇ ਕਾ ਸਵਾਲ ਦਾ ਮੁੱਖ ਵਿਸ਼ਾ ਕੀ ਸੀਗਾ। ਸੋ ਇੱਕ ਮਜ਼ਦੂਰ ਸੀ ਕਾਸ਼ੀ ਬਾਬਾ, ਉਹਨਾਂ ਦੇ ਦੁਆਰਾ ਛੋਟੇ ਔਰ ਬੜੇ ਕਾ ਸਵਾਲ ਦਾ ਮੁੱਖ ਇੱਕ ਕਿਤਾਬ ਦਾ ਕੀ ਸੀਗਾ, ਵਿਸ਼ਾ ਕੀ ਸੀਗਾ। ਸੋ ਇਹ ਕਿਤਾਬ ਦਾ ਮੁੱਖ ਵਿਸ਼ਾ ਕੀ ਸੀਗਾ, ਜਾਤੀ ਅਤੇ ਵਰਗ ਉਤਪੀੜਨ ਵਿਚਕਾਰ ਨਾਤਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕੀ ਸੀਗਾ, ਕਾਨਪੁਰ ਵਿੱਚ ਜੋ ਮਜ਼ਦੂਰਾਂ ਤੋਂ ਕੀ ਸੀਗਾ, ਬਹੁਤ ਜ਼ਿਆਦਾ ਕੰਮ ਲਿਆ ਜਾਂਦਾ ਸੀਗਾ। ਉਹਨਾਂ ਨੂੰ ਆਪਦੇ ਬਾਰੇ ਕੋਈ ਨਾ ਤਾਂ ਲਿਖਣ ਦਾ ਅਧਿਕਾਰ ਸੀ, ਨਾ ਹੀ ਕੋਈ ਸਿੱਖਿਆ ਮਿਲੀ ਹੋਈ ਸੀ, ਕਿ ਬਿਲਕੁਲ ਵਿਚਾਰੇ ਇਹ ਚੀਜ਼ ਤੋਂ ਵਾਂਝੇ ਸਨ। ਪਰ ਕਾਨਪੁਰ ਦਾ ਇੱਕ ਮਜ਼ਦੂਰ ਸੀ ਕਾਸ਼ੀ ਬਾਬਾ, ਉਹਨੇ 1938 ਦੇ ਵਿੱਚ ਇੱਕ ਰਸਾਲਾ ਕਹਿ ਲਓ ਜਾਂ ਇਹ ਚੀਜ਼ਾਂ ਦੇ ਉੱਪਰ ਸਾਰੇ ਸਵਾਲਾਂ ਦੇ ਉੱਪਰ ਲਿਖਿਆ ਅਤੇ ਇਹ ਇੱਕ ਚੀਜ਼ ਨੂੰ ਪ੍ਰਕਾਸ਼ਿਤ ਕਰਵਾਇਆ, ਜੋ ਕਿ ਕੀ ਸੀਗਾ, ਜਾਤੀ ਦੇ ਉੱਪਰ ਸੀਗਾ, ਵਰਗ ਉਤਪੀੜਨ ਦੇ ਉੱਪਰ ਰਿਸ਼ਤਾ ਸਮਝਾਉਣ ਦੇ ਇੱਕ ਬਾਰੇ ਸਮਝਾਇਆ ਗਿਆ ਸੀਗਾ। ਸੋ ਕੀ ਸੀਗਾ, ਛੋਟੇ ਔਰ ਬੜੇ ਕੇ ਸਵਾਲ ਦਾ ਮੁੱਖ ਵਿਸ਼ਾ ਕੀ ਸੀਗਾ, ਜਾਤੀ ਅਤੇ ਵਰਗ ਉਤਪੀੜਨ ਵਿਚਕਾਰ ਨਾਤਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕਹਿੰਦਾ, ਨਿਮਨ ਲਿਖਤ ਨੂੰ ਉਹਨਾਂ ਦੀਆਂ ਸਮੇਂ ਦੇ ਸੰਦਰਭ ਵਿੱਚ ਕਾਲਕ ਮ੍ਰਿਤ ਤਰਤੀਬ ਨਾਂ ਵਿੱਚ ਦਰਸਾਓ। ਸੋ ਇਹ ਚੀਜ਼ ਆਪਾਂ ਕੀ ਦਰਸਾਉਣੀ, ਇਹਦੇ ਵਿੱਚ ਸਮੇਂ ਦੇ ਨਾਲ ਜਿਹੜੀਆਂ ਚੀਜ਼ਾਂ ਘਟਨਾਵਾਂ ਹੋਈਆਂ ਉਸ ਚੀਜ਼ ਦੇ ਨਾਲ ਦਰਸਾਉਣਾ ਗਾ। ਸੋ ਇਹਦਾ ਆਨਸਰ ਕੀ ਹੋਊਗਾ, ਪਹਿਲਾਂ ਤਾਂ ਅਬਦ ਵੈਲਸਲੇ ਦੁਆਰਾ ਕੀਤਾ ਗਿਆ ਸਹਾਇਕ ਜੋੜ, ਸਤੀ ਪ੍ਰਥਾ ਦਾ ਖਾਤਮਾ, ਅੰਗਰੇਜ਼ਾਂ ਦੁਆਰਾ ਵਿੱਚ ਸੰਖੇਪ ਸੈਟਲਮੈਂਟਾਂ ਦੀ ਸ਼ੁਰੂਆਤ, ਜਾਂ ਝਾਂਸੀ ਦੀ ਰਾਣੀ ਵਿੱਚ ਕਤਲ ਹੋ ਜਾਣਾ। ਸੋ ਇਹ ਚੀਜ਼ਾਂ ਤੁਸੀਂ ਦੇਖੋ, ਪਹਿਲਾਂ ਤਾਂ ਦੋ ਚੀਜ਼ਾਂ ਧਿਆਨ ਦੇ ਵਿੱਚ ਦੇਖੋ। ਸਤੀ ਪ੍ਰਥਾ ਦਾ ਖਾਤਮਾ ਕਦੋਂ ਹੋਇਆ ਸੀਗਾ, 1829 ਦੇ ਵਿੱਚ। 1857 ਦੇ ਵਿਦਰੋਹ ਤੋਂ ਬਾਅਦ ਝਾਂਸੀ ਦੀ ਰਾਣੀ ਕਿਹੜੀ ਲੜਾਈ ਦੇ ਵਿੱਚ ਕਤਲ ਹੋ ਗਿਆ, 1858 ਦੇ ਵਿੱਚ। ਇਹ ਚੀਜ਼ਾਂ ਦੇਖ ਕੇ ਇੱਥੋਂ ਤੁਸੀਂ ਕੀ ਲੱਗਦਾ, ਅੰਦਾਜ਼ਾ ਲਗਾ ਸਕਦੇ ਹੋ ਵੀ ਕਿਹੜਾ ਆਨਸਰ ਬਣ ਸਕਦਾ ਹੈਗਾ। ਹੁਣ ਦੂਜੇ ਦਾ 2 ਨੰਬਰ 'ਤੇ ਹੀ ਹੈਗਾ, ਚੌਥੇ ਦਾ ਚੌਥੇ 'ਤੇ ਹੀ ਹੈਗਾ। ਸੋ ਇਹਦੇ ਨਾਲ ਕੀ ਹੈਗਾ, ਤੁਸੀਂ ਨੈਗਲੈਕਟ ਕਰਕੇ ਦੇਖ ਸਕਦੇ ਹੋ। ਆਪਣੇ ਕੋਲ ਇੱਕ ਹੀ ਆਪਸ਼ਨ ਬਚਦਾ, ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਸੋ ਇਹਨੂੰ ਆਪਾਂ ਡਿਟੇਲ ਦੇ ਵਿੱਚ ਜੇਕਰ ਦੇਖੀਏ ਕਿ ਅਵਧ ਦੇ ਨਵਾਬ ਸ਼ਹਾਦਤ ਅਲੀ ਨੇ ਸਾਲ 1801 ਵਿੱਚ ਅੰਗਰੇਜ਼ਾਂ ਨਾਲ ਸਹਾਇਕ ਗੱਠਜੋੜ ਵਿੱਚ ਦਾਖਲਾ ਲਿਆ ਸੀਗਾ। ਸੋ ਸਹਾਇਕ ਗੱਠਜੋੜ ਲਈ ਭਾਰਤੀ ਰਿਆਸਤਾਂ ਅਤੇ ਈਸਟਰਨ ਇੰਡੀਆ ਕੰਪਨੀ ਵਿਚਕਾਰ ਇੱਕ ਸੰਧੀ ਹੋਈ ਸੀਗੀ, ਜੋ ਲਾਰਡ ਵੈਲਸਲੀ ਤੇ ਭਾਰਤ ਦੇ ਗਵਰਨਰ ਜਨਰਲ 1798 ਤੋਂ 1805 ਤੱਕ ਸੀ, ਜੋ ਉਹਨੇ ਗੱਠਜੋੜ ਦੀ ਸ਼ੁਰੂਆਤ ਕੀਤੀ ਸੀਗੀ। ਸੋ ਰਾਜਾ ਰਾਮ ਮੋਹਨ ਰਾਏ ਦੇ ਦੁਆਰਾ ਲਾਰਡ ਵਿਲੀਅਮ ਬੈਂਟਿਕ ਨੇ 1829 ਦੇ ਵਿੱਚ ਸਤੀ ਪ੍ਰਥਾ ਨੂੰ ਅਪਰਾਧ ਘੋਸ਼ਿਤ ਕਰਕੇ ਖ਼ਤਮ ਕਰ ਦਿੱਤਾ ਸੀਗਾ। ਦੇਖੋ, ਪਹਿਲਾਂ ਜੋ ਚੀਜ਼ ਹੋਈ ਸੀ 1801 ਦੇ ਵਿੱਚ ਹੋਈ ਸੀਗੀ, ਫਿਰ 1829 ਦੇ ਵਿੱਚ ਹੋਈ ਸੀ। ਸੋ ਅਵਧ ਵਿੱਚ ਪਹਿਲੀ ਬ੍ਰਿਟਿਸ਼ ਭੂਮੀ ਮਾਲੀਆ ਬੰਦੋਬਸਤ, ਜਿਸ ਨੂੰ 1856 ਦੇ ਵਿੱਚ ਸੰਖੇਪ ਸਮਝੌਤੇ ਵਜੋਂ ਜਾਣਿਆ ਜਾਂਦਾ ਹੈ, ਨੇ ਤਾਲੁਕਦਾਰਾਂ ਦੀ ਸ਼ਕਤੀ ਅਤੇ ਸਥਿਤੀ ਨੂੰ ਹੋਰ ਕਮਜ਼ੋਰ ਬਣਾ ਦਿੱਤਾ ਸੀਗਾ। ਸੋ ਰਾਣੀ ਲਕਸ਼ਮੀ ਬਾਈ ਦੀ ਮੌਤ 18 ਜੂਨ 1858 ਨੂੰ 23 ਸਾਲ ਦੀ ਉਮਰ ਵਿੱਚ ਗਵਾਲੀਅਰ ਵਿੱਚ ਲੜਦੇ ਹੋਏ ਹੋ ਗਈ ਸੀਗੀ। ਜਦੋਂ ਉਸ ਦੀ ਮੌਤ ਹੋਈ ਤਾਂ ਉਸਨੇ ਇੱਕ ਸਿਪਾਹੀ ਦੇ ਰੂਪ ਵਿੱਚ ਕੱਪੜੇ ਪਾਏ ਹੋਏ ਸਨ। 3 ਦਿਨ ਬਾਅਦ ਗਵਾਲੀਅਰ 'ਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ। ਹਿਊਗ ਰੋਜ਼ ਦੇ ਅਨੁਸਾਰ ਝਾਂਸੀ ਦੀ ਰਾਣੀ ਸਾਰੇ ਭਾਰਤੀ ਨੇਤਾਵਾਂ ਵਿੱਚੋਂ ਸਭ ਤੋਂ ਜ਼ਿਆਦਾ ਖਤਰਨਾਕ ਸੀਗੀ। ਸੋ ਦੇਖੋ, ਇੰਨੀ ਖਤਰਨਾਕ ਸੀ ਝਾਂਸੀ ਦੀ ਰਾਣੀ। 1858 ਨੂੰ ਉਹਨੇ 23 ਸਾਲ ਦੀ ਸਿਰਫ ਉਮਰ ਸੀਗੀ ਜਦੋਂ ਉਹਨਾਂ ਦੀ ਡੈਥ ਹੋ ਗਈ ਸੀਗੀ। ਸੋ ਇਹਦੇ ਵਿੱਚ ਆਪਣਾ ਸਹੀ ਆਨਸਰ ਕੀ ਬਣੂਗਾ, ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਇਹ ਚੀਜ਼ ਦਾ ਤੁਹਾਨੂੰ ਜੋ ਕਿ PDF ਆ ਉਹ ਤੁਸੀਂ ਜੁਆਇਨ ਕਰ ਲਿਓ। ਟੈਲੀਗ੍ਰਾਮ ਚੈਨਲ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈਗਾ, ਉੱਥੋਂ ਤੁਸੀਂ ਆਹ ਸਾਰੀ ਚੀਜ਼ ਇਹਦਾ PDF ਮਿਲ ਜੂਗਾ, ਸਾਰੀ ਐਕਸਪਲੇਨੇਸ਼ਨ ਦਾ, ਹਰ ਇੱਕ ਪ੍ਰਸ਼ਨ ਦਾ ਬਾਅਦ ਵਿੱਚ ਵਿਦ ਆਨਸਰ। ਸੋ ਨੈਕਸਟ, ਜਲਿਆਂਵਾਲੇ ਬਾਗ ਦੇ ਸਾਕੇ ਦੇ ਸੰਦਰਭ ਵਿੱਚ ਨਿਮਨ ਲਿਖਤ ਵਿੱਚੋਂ ਕਿਹੜਾ ਸਹੀ ਨਹੀਂ ਹੈ।
ਸੋ ਕਿਹੜਾ ਸਹੀ ਨਹੀਂ ਹੈ। ਇਹ ਘਟਨਾ 10 ਅਪ੍ਰੈਲ 1919 ਨੂੰ ਵਾਪਰੀ ਸੀ। ਸੱਤਿਆਗ੍ਰਹਿ ਨੂੰ ਨੱਕ ਨਾਲ ਲਕੀਰਾਂ ਕੱਢਣ ਅਤੇ ਗਲੀਆਂ ਵਿੱਚ ਰਿੜਕੇ ਜਾਣ ਲਈ ਮਜਬੂਰ ਕੀਤਾ ਗਿਆ ਸੀ। ਇਸ ਦਾ ਟੀਚਾ ਸੱਤਿਆਗ੍ਰਹਿ ਦੇ ਦਿਮਾਗ ਵਿੱਚ ਨੈਤਿਕ ਪ੍ਰਭਾਵ ਉਤਪੰਨ ਕਰਨਾ ਸੀ ਜਾਂ ਇਸ ਦਾ ਟੀਚਾ ਦਹਿਸ਼ਤ ਮਹਿਸੂਸ ਕਰਵਾਉਣਾ ਸੀਗਾ। ਸੋ ਜਲਿਆਂਵਾਲੇ ਬਾਗ ਦੇ ਸਾਕੇ ਦੇ ਵਿੱਚ ਇਹ ਕਿਹੜਾ ਸਹੀ ਨਹੀਂ ਹੈਗਾ। ਪਹਿਲਾਂ ਤਾਂ ਧਿਆਨ ਨਾਲ ਪ੍ਰਸ਼ਨ ਨੂੰ ਪੜ੍ਹਨਾ ਗਾ, ਕਿਹੜਾ ਸਹੀ ਨਹੀਂ ਹੈਗਾ। ਸੋ ਕਦੋਂ ਹੋਈ ਸੀ ਘਟਨਾ? ਆਪਸ਼ਨ ਏ ਹੀ ਇਹਦਾ ਉੱਤਰ ਬਣ ਜੂਗਾ ਸਹੀ। 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਸੀ ਜਾਂ ਘਟਨਾ ਹੋਈ ਸੀਗੀ। ਸੋ ਇਹਦੇ ਨਾਲ ਆਪਣਾ ਸਹੀ ਉੱਤਰ ਕੀ ਬਣ ਜੂਗਾ? ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ 13 ਅਪ੍ਰੈਲ 1919 ਨੂੰ ਇਹ ਘਟਨਾ ਹੋਈ ਸੀਗੀ। ਜਲਿਆਂਵਾਲੇ ਬਾਗ ਦੇ ਵਿੱਚ ਇੱਕ ਸਭਾ ਆਯੋਜਨ ਕੀਤੀ ਗਈ ਸੀਗੀ। ਕਿਉਂ ਕੀਤੀ ਗਈ ਸੀਗੀ? ਅੰਮ੍ਰਿਤਸਰ ਦੇ ਦੋ ਪ੍ਰਸਿੱਧ ਨੇਤਾ ਸੀਗੇ, ਡਾਕਟਰ ਸੱਤਿਆਪਾਲ ਅਤੇ ਡਾਕਟਰ ਸੈਫੂਦੀਨ। ਇਹਨਾਂ ਨੂੰ ਬ੍ਰਿਟਿਸ਼ ਸਰਕਾਰ ਨੇ ਕੀ ਕਰ ਲਿਆ ਸੀ? ਕੈਦ ਕਰ ਲਿਆ। ਸੋ ਇਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਹੀ ਜਲਿਆਂਵਾਲੇ ਬਾਗ ਦੇ ਵਿੱਚ ਇਕੱਠ ਕੀਤਾ ਹੋਇਆ ਸੀਗਾ, ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸਤਰੀਆਂ, ਮਰਦ, ਬੱਚੇ ਸ਼ਾਮਲ ਹੋਏ ਹੋਏ ਸਨ। ਸੋ ਉਹਦੇ ਸਮੇਂ ਦਾ ਜੋ ਲੈਫਟੀਨੈਂਟ ਗਵਰਨਰ ਸੀਗਾ ਜਨਰਲ ਓਡਵਾਇਰ ਨੇ ਜਨਰਲ ਡਾਇਰ ਨੂੰ ਅੰਮ੍ਰਿਤਸਰ ਦਾ ਜੋ ਕਿ ਉੱਥੋਂ ਦਾ ਮੌਕੇ ਦਾ ਜਿਹਨੂੰ ਆਪਾਂ ਕਹਿ ਲਓ ਅਫਸਰ ਨਿਯੁਕਤ ਕੀਤਾ ਹੋਇਆ ਸੀ, ਉਹਨੇ ਜਨਰਲ ਡਾਇਰ ਨੇ ਇਹ ਫੈਸਲਾ ਦਿੱਤਾ ਸੀਗਾ ਗੋਲੀਆਂ ਚਲਾਉਣ ਦਾ। ਸੋ ਇਸ ਕਾਰਨ ਕਿੰਨੇ ਨਿਹੱਥੇ ਲੋਕ ਮਾਰੇ ਗਏ ਸੀਗੇ। ਸੋ ਦੇਖੋ ਇਹ 13 ਅਪ੍ਰੈਲ 1919 ਨੂੰ ਇਹ ਦਰਦਨਾਕ ਘਟਨਾ ਵਾਪਰੀ ਸੀਗੀ, ਜਿਹਨੂੰ ਜਲਿਆਂਵਾਲੇ ਬਾਗ ਦਾ ਸਾਕਾ ਕਿਹਾ ਜਾਂਦਾ ਗਾ, ਜੋ ਕਿ 13 ਅਪ੍ਰੈਲ 1919 ਨੂੰ ਹੋਈ ਸੀਗੀ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਦੂਸਰੇ ਸਮੁਦਾਇ ਦਾ ਸਖਤ ਵਿਰੋਧ ਕਰਕੇ ਧਾਰਮਿਕ ਪਹਿਚਾਣ ਦੇ ਆਧਾਰ 'ਤੇ ਇੱਕ ਸਮੁਦਾਇ ਨੂੰ ਏਕੀਕ੍ਰਿਤ ਕਰਨ ਵਾਲੀ ਰਾਜਨੀਤੀ ਨੂੰ ਕੀ ਕਿਹਾ ਜਾਂਦਾ ਗਾ? ਸੋ ਇਸ ਰਾਜਨੀਤੀ ਨੂੰ ਕੀ ਕਿਹਾ ਜਾਂਦਾ? ਇਸ ਰਾਜਨੀਤੀ ਨੂੰ ਸੰਪਰਦਾਇਕਾ ਕਿਹਾ ਜਾਂਦਾ ਗਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਤੁਸੀਂ ਦੇਖੋ ਸੰਪਰਦਾਇਕਾ ਦਾ ਵਿੱਚ ਭਾਰਤ ਵਿੱਚ ਫਿਰਕਾ ਪ੍ਰਸਤੀ ਦੇ ਉਭਾਰ ਦਾ ਇੱਕ ਕਾਰਕ 19ਵੀਂ ਸਦੀ ਵਿੱਚ ਸੀ। ਰਾਜਨੀਤੀ ਵਿੱਚ ਸੰਪਰਦਾਇਕਾ ਵੱਖੋ ਵੱਖਰੇ ਰੂਪ ਲੈ ਸਕਦੀ ਹੈ ਕਿ ਜਿਵੇਂ ਕਿ ਇੱਕ ਧਰਮ ਨੂੰ ਦੂਜੇ ਧਰਮ ਦੇ ਪੱਖ ਵਿੱਚ ਕਾਨੂੰਨ, ਫਿਰਕੂ ਹਿੰਸਾ, ਧਰਮ ਦੇ ਆਧਾਰ 'ਤੇ ਮੁਹਿੰਮਾਂ। ਇਸ ਨਾਲ ਇੱਕ ਧਰਮ ਦੇ ਲੋਕ ਦੂਜੇ ਧਰਮ ਦੇ ਲੋਕਾਂ ਦਾ ਵਿਰੋਧ ਕਰਦੇ ਹਨ, ਜੋ ਸਮਾਜ ਲਈ ਨੁਕਸਾਨਦਾਇਕ ਹੈ। ਕਹਿਣ ਦਾ ਮਤਲਬ ਕੀ ਆ? ਸੰਪਰਦਾਇਕਤਾ ਦੇ ਵਿੱਚ ਇੱਕ ਚੀਜ਼ ਦੇ ਕੋਈ ਵੀ ਇੱਕ ਧਰਮ ਦੂਸਰੇ ਧਰਮ ਦਾ ਵਿਰੋਧ ਕਰਨਾ ਸਟਾਰਟ ਕਰ ਦਿੰਦੇ ਹੈਗੇ, ਜੋ ਕਿ ਇਹ ਚੀਜ਼ ਲਈ ਨੁਕਸਾਨਦਾਇਕ ਹੈਗਾ। ਇਹ ਚੀਜ਼ ਚੰਗੀ ਨਹੀਂ ਹੈਗੀ। ਸੋ ਫਿਰ ਆ ਜਾਂਦਾ ਸਟੀਰੀਓਟਾਈਪ। ਇਹਦੇ ਉੱਪਰ ਵੀ ਪ੍ਰਸ਼ਨ ਪੁੱਛਿਆ ਜਾਂਦਾ। ਸਟੀਰੀਓਟਾਈਪ ਦਾ ਮਤਲਬ ਕੀ ਹੁੰਦਾ ਗਾ? ਰੂੜੀਵਾਦੀ। ਰੂੜੀਵਾਦੀ ਦਾ ਮਤਲਬ ਕੀ ਹੁੰਦਾ ਹੈਗਾ? ਪੁਰਾਣੀ ਸੋਚ ਜਾਂ ਜਿਵੇਂ ਕਿ ਮਰਜ਼ੀ ਕਹਿ ਲਓ, ਇੱਕ ਤੁਸੀਂ ਇਹ ਚੀਜ਼ ਲੈ, ਇੱਕ ਸਪੈਸ਼ਲ ਕਿਸੇ ਧਰਮ ਜਾਂ ਜਾਤ ਬਾਰੇ ਸੋਚਣਾ ਆਪਣੇ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਗਾ। ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ, ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤਾਂ ਨਹੀਂ ਹੈਗੇ। ਰੂੜੀਵਾਦੀ ਸੋਚ ਜਿਵੇਂ ਕਿ ਕਿਸੇ ਸਪੈਸ਼ਲ ਧਰਮ ਨੂੰ ਲੈ ਕੇ ਉਹਨਾਂ ਨੂੰ ਚੰਗਾ ਸਮਝਣਾ, ਕਿਸੇ ਸਪੈਸ਼ਲ ਜਾਤ ਨੂੰ ਲੈ ਕੇ ਉਹਨਾਂ ਨੂੰ ਚੰਗਾ ਸਮਝਣਾ, ਉੱਚ ਜਾਤ ਦੇ ਲੋਕਾਂ ਨੂੰ ਚੰਗਾ ਸਮਝਣਾ। ਜਿਵੇਂ ਕਿ ਇੱਕ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ ਗਾ। ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀਗਾ, ਮੁੰਡੇ ਅਤੇ ਕੁੜੀ ਦੇ ਵਿੱਚ ਫ਼ਰਕ ਦੇਖਿਆ ਜਾਂਦਾ ਸੀਗਾ। ਮੁੰਡੇ ਨੂੰ ਉਹ ਚੀਜ਼ ਪਹਿਲਾਂ ਦੇਣੀ, ਕੁੜੀ ਨੂੰ ਉਹ ਚੀਜ਼ ਦਾ ਹੱਕਦਾਰ ਨਹੀਂ ਦੇਣਾ, ਵੀ ਕੁੜੀ ਦਾ ਇਹ ਚੀਜ਼ ਦਾ ਹੱਕ ਨਹੀਂ ਹੈਗਾ ਗਾ। ਮੁੰਡੇ ਨੂੰ ਉਸ ਚੀਜ਼ ਦਾ ਉੱਪਰ ਹੱਕ ਦੇਣਾ, ਸਪੋਜ਼ ਕਰੋ ਕੋਈ ਵੀ ਚੀਜ਼ ਪਹਿਲਾਂ ਲਿਆ ਕੇ ਦੇਣੀ। ਸੋ ਉਹ ਚੀਜ਼ ਕਹਿੰਦੇ ਸਟੀਰੀਓਟਾਈਪ ਹੁੰਦੀ ਹੈ ਸੋਚ। ਸੋ ਉਸ ਚੀਜ਼ ਨੂੰ ਇੱਕ ਚਿੱਤਰ ਦੇ ਵਿੱਚ ਦੇਖੋ ਤੁਸੀਂ, ਇੱਕ ਚਿੱਤਰ ਦੇ ਵਿੱਚ ਕਿਸੇ ਨੂੰ ਵੀ ਨਹੀਂ ਦੇਖਣਾ, ਕੋਈ ਧਰਮ ਦੇ ਨਾਂ 'ਤੇ ਨਹੀਂ, ਜਾਤ ਦੇ ਨਾਂ 'ਤੇ ਨਹੀਂ, ਲਿੰਗ ਦੇ ਨਾਂ 'ਤੇ ਨਹੀਂ, ਹਰ ਇੱਕ ਚੀਜ਼ ਦੇ ਨਾਂ 'ਤੇ ਨਹੀਂ, ਇੱਕ ਚਿੱਤਰ ਦੇ ਰੂਪ ਵਿੱਚ ਕਿਸੇ ਨੂੰ ਨਾ ਦੇਖਣਾ। ਉਹ ਚੀਜ਼ ਨੂੰ ਕੀ ਕਿਹਾ ਜਾਂਦਾ ਹੈਗਾ? ਸਟੀਰੀਓਟਾਈਪ ਕਿਹਾ ਜਾਂਦਾ, ਉਹਨੂੰ ਰੂੜੀਵਾਦੀ ਸੋਚ ਕਿਹਾ ਜਾਂਦਾ ਹੈਗਾ। ਸੋ ਇਸ ਕਰਕੇ ਇਹ ਜੋ ਆਪਣਾ ਸਹੀ ਉੱਤਰ ਬਣਦਾ ਸੀਗਾ, ਕਿਸੇ ਸਮੁਦਾਇ ਦਾ ਸਖਤ ਵਿਰੋਧ ਕਰਕੇ ਧਾਰਮਿਕ ਪਹਿਚਾਣ ਦੇ ਆਧਾਰ 'ਤੇ ਇੱਕ ਸਮੁਦਾਇ ਨੂੰ ਏਕੀਕਰਨ ਦੀ ਰਾਜਨੀਤੀ ਨੂੰ ਕਿਹਾ ਜਾਂਦਾ ਹੈਗਾ ਸੰਪਰਦਾਇਕਾ। ਸਟੀਰੀਓਟਾਈਪ ਦਾ ਮੀਨਜ਼ ਹੁੰਦਾ ਗਾ ਰੂੜੀਵਾਦੀ। ਨੈਕਸਟ ਕਹਿੰਦਾ ਰਵਾਇਤੀ ਤਕਲੇ ਦਾ ਉਤਪਾਦਨ ਵਧਾਉਣ ਦੇ ਮਕਸਦ ਦੇ ਨਾਲ ਕਿਸ ਨੇ 1764 ਵਿੱਚ ਸਪਿਨਿੰਗ ਜੈਨੀ ਦੀ ਇਜਾਦ ਕੀਤੀ ਸੀਗੀ?
ਸੋ ਕਿਹਨੇ ਕੀਤੀ ਸੀਗੀ ਇਹ ਇਜਾਦ? ਇਹ ਕੀਤੀ ਸੀਗੀ ਜੌਨ ਕੇ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਨਿਮਨਲਿਖਤ ਵਿੱਚੋਂ ਕਿਹੜਾ ਚੌਲ ਰਾਜਿਆਂ ਦੁਆਰਾ ਅਮੀਰ ਜ਼ਿਮੀਂਦਾਰਾਂ ਨੂੰ ਦਿੱਤਾ ਜਾਣ ਵਾਲਾ ਖਿਤਾਬ ਨਹੀਂ ਹੈ? ਸੋ ਕਿਹੜਾ ਖਿਤਾਬ ਨਹੀਂ ਹੈਗਾ? ਸੋ ਇਹਦੇ ਵਿੱਚੋਂ ਜੋ ਨਹੀਂ ਹੈਗਾ ਉਹ ਕਿਹੜਾ ਹੈਗਾ? ਉਹ ਹੈਗਾ ਨਾਡੂ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਵੇਲਨ ਵੀ ਹੈਗਾ, ਅਰਾਏਆਰ ਵੀ ਆ ਅਤੇ ਮੂਵਾ ਡਾਵਲਿਨ ਵੀ ਹੈਗਾ। ਸੋ ਇਹ ਚੌਲ ਰਾਜਿਆਂ ਦੇ ਦੁਆਰਾ ਖਿਤਾਬ ਦਿੱਤਾ ਜਾਂਦਾ ਸੀਗਾ। ਸੋ ਕਿਹੜਾ ਨਹੀਂ ਆ? ਉਹ ਹੈਗਾ ਨਾਡੂ। ਸੋ ਨੈਕਸਟ ਦੇਖਦੇ ਹਾਂ, ਕਹਿੰਦਾ ਨਿਮਨਲਿਖਤ ਵਿੱਚੋਂ ਕਿਹੜੇ ਕਥਨਾਂ ਦੇ ਉੱਪਰ ਲੈਪਸ ਦੇ ਸਿਧਾਂਤ ਦੇ ਸੰਦਰਭ ਵਿੱਚ ਸਹੀ ਹੈ? ਸੋ ਜੇਕਰ ਕੋਈ ਭਾਰਤੀ ਰਾਜਾ ਬਿਨਾਂ ਕਿਸੇ ਪੁਰਸ਼ ਵਾਰਿਸ ਦੇ ਮਰ ਜਾਂਦਾ ਹੈ ਤਾਂ ਉਸ ਦੀ ਰਿਆਸਤ ਲੈਪਸ ਹੋ ਜਾਵੇਗੀ, ਭਾਵ ਕੰਪਨੀ ਮਾਲਕੀ ਭੂਮੀ ਬਣ ਜਾਵੇਗੀ। ਭਾਰਤੀ ਸ਼ਾਸਕ ਆਪਣੀ ਆਜ਼ਾਦ ਫੌਜ ਨਹੀਂ ਰੱਖ ਸਕਦੇ। ਈਸਟ ਇੰਡੀਆ ਕੰਪਨੀ ਦੇ ਰਾਜਾਂ ਉੱਪਰ ਸਹਾਇਕ ਗੱਠਜੋੜ ਲਈ ਦਬਾਅ ਵਧਾਇਆ। ਸੰਦਲ ਦੀ ਲੱਕੜ, ਮਿਰਚ ਅਤੇ ਛੋਟੀ ਇਲਾਇਚੀ ਦਾ ਨਿਰਯਾਤ ਬੰਦਰਗਾਹਾਂ ਰਾਹੀਂ ਬੰਦ ਕਰ ਦਿੱਤਾ ਗਿਆ ਸੀਗਾ। ਸੋ ਇਹਦਾ ਆਨਸਰ ਕੀ ਹੈਗਾ? ਸਹੀ ਹੈ। ਜੇਕਰ ਕੋਈ ਭਾਰਤੀ ਰਾਜਾ ਬਿਨਾਂ ਕਿਸੇ ਪੁਰਸ਼ ਵਾਰਿਸ ਦੇ ਮਰ ਜਾਂਦਾ ਸੀ ਤਾਂ ਉਹਦੀ ਕੀ ਸੀਗੀ? ਰਿਆਸਤ ਲੈਪਸ ਹੋ ਜਾਵੇਗੀ, ਭਾਵ ਕੰਪਨੀ ਦੀ ਮਾਲਕੀ ਭੂਮੀ ਬਣ ਜਾਵੇਗੀ। ਆਪਣਾ ਸਹੀ ਉੱਤਰ ਕੀ ਹੋ ਜਾਊਗਾ? ਆਪਸ਼ਨ ਏ ਇਸ ਦਾ ਰਾਈਟ ਆਨਸਰ। ਕੀ ਸੀ ਇਹ ਲੈਪਸ ਦੀ ਨੀਤੀ? ਇਹ ਲੈਪਸ ਦੀ ਨੀਤੀ ਲਾਰਡ ਡਲਹੌਜੀ ਦੇ ਦੁਆਰਾ ਅਪਣਾਈ ਗਈ ਸੀਗੀ। ਲਾਰਡ ਡਲਹੌਜੀ ਦੇ ਦੁਆਰਾ ਅਪਣਾਈ ਗਈ ਸੀਗੀ। ਇਹਦੇ ਅਨੁਸਾਰ ਕੀ ਸੀਗਾ? ਜਦੋਂ ਕੋਈ ਵੀ ਦੇਸੀ ਰਾਜਾ ਸੀਗਾ ਜਾਂ ਰਾਣੀ ਸੀ ਉਹ ਬੇਲਾਦ ਮਰ ਜਾਂਦਾ ਸੀ ਤਾਂ ਉਹਦਾ ਰਾਜ ਕੀ ਸੀ? ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਜਾਂਦਾ ਸੀਗਾ। ਸੋ ਅੰਗਰੇਜ਼ਾਂ ਦੀ ਆਗਿਆ ਤੋਂ ਬਿਨਾਂ ਕੋਈ ਵੀ ਰਾਜਾ ਸੀਗਾ ਉਹ ਪੁੱਤਰ ਗੋਦ ਨਹੀਂ ਲੈ ਸਕਦਾ ਸੀ, ਨਾ ਹੀ ਉਹਨੂੰ ਆਪਦਾ ਉੱਤਰਾਧਿਕਾਰੀ ਬਣਾ ਸਕਦਾ ਸੀਗਾ। ਡਲਹੌਜੀ ਦੇ ਰਾਜ ਵਿੱਚ ਬਾਹਲੀ ਗੱਲ ਕੀ ਹੈਗੀ? ਕੋਈ ਵੀ ਪੁੱਤਰ ਗੋਦ ਲੈਣ ਦੀ ਮਨਾਹੀ ਸੀਗੀ। ਇਸ ਲਈ ਸਾਰੇ ਰਾਜਿਆਂ ਨੇ ਰਾਜਿਆਂ ਦੇ ਰਾਜ ਅੰਗਰੇਜ਼ੀ ਰਾਜ ਵਿੱਚ ਮਿਲਾ ਲਏ ਗਏ ਸੀਗੇ। ਸੋ ਇਹ ਸੀਗੀ ਲੈਪਸ ਦੀ ਨੀਤੀ ਜੋ ਕਿ ਲਾਰਡ ਡਲਹੌਜੀ ਦੇ ਸਮੇਂ ਚੱਲੀ ਸੀਗੀ। ਮਤਲਬ ਕਿ ਕੋਈ ਵੀ ਰਾਜਾ ਗੋਦ ਪੁੱਤਰ ਨਹੀਂ ਲੈ ਸਕਦਾ ਸੀਗਾ। ਸੋ ਇਹ ਅੰਗਰੇਜ਼ਾਂ ਦੇ ਦੁਆਰਾ ਬਣਾਈ ਹੋਈ ਇੱਕ ਰਣਨੀਤੀ ਸੀਗੀ। ਨੈਕਸਟ ਹੈ, ਕਹਿੰਦਾ ਮੁਗਲਾਂ ਦੇ ਸ਼ਾਸਨ ਦੌਰਾਨ ਰੁਤਬੇ, ਤਨਖਾਹਾਂ ਅਤੇ ਫੌਜੀ ਜ਼ਿੰਮੇਵਾਰੀਆਂ ਨੂੰ ਨਿਸ਼ਚਿਤ ਕਰਨ ਲਈ ਮੁਗਲਾਂ ਦੁਆਰਾ ਕੀਤੀ ਦਰਜਾਬੰਦੀ ਵਿਵਸਥਾ ਵਿੱਚ ਸਭ ਤੋਂ ਇੱਕ ਅੰਕਿਕ ਇਕਾਈ ਦੁਆਰਾ ਨਿਰਧਾਰਿਤ ਕੀਤੀਆਂ ਜਾਂਦੀਆਂ ਸਨ ਨੂੰ ਕੀ ਕਿਹਾ ਜਾਂਦਾ ਸੀਗਾ? ਸੋ ਮੁਗਲਾਂ ਦੇ ਦੁਆਰਾ ਇਹ ਸ਼ਾਸਨ ਦੇ ਦੌਰਾਨ ਇੱਕ ਇਕਾਈ ਨਿਰਧਾਰਿਤ ਕੀਤੇ, ਮਤਲਬ ਕਿ ਉਹਨਾਂ ਨੂੰ ਇੱਕ ਪਦ ਵੀ ਦਿੱਤੇ ਜਾਂਦੇ ਸੀ। ਉਹਨਾਂ ਨੂੰ ਕੀ ਕਿਹਾ ਜਾਂਦਾ ਸੀਗਾ? ਇਹਨੂੰ ਕਿਹਾ ਜਾਂਦਾ ਸੀਗਾ ਜੱਤ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਨੈਕਸਟ, ਭਾਰਤੀ ਇਤਿਹਾਸ ਦੇ ਮੱਧਕਾਲੀ ਸਮੇਂ ਦੌਰਾਨ ਅਵਧ ਰਾਜ ਦਾ ਸੰਸਥਾਪਕ ਕੌਣ ਸੀਗਾ? ਸੋ ਅਵਧ ਰਾਜ ਦਾ ਸੰਸਥਾਪਕ ਕੌਣ ਸੀਗਾ? ਰਾਜਾ ਅਜੀਤ ਸਿੰਘ, ਬੁਰਹਾਨ ਅਲੀ ਮੁਲਕ ਸਾਦਤ ਖਾਨ, ਨਿਜ਼ਾਮ ਉਲ ਮੁਲਕ ਆਸਿਫ ਜਾਂ ਮੁਰਸ਼ਿਦ ਕੋਇਲੀ ਖਾਨ। ਸੋ ਇਹਦਾ ਜੋ ਸੰਸਥਾਪਕ ਸੀਗਾ ਅਵਧ ਰਾਜ ਦਾ ਉਹ ਸੀਗਾ ਬੁਰਹਾਨ ਉਲ ਮੁਲਕ ਸਿਆਦਤ ਖਾਨ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕੀ ਸੀਗਾ? ਬੁਰਹਾਨ ਉਲ ਮਲਕ ਸਿਆਦਤ ਖਾਨ 1722 ਦੇ ਵਿੱਚ। ਇਹ ਵੀ ਤੁਸੀਂ ਨੋਟ ਕਰ ਸਕਦੇ ਹੋਗੇ। ਅਵਧ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਸੀਗਾ। ਸੋ ਇੱਕ ਰਾਜ ਦੀ ਸਥਾਪਨਾ ਕੀਤੀ ਸੀਗੀ। ਮੁਗਲ ਸਾਮਰਾਜ ਦੇ ਟੁੱਟਣ ਤੋਂ ਬਾਹਰ ਨਿਕਲਣ ਲਈ ਸਭ ਤੋਂ ਮਹੱਤਵਪੂਰਨ ਚੀਜ਼ ਸੀਗੀ ਇਹ। ਅਵਧ ਇੱਕ ਖੁਸ਼ਹਾਲ ਇਲਾਕਾ ਸੀਗਾ ਜੋ ਕਿ ਅਮੀਰ ਗੰਗਾ ਮੈਦਾਨ ਨੂੰ ਕੰਟਰੋਲ ਕਰਦਾ ਸੀ ਅਤੇ ਇੱਥੇ ਉੱਤਰੀ ਭਾਰਤੀ ਅਤੇ ਬੰਗਾਲ ਵਿਚਕਾਰ ਇੱਕ ਵਪਾਰਕ ਮਾਰਗ ਸਥਿਤ ਸੀਗਾ। ਸੋ ਬੁਰਹਾਨ ਉਲ ਮੁਲਕ ਨੇ ਸੂਬੇਦਾਰੀ, ਦੀਵਾਨੀ ਅਤੇ ਫੌਜਦਾਰੀ ਸੰਯੁਕਤ ਦਫ਼ਤਰ ਵੀ ਰੱਖੇ ਸੀਗੇ। ਦੂਜੇ ਸ਼ਬਦਾਂ ਵਿੱਚ ਅਵਧ ਪ੍ਰਾਂਤ ਦੇ ਰਾਜਨੀਤਿਕ, ਵਿੱਤੀ ਅਤੇ ਫੌਜੀ ਮਾਮਲਿਆਂ ਪ੍ਰਬੰਧਨ ਲਈ ਜ਼ਿੰਮੇਵਾਰ ਸੀਗਾ। ਸੋ ਅਵਧ ਦਾ ਜੋ ਕਿ ਸੂਬੇਦਾਰ ਨਿਯੁਕਤ ਕੀਤਾ ਹੋਇਆ ਸੀਗਾ ਬੁਰਹਾਨ ਉਲ ਮੁਲਕ ਸਿਆਦਤ ਖਾਨ ਨੂੰ 1722 ਦੇ ਵਿੱਚ ਇਹਨੇ ਕੀ ਸੀਗਾ? ਅਵਧ ਰਾਜ ਦੀ ਸਥਾਪਨਾ ਕੀਤੀ ਸੀਗੀ। ਨੈਕਸਟ, ਪ੍ਰਾਸ਼ਤੀਆ ਕੀ ਸਨ? ਸੋ ਪ੍ਰਾਸ਼ਤੀਆ ਕੀ ਸੀਗਾ? ਸੋ ਪ੍ਰਾਸ਼ਤੀਆ ਪਹਿਲਾਂ ਤਾਂ ਕੀ ਸੀ? ਪ੍ਰਾਸ਼ਤੀਆ ਇੱਕ ਸ਼ਿਲਾ ਲੇਖ ਹੁੰਦੇ ਸੀਗੇ
ਜੋ ਕਿ ਇੱਕ ਤਰ੍ਹਾਂ ਦੀਆਂ ਲਿਖਤਾਂ ਹੁੰਦੀਆਂ ਸਨ। ਇਹ ਉਹਨੂੰ ਆਪਾਂ ਦੇਖਣਾ ਹੈਗਾ ਪ੍ਰਾਸਤੀਆਂ ਕੀ ਸਨ। ਇਹ ਵਿਸ਼ੇਸ਼ ਪ੍ਰਕਾਰ ਦੀਆਂ ਕਾਵਿ ਲਿਖਤਾਂ ਸਨ ਜੋ ਕਿ ਪੜ੍ਹੇ ਲਿਖੇ ਬ੍ਰਾਹਮਣਾਂ ਦੁਆਰਾ ਸ਼ਾਸਕਾਂ ਦੀਆਂ ਪ੍ਰਸ਼ੰਸਕਾਂ ਵਿੱਚ ਲਿਖੀਆਂ ਜਾਂਦੀਆਂ ਸਨ। ਪੂਰਨ ਤੌਰ 'ਤੇ ਸੱਚ ਨਹੀਂ ਸਨ, ਪਰ ਸਾਨੂੰ ਇਹ ਦੱਸਦੀਆਂ ਹਨ ਕਿ ਉਹਨਾਂ ਸਮਿਆਂ ਦੇ ਸ਼ਾਸਕ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੇ ਸਨ। ਸੋ ਇਹੀ ਉੱਤਰ ਆਪਣਾ ਸਹੀ ਹੋ ਜਾਊਗਾ। ਬਿਲਕੁਲ ਸਹੀ ਗੱਲ। ਇਹ ਇੱਕ ਕਾਵਿ ਲਿਖਤਾਂ ਸਨ ਜੋ ਕਿ ਬ੍ਰਾਹਮਣਾਂ ਦੇ ਦੁਆਰਾ ਲਿਖੀਆਂ ਜਾਂਦੀਆਂ ਸਨ, ਜੋ ਕਿ ਉਸ ਸਮੇਂ ਦੇ ਸ਼ਾਸਕ ਸਨ ਜਾਂ ਰਾਜੇ ਸਨ। ਉਹਨਾਂ ਦੀਆਂ ਇਹ ਜੇ ਤੁਸੀਂ ਕਹਿ ਲਓ ਸ਼ਿਲਾ ਲੇਖ ਵੀ ਸੀਗੇ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਆਹ ਤਾਂ ਬਿਲਕੁਲ ਆਨਸਰ ਹੀ ਨਹੀਂ ਬਣਦੇ। ਹੜ੍ਹਾਂ ਤੋਂ ਬਚਾਅ ਲਈ ਬਣਾਏ ਗਏ ਬੰਨ, ਰਾਜ ਅਮਲਾ ਪ੍ਰਬੰਧਨ, ਖਰਚੇ ਬਣਾਉਣੇ, ਵਰਤੇ ਜਾਂਦੇ ਵਸੀਲੇ, ਇਹ ਬਿਲਕੁਲ ਗਲਤ ਉੱਤਰ ਆ। ਸੋ ਸਹੀ ਉੱਤਰ ਕੀ ਆ? ਪ੍ਰਾਸ਼ਤੀਆ। ਇਹ ਸਨ ਸ਼ਿਲਾ ਲੇਖ ਜੋ ਕਿ ਬ੍ਰਾਹਮਣਾਂ ਦੇ ਦੁਆਰਾ ਸ਼ਾਸਕਾਂ ਦੀਆਂ ਪ੍ਰਸ਼ੰਸਾ ਦੇ ਵਿੱਚ ਲਿਖੇ ਜਾਂਦੇ ਸਨ। ਨੈਕਸਟ, ਸਵਾਈ ਜੈ ਸਿੰਘ ਦੁਆਰਾ ਸੰਸਕਾਰਿਕ ਵਸਤਾਂ ਦਾ ਨਿਰੀਖਣ ਕਰਨ ਲਈ ਅਲੱਗ-ਅਲੱਗ ਯੰਤਰਾਂ ਵਾਲੀਆਂ ਬਣਾਈਆਂ ਨਿਰੀਖਣਸ਼ਾਲਾਵਾਂ ਨੂੰ ਕੀ ਕਿਹਾ ਜਾਂਦਾ ਸੀਗਾ? ਸੋ ਇਹ ਕੀ ਕਿਹਾ ਜਾਂਦਾ ਸੀ? ਇਹ ਕਿਹਾ ਜਾਂਦਾ ਸੀਗਾ ਜੰਤਰ ਮੰਤਰ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, 17ਵੀਂ ਸਦੀ ਵਿੱਚ ਸਿੱਖਾਂ ਦੇ ਇੱਕ ਰਾਜਨੀਤਿਕ ਸਮੁਦਾਇ ਵਿੱਚ ਸੰਗਠਿਤ ਹੋ ਜਾਣ ਦੇ ਦੌਰਾਨ ਕਿਹੜੀ ਵਿਵਸਥਾ ਨੇ ਕਿਸਾਨਾਂ ਨੂੰ ਉਤਪਾਦਨ ਦੇ 20% ਉਤਪਾਦ ਨੂੰ ਟੈਕਸ ਦੇ ਰੂਪ ਵਿੱਚ ਅਦਾਇਗੀ ਕਰਨ ਤੋਂ ਸੁਰੱਖਿਆ ਦਿੱਤੀ ਸੀਗੀ? ਸੋ ਰਾਖੀ, ਜੱਥਾ, ਗੁਰਮਤਾ ਜਾਂ ਖਾਲਸਾ। ਸੋ ਇਹਦਾ ਆਨਸਰ ਕੀ ਹੈਗਾ? ਆਪਸ਼ਨ ਏ ਇਜ਼ ਦਾ ਰਾਈਟ ਆਨਸਰ, ਰਾਖੀ। ਮਤਲਬ ਕਿ ਕੀ ਆ, 17ਵੀਂ ਸਦੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਹੀ ਹੋਇਆ ਸੀਗਾ ਕਿ 20% ਕਿਸਾਨਾਂ ਨੂੰ ਉਤਪਾਦਨ ਟੈਕਸ ਦੇ ਰੂਪ ਵਿੱਚ ਦੇਣਾ ਪੈਂਦਾ ਸੀ। ਇਸ ਦੇ ਮੁਕਾਬਲੇ ਕਿਸਾਨਾਂ ਨੂੰ ਰਾਖੀ ਦਾ ਮੀਨਜ਼ ਸੁਰੱਖਿਆ, ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਈ ਜਾਂਦੀ ਸੀ। ਇੱਕ ਤਰ੍ਹਾਂ ਦਾ ਦਸਵੰਧ ਕਹਿ ਲਓ, ਜੋ ਦਸਵੰਧ ਚੱਲਦਾ, ਦਸਵੰਧ ਦਾ ਹਿੱਸਾ ਲਿਆ ਜਾਂਦਾ ਸੀਗਾ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਮਰਾਠੀ ਅਖਬਾਰ ਕੇਸਰੀ ਨੂੰ ਕਿਸ ਨੇ ਸੰਪਾਦਿਤ ਕੀਤਾ ਸੀਗਾ? ਸੋ ਬਾਲ ਗੰਗਾਧਰ ਤਿਲਕ ਨੇ, ਲਾਲਾ ਲਾਜਪਤ ਰਾਏ ਨੇ, ਬਿਪਨ ਚੰਦਰ ਪਾਲ ਨੇ ਜਾਂ ਮਹਾਤਮਾ ਗਾਂਧੀ ਨੇ? ਸੋ ਮਰਾਠੀ ਅਖਬਾਰ ਕੇਸਰੀ ਨੂੰ ਸੰਪਾਦਿਤ ਕੀਤਾ ਸੀਗਾ ਬਾਲ ਗੰਗਾਧਰ ਤਿਲਕ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਕੇਸਰੀ ਇੱਕ ਮਰਾਠੀ ਅਖਬਾਰ ਸੀਗਾ ਜੋ ਕਿ ਬਾਲ ਗੰਗਾਧਰ ਤਿਲਕ ਦੇ ਦੁਆਰਾ 1881 ਦੇ ਵਿੱਚ ਸਟਾਰਟ ਕੀਤਾ ਗਿਆ ਸੀਗਾ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ, 1881 ਦੇ ਵਿੱਚ। ਸੋ ਨੈਕਸਟ ਪੇਪਰ ਦੇ ਵਿੱਚ ਜੋ ਦੁਬਾਰਾ ਆਹ ਸਾਲ ਪੇਪਰ ਹੋਊਗਾ ਉਹਦੇ ਵਿੱਚ 1881 ਪੁੱਛ ਸਕਦੇ ਆ ਵੀ ਮਰਾਠੀ ਅਖਬਾਰ ਕੇਸਰੀ ਨੂੰ ਕਦੋਂ ਸਟਾਰਟ ਕੀਤਾ ਗਿਆ ਸੀ ਬਾਲ ਗੰਗਾਧਰ ਤਿਲਕ ਦੇ ਦੁਆਰਾ, ਕਿਉਂਕਿ ਹਰ ਇੱਕ ਜਾਣਕਾਰੀ ਜੋ ਕਿ ਇਸ ਵਿੱਚ ਬੋਲ ਕੇ ਦੱਸ ਰਿਹਾ ਗਾ ਉਹ ਆਹ ਪੇਪਰ ਦੇ ਵਿੱਚ ਜ਼ਰੂਰ ਪੁੱਛ ਸਕਦੇ ਆ। ਹੁਣ ਇਹ ਨਹੀਂ ਗਾ ਵੀ ਇਹੀ ਪ੍ਰਸ਼ਨ ਆਉਣਗੇ, ਨਹੀਂ, ਜੋ ਚੀਜ਼ ਐਕਸਪਲੇਨੇਸ਼ਨ ਕਰ ਰਹੇ ਆ ਉਹ ਚੀਜ਼ ਪੇਪਰ ਦੇ ਵਿੱਚ ਪੁੱਛ ਰਹੇ ਆ, ਉਹਨੂੰ ਚੰਗੀ ਤਰ੍ਹਾਂ ਕਾਪੀਆਂ ਦੇ ਉੱਪਰ ਨੋਟ ਕਰ ਲਓ, ਸੁਣ ਲਓ। ਇਹਦਾ PDF ਵੀ ਤੁਹਾਨੂੰ ਮਿਲ ਜੇਗਾ, ਉੱਥੋਂ ਵੀ ਤੁਸੀਂ ਪੜ੍ਹ ਸਕਦੇ ਹੋਗੇ। ਪਰ ਲਿਖਣ ਨਾਲੋਂ ਜੋ ਚੀਜ਼ ਤੁਸੀਂ ਸੁਣੋਗੇ, ਸੁਣਨ ਨਾਲ ਉਹ ਤੁਹਾਡੇ ਦਿਮਾਗ ਦੇ ਵਿੱਚ ਬੈਠੇਗੀ। ਸੋ ਇਹ ਚੀਜ਼ ਨੂੰ ਇੰਨਾ ਕੁ ਧਿਆਨ ਨਾਲ ਦੇਖਣਾ ਗਾ ਕਿ ਇਹ ਜ਼ਰੂਰੀ ਨਹੀਂ ਇਹੀ ਪੇਪਰ ਨੂੰ ਕਿਵੇਂ ਨਵੇਂ ਤਰੀਕੇ ਨਾਲ ਪੁੱਛਦੇ ਹੈਗੇ, ਸਵਾਲ ਉਹੀ ਪ੍ਰਸ਼ਨ ਪੁੱਛਦੇ ਉਹਨੂੰ ਨਵੇਂ ਤਰੀਕੇ ਦੇ ਨਾਲ ਪੁੱਛਦੇ ਹੈਗੇ। ਸੋ ਇਸ ਚੀਜ਼ ਲਈ ਤੁਹਾਨੂੰ ਕਈ ਗੱਲ ਕਹਿ ਰਿਹਾ, ਵਾਰ-ਵਾਰ ਚੀਜ਼ ਨੂੰ ਸੁਣਨ ਨਾਲ ਵੱਧ ਯਾਦ ਰਹਿੰਦੀ ਹੈਗੀ। ਨੈਕਸਟ, ਸੋ ਮੈਚਿੰਗ ਕਰਨੀ ਹੈਗੀ। ਸੋ ਕੀ ਹੈਗਾ, ਕਹਿੰਦਾ ਰਾਖਵੇਂ ਜੰਗਲਾਂ ਦਾ ਸੰਬੰਧ ਸੁਰੱਖਿਅਤ ਜੰਗਲ ਜਾਂ ਅਣਵਰਗੀ ਜੰਗਲ। ਸੋ ਇਹਦਾ ਆਨਸਰ ਕੀ ਹੈਗਾ? ਰਾਖਵੇਂ ਜੰਗਲਾਂ ਦਾ। ਪਹਿਲਾਂ ਤਾਂ ਰਾਖਵੇਂ ਜੰਗਲਾਂ ਦਾ ਸੰਬੰਧ ਕਿਹਦੇ ਨਾਲ ਹੈਗਾ? ਜੰਗਲਾਂ ਨੂੰ, ਜੰਗਲੀ ਜੀਵਾਂ ਨੂੰ ਬਚਾਉਣ ਲਈ ਸਾਧਨਾਂ ਦੇ ਸੰਦਰਭ ਵਿੱਚ ਜਿਹੜੇ ਜੰਗਲ ਸਭ ਤੋਂ ਅਹਿਮ ਮੰਨੇ ਜਾਂਦੇ ਆ, ਇਹਨਾਂ ਨੂੰ ਕਿਹਾ ਜਾਂਦਾ ਹੈਗਾ ਰਾਖਵੇਂ ਜੰਗਲ। ਸੋ ਪਹਿਲੇ ਦਾ ਆ ਜਾਊਗਾ, ਏ ਦਾ ਆ ਜਾਊਗਾ 2 ਨਾਲ। ਸੋ ਸੁਰੱਖਿਅਤ ਜੰਗਲ, ਸੁਰੱਖਿਅਤ ਜੰਗਲ ਕਿਹੜੇ ਹੁੰਦੇ ਹੈਗੇ? ਜੋ ਹੋਰ ਵਧੇਰੇ ਨੁਕਸਾਨ ਤੋਂ ਸੁਰੱਖਿਅਤ ਕੀਤੀਆਂ ਜੰਗਲ ਭੂਮੀਆਂ ਹੁੰਦੀਆਂ ਹਨ। ਸੋ ਇਹਦਾ ਆ ਜਾਊਗਾ 3 ਨਾਲ। ਅਣਵਰਗੀ ਇਹ ਆ ਜਾਊਗਾ 1 ਨਾਲ। ਸੋ ਇਹਦੇ A ਦਾ 2 ਨਾਲ, B ਦਾ 3 ਨਾਲ ਅਤੇ C ਦਾ 1 ਨਾਲ। ਸੋ ਇਹਦੇ ਵਿੱਚ ਆਪਣਾ ਸਹੀ ਉੱਤਰ ਕੀ ਹੋ ਜਾਊਗਾ? ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਤੁਸੀਂ ਇਹ ਵੀ ਦੇਖ ਸਕਦੇ ਹੋਗੇ। ਨੈਕਸਟ,
ਨਿਮਨਲਿਖਤ ਵਿੱਚੋਂ ਕਿਹੜੀਆਂ ਚਟਾਨਾਂ ਦੀਆਂ ਪਰਤਾਂ ਖਣਿਜ ਜਮ੍ਹਾਂ ਅਤੇ ਸੰਗ੍ਰਹਿਤ ਹੁੰਦੇ ਹਨ। ਸੋ ਕਿਹੜੀਆਂ ਚਟਾਨਾਂ ਹੁੰਦੀਆਂ, ਇਹ ਹੁੰਦੀਆਂ ਹੈਗੀਆਂ ਸੈਡੀਮੈਂਟਰੀ ਚਟਾਨਾਂ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਕੀ ਹੁੰਦਾ ਗਾ, ਇਹ ਜੋ ਲੰਬੇ ਸਮੇਂ ਲਈ ਗਰਮੀ ਅਤੇ ਦਬਾਅ ਦੇ ਸੰਪਰਕ ਵਿੱਚ ਆਉਣ ਨਾਲ ਬਾਅਦ 'ਚ ਖਣਿਜ ਪਦਾਰਥਾਂ 'ਚ ਇੱਕ ਖਣਿਜ ਹੈਰੀਜੈਂਟਲ ਬਣਦਾ ਗਾ, ਜਿਵੇਂ ਕਿ ਕੋਲਾ, ਜਿਪਸਮ, ਲੋਹਾ ਆਦਿ ਸਾਰੇ। ਸੋ ਇਹ ਚੀਜ਼ਾਂ ਨੂੰ ਸੈਡੀਮੈਂਟਰੀ ਚਟਾਨਾਂ ਕਿਹਾ ਜਾਂਦਾ ਗਾ। ਮਤਲਬ ਕਿ ਗਰਮੀ ਅਤੇ ਦਬਾਅ ਦੇ ਨਾਲ ਕੀ ਸੰਪਰਕ ਦੇ ਵਿੱਚ, ਦੋਨੇ ਚੀਜ਼ਾਂ ਜਦੋਂ ਸੰਪਰਕ ਦੇ ਵਿੱਚ ਆਉਂਦੀਆਂ ਇੱਕ ਖਣਿਜ ਹੈਰੀਜੈਂਟਲ ਬਣਦਾ ਗਾ। ਇਹਨੂੰ ਖਣਿਜ ਹੈਰੀਜੈਂਟਲ ਕਹਿੰਦੇ ਹੈਗੇ, ਇਕੱਠੇ ਹੁੰਦੇ ਹੈਗੇ। ਸੋ ਇਹਨਾਂ ਦੇ ਨਾਲ ਕੀ ਹੁੰਦਾ ਹੈਗਾ, ਕੋਲਾ, ਜਿਪਸਮ, ਲੋਹਾ ਆਦਿ ਚੀਜ਼ਾਂ ਬਣਦੀਆਂ। ਸੋ ਇਹ ਚੀਜ਼ ਨੂੰ ਕੀ ਕਿਹਾ ਜਾਂਦਾ ਹੈਗਾ, ਸੈਡੀਮੈਂਟਰੀ ਚਟਾਨਾਂ ਕਿਹਾ ਜਾਂਦਾ ਗਾ, ਜਿਹਦੇ ਵਿੱਚ ਖਣਿਜ ਪਦਾਰਥ ਇਹ ਸਾਰੇ ਜਮ੍ਹਾਂ ਹੁੰਦੇ ਹੈਗੇ। ਨੈਕਸਟ, ਕਿਹੜੇ ਅੰਦੋਲਨ ਨੇ ਹਿਮਾਲਿਆ ਖੇਤਰ ਵਿੱਚ ਜੰਗਲਾਂ ਦੀ ਕਟਾਈ ਦਾ ਵਿਰੋਧ ਕੀਤਾ ਸੀਗਾ। ਸੋ ਬੀਜ ਬਚਾਓ ਅੰਦੋਲਨ, ਨਵਾਦਨਿਆ, ਸੋਨ ਚੂਰੀ ਜਾਂ ਚਿਪਕੂ। ਸੋ ਇਹਦਾ ਸਹੀ ਉੱਤਰ ਹੈਗਾ ਚਿਪਕੂ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ ਇਹਨੂੰ ਆਪਾਂ ਨੈਕਸਟ ਦੇਖਦੇ ਹਾਂਗੇ ਕਿ ਹਿਮਾਲਿਆ ਦੇ ਵਿੱਚ ਇੱਕ ਮਸ਼ਹੂਰ ਚਿਪਕੂ ਅੰਦੋਲਨ ਨਾਂ ਦੇ ਇੱਕ ਸਿਰਫ ਕਈ ਖੇਤਰਾਂ ਵਿੱਚ ਜੰਗਲਾਂ ਦੀ ਕਟਾਈ ਸਫਲਤਾਪੂਰਵਕ ਵਿਰੋਧ ਕੀਤਾ ਸੀਗਾ। ਮਤਲਬ ਕਿ ਕੀ ਸੀਗਾ, ਦਰੱਖਤਾਂ ਨੂੰ ਚਿਪਕ ਗਏ ਸੀਗੇ। ਸੋ ਇਹ ਜ਼ਿਆਦਾਤਰ ਕੀ ਸੀਗਾ, ਲੇਡੀਜ਼ ਨੇ ਇਹ ਚੀਜ਼ ਦਾ ਅੰਦੋਲਨ ਨੂੰ ਸਫਲਤਾਪੂਰਵਕ ਕੀਤਾ ਸੀਗਾ। ਸੋ ਇਹਨੂੰ ਇਸਤਰੀਆਂ ਦਾ ਅੰਦੋਲਨ ਵੀ ਇੱਕ ਤਰ੍ਹਾਂ ਦਾ ਕਿਹਾ ਜਾਂਦਾ ਗਾ। ਸੋ ਇਹ ਅੰਦੋਲਨ ਸੁੰਦਰ ਲਾਲ ਬਹੁਗੁਣਾ ਦੁਆਰਾ 1927 ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਅਤੇ ਬਾਅਦ ਵਿੱਚ 1973 ਦੇ ਵਿੱਚ ਇਸ ਅੰਦੋਲਨ ਨੇ ਰਫਤਾਰ ਫੜ ਲਈ ਸੀਗੀ। ਚਿਪਕੂ ਅੰਦੋਲਨ ਨੇ ਅਹਿੰਸਾ ਅਤੇ ਸੱਤਿਆਗ੍ਰਹਿ ਦੀ ਗਾਂਧੀਵਾਦੀ ਵਿਧੀ ਦਾ ਪਾਲਣ ਕੀਤਾ ਸੀਗਾ। ਸੋ ਦਰੱਖਤਾਂ ਨੂੰ ਬਚਾਇਆ ਸੀਗਾ। ਸੋ ਹੁਣ ਸੁੰਦਰ ਲਾਲ ਬਹੁਗੁਣਾ ਦੇ ਦੁਆਰਾ 1927 ਦੇ ਵਿੱਚ ਇਹ ਸ਼ੁਰੂ ਕੀਤਾ ਗਿਆ ਸੀ। ਇਹ ਚੀਜ਼ ਨੂੰ ਵੀ ਨੋਟ ਰੱਖਣਾ ਗਾ। ਹੁਣ ਇਹ ਨਹੀਂ ਹੈਗਾ ਕਿ ਇਹੀ ਨੂੰ ਪੁੱਛਣਗੇ ਕਿ ਚਿਪਕੂ ਅੰਦੋਲਨ, ਇੱਦਾਂ ਪੁੱਛਿਆ ਜਾ ਸਕਦਾ ਚਿਪਕੂ ਅੰਦੋਲਨ ਕਿਸ ਦੇ ਦੁਆਰਾ ਸਟਾਰਟ ਕੀਤਾ ਗਿਆ ਸੀਗਾ। ਆਪਸ਼ਨਾਂ ਦੇ ਦੇਣਗੇ। ਸੋ ਕਿਹਦੇ ਦੁਆਰਾ ਸਟਾਰਟ ਕੀਤਾ ਗਿਆ ਸੀਗਾ, ਸੁੰਦਰ ਲਾਲ ਬਹੁਗੁਣਾ ਦੇ ਦੁਆਰਾ ਸਟਾਰਟ ਕੀਤਾ ਗਿਆ ਸੀਗਾ। ਨੈਕਸਟ, ਕਿਹੜੇ ਉਦਯੋਗ ਵਿੱਚ ਸਥਾਨਕ ਕੱਚੇ ਮਾਲ ਦੀ ਵਰਤੋਂ ਨਾਲ ਅਤੇ ਅਰਧ ਨਿਪੁੰਨ ਮਜ਼ਦੂਰਾਂ ਨਾਲ ਉਤਪਾਦਨ ਕਰਨਾ ਅਤੇ ਸਥਾਨਕ ਖਰੀਦ ਸ਼ਕਤੀ ਨੂੰ ਵਧਾਉਣ ਨਾਲ ਜੁੜਿਆ ਹੋਇਆ ਸੀਗਾ। ਇਹ ਹੈਗਾ ਛੋਟੇ ਪੱਧਰ ਦੇ ਉਦਯੋਗ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕੀ ਸੀਗਾ, ਇਹ ਕਿਸਮ ਦੇ ਜਿਹੜੇ ਉਦਯੋਗ ਸੀਗੇ ਜੋ ਕਿ ਅਰਧ ਹੁਨਰਮੰਦ ਮਜ਼ਦੂਰ ਹੁੰਦੇ ਆ, ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ ਸੀਗਾ। ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਦੇ ਦੁਆਰਾ ਉਹ ਕੰਮ ਕਰਦੇ ਸੀ ਅਤੇ ਕੱਚੇ ਮਾਲ ਦੀ ਵਰਤੋਂ ਕਰਦੇ ਸੀ। ਵਰਕਸ਼ਾਪਾਂ ਦੇ ਵਿੱਚ ਉਤਪਾਦਨ ਤਿਆਰ ਕਰਦੇ ਸੀ। ਇਹਦੇ ਨਾਲ ਕੀ ਹੁੰਦਾ ਸੀਗਾ, ਰੁਜ਼ਗਾਰ ਮਿਲਦਾ ਸੀਗਾ ਅਤੇ ਸਥਾਨਕ ਖਰੀਦ ਸ਼ਕਤੀ ਨੂੰ ਵਧਾਉਂਦਾ ਸੀਗਾ। ਸਥਾਨਕ ਜੋ ਲੋਕਲ, ਜਦੋਂ ਚੀਜ਼ ਲੋਕਲ ਤਿਆਰ ਹੋਊਗੀ ਤਾਂ ਲੋਕਲ ਚੀਜ਼ ਉਹ ਮਿਲੂਗੀ। ਸੋ ਉਹਨਾਂ ਨੂੰ ਕੀ ਕਿਹਾ ਜਾਂਦਾ ਕਿ ਸਥਾਨਕ ਖਰੀਦ। ਮੰਨ ਕੇ ਚੱਲੋ ਤੁਹਾਡੇ ਕੋਈ ਪਿੰਡ ਸ਼ਹਿਰ ਦੇ ਵਿੱਚ ਚੀਜ਼ ਤੁਹਾਨੂੰ ਮਿਲਦੀ ਹੈ ਲੋਕਲ, ਤੁਹਾਡੇ ਨਿੱਕੀ ਜਿਹੀ ਕੋਈ ਛੋਟੀ ਜਿਹੀ ਫੈਕਟਰੀ ਹੈ, ਉੱਥੋਂ ਤੁਹਾਨੂੰ ਉਹ ਚੀਜ਼ ਮਿਲਦੀ ਹੈ। ਸੋ ਉਹ ਚੀਜ਼ਾਂ ਨੂੰ ਕੀ ਕਹਿੰਦਾ ਕਿ ਸਥਾਨਕ ਖਰੀਦ ਸ਼ਕਤੀ ਨੂੰ ਵਧਾਉਣਾ, ਛੋਟੇ ਪੱਧਰ ਦੇ ਉਦਯੋਗ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਨੈਕਸਟ ਕੀ ਹੈ, 110 ਨੰਬਰ ਹੈ। ਕਹਿੰਦਾ ਨਿਮਨਲਿਖਤ ਵਿੱਚੋਂ ਕਿਹੜੀ ਬੰਦਰਗਾਹ ਅਜਿਹੀ ਸੰਗ੍ਰਹਿ ਕਰਨ ਇਕਾਈ ਦੇ ਤੌਰ 'ਤੇ ਕੰਮ ਕਰਦੀ ਹੈ ਜਿੱਥੇ ਦੂਸਰੇ ਦੇਸ਼ਾਂ ਤੋਂ ਨਿਰਯਾਤ ਲਈ ਵਸਤਾਂ ਲਿਆਂਦੀਆਂ ਜਾਂਦੀਆਂ ਹਨ। ਉਹਨੂੰ ਕੀ ਕਿਹਾ ਜਾਂਦਾ ਗਾ। ਸੋ ਉਹਨੂੰ ਕੀ ਕਿਹਾ ਜਾਂਦਾ ਗਾ, ਐਂਟਰਪੋਰਟ ਪੋਰਟਸ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਇਹ ਕੀ ਹੁੰਦੀ ਹੈਗੀ, ਇਹ ਇੱਕ ਤਰ੍ਹਾਂ ਦਾ ਕਲੈਕਸ਼ਨ ਸੈਂਟਰ ਹੁੰਦਾ ਗਾ ਜਿੱਥੇ ਵੱਖ-ਵੱਖ ਦੇਸ਼ਾਂ ਤੋਂ ਮਾਲ ਨਿਰਯਾਤ ਕੀਤਾ ਜਾਂਦਾ ਜਾਂ ਬਰਾਮਦ ਕੀਤਾ ਜਾਂਦਾ ਗਾ, ਲਿਆਂਦਾ ਜਾਂਦਾ ਗਾ। ਸੋ ਇਹਨੂੰ ਕੀ ਕਿਹਾ ਜਾਂਦਾ ਗਾ, ਐਂਟਰਪੋਰਟ ਪੋਰਟਸ। ਹੁਣ ਸਿੰਗਾਪੁਰ ਏਸ਼ੀਆ ਦਾ ਕੀ ਹੈਗਾ, ਸਭ ਤੋਂ ਵੱਡਾ ਇੱਕ ਐਂਟਰਪੋਰਟ ਹੈਗਾ। ਮਤਲਬ ਕਿ ਇੱਕ ਪ੍ਰਸ਼ਨ ਕਈ ਵਾਰ ਪੁੱਛਿਆ ਜਾ ਸਕਦਾ ਗਾ, ਜਿਵੇਂ ਕਿ ਏਸ਼ੀਆ ਦਾ ਸਭ ਤੋਂ ਵੱਡਾ ਐਂਟਰਪੋਰਟ ਬੰਦਰਗਾਹ ਕਿਹੜਾ ਦੇਸ਼ ਹੈਗਾ। ਆਪਸ਼ਨਾਂ ਦੇ ਦੇਣਗੇ ਸਿੰਗਾਪੁਰ, ਭਾਰਤ ਜਾਂ ਚੀਨ ਜਾਂ ਪਾਕਿਸਤਾਨ। ਸੋ ਕਿਹੜਾ ਹੈਗਾ ਉਹ, ਸਿੰਗਾਪੁਰ ਐਂਟਰਪੋਰਟ ਪੋਰਟਸ। ਸੋ ਇੱਥੇ ਕੀ ਹੈਗਾ, ਸਭ ਤੋਂ ਵੱਧ ਦੇਸ਼ਾਂ ਦੀ ਕਲੈਕਸ਼ਨ, ਮਤਲਬ ਕਿ ਕਲੈਕਟ ਕੀਤਾ ਜਾਂਦਾ ਗਾ ਮਾਲ, ਇਕੱਠਾ ਹੁੰਦਾ ਗਾ, ਕਲੈਕਟ ਕੀਤਾ ਜਾਂਦਾ। ਸੋ ਉਹ ਸਿੰਗਾਪੁਰ ਦੇ ਵਿੱਚ ਕੀਤਾ ਜਾਂਦਾ ਗਾ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ।
ਨੈਕਸਟ ਮਨੁੱਖੀ ਵਿਕਾਸ ਦੀਆਂ ਪਹੁੰਚ ਵਿਧੀਆਂ ਦੇ ਸੰਦਰਭ ਵਿੱਚ ਨਿਮਨ ਲਿਖਤ ਵਿੱਚੋਂ ਕਿਹੜਾ ਕਥਨ ਗਲਤ ਹੈਗਾ। ਸੋ ਕਿਹੜਾ ਗਲਤ ਹੈਗਾ, ਉਹ ਹੈਗਾ ਆਪਸ਼ਨ ਬੀ, ਕਲਿਆਣਕਾਰੀ ਪਹੁੰਚ ਵਿਧੀ ਪ੍ਰੋਫੈਸਰ ਅਮਰਤਿਆ ਸੇਨ ਨਾਲ ਸੰਬੰਧਿਤ ਹੈ। ਸੋ ਇਹ ਕੀ ਉੱਤਰ ਗਲਤ ਹੈਗਾ। ਸੋ ਮਨੁੱਖੀ ਵਿਕਾਸ ਵਿੱਚ ਜੋ ਕਿ ਸਹੀ ਉੱਤਰ ਹੈਗੇ ਆਮਦਨ ਪਹੁੰਚ ਵਿਧੀ ਦੇ ਅਨੁਸਾਰ ਮਨੁੱਖੀ ਵਿਕਾਸ ਨੂੰ ਆਮਦਨ ਦੇ ਨਾਲ ਜੋੜ ਕੇ ਵੇਖਿਆ ਜਾਂਦਾ, ਬਿਲਕੁਲ ਸਹੀ ਹੈਗਾ। ਮੁੱਢਲੀਆਂ ਜ਼ਰੂਰਤਾਂ ਵਾਲੀਆਂ ਪਹੁੰਚ ਵਿਧੀ ਨਿਸ਼ਚਿਤ ਵਰਗਾਂ ਦੀਆਂ ਮੁੱਢਲੀਆਂ ਲੋੜਾਂ ਦੀਆਂ ਵਿਵਸਥਾ 'ਤੇ ਜ਼ੋਰ ਦਿੰਦੀ ਹੈ ਅਤੇ ਮਨੁੱਖੀ ਮਰਜ਼ੀਆਂ ਅਣਗੌਲੀਆਂ ਕੀਤੀਆਂ ਜਾਂਦੀਆਂ ਹਨ। ਜਾਂ ਕਾਬਲੀਅਤ ਪਹੁੰਚ ਵਿਧੀ ਅਨੁਸਾਰ ਮਨੁੱਖੀ ਕਾਬਲੀਅਤ ਬਣਾਉਣ ਵਿੱਚ ਸਿਹਤ, ਵਿੱਦਿਆ, ਵਸੀਲਿਆਂ ਤੱਕ ਪਹੁੰਚ ਦੇ ਖੇਤਰੀ ਮਨੁੱਖੀ ਵਿਕਾਸ ਦੇ ਵਾਧੇ ਦੀ ਕੁੰਜੀ ਹਨ। ਸੋ ਇਹ ਸਾਰੇ ਉੱਤਰ ਸਹੀ ਹਨ। ਜੋ ਇਹਦੇ ਵਿੱਚ ਗਲਤ ਉੱਤਰ ਹੈ, ਮਤਲਬ ਕਿ ਕਥਨ ਗਲਤ ਹੈਗਾ, ਆਨਸਰ ਸਹੀ ਹੈ ਉਹ ਹੈ ਆਪਸ਼ਨ ਬੀ। ਨੈਕਸਟ ਨੈਕਸਟ ਕੀ ਹੈ, ਕਹਿੰਦਾ ਨਿਮਨ ਲਿਖਤ ਵਿੱਚੋਂ ਕਿਹੜੀ ਲੋਹਮਈ ਖਣਿਜ ਹੈ। ਸੋ ਕਿਹੜਾ ਮਿਨਰਲ ਹੈਗਾ ਜੋ ਲੋਹਮਈ ਹੈਗਾ, ਮੀਨਜ਼ ਲੋਹੇ ਵਾਲਾ ਹੈਗਾ, ਉਹ ਹੈਗਾ ਮੈਗਨੀਜ਼। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਮਤਲਬ ਕਿ ਲੋਹਾ, ਨਿਕਲ, ਕ੍ਰੋਮਾਮਾਈਟ ਇਹ ਸਾਰੇ ਕੀ ਹੈਗੇ, ਖਣਿਜ ਹੈਗੇ, ਲੋਹਮਈ ਖਣਿਜ ਹੈਗੇ। ਹੋਰ ਧਾਤਾਂ ਵੀ ਇਹਨਾਂ ਜਿਵੇਂ ਕਿ ਸੋਨਾ, ਚਾਂਦੀ, ਤਾਂਬਾ, ਇਹ ਇਹਨਾਂ ਤੋਂ ਲੋਹਮਈ ਖਣਿਜਾਂ ਤੋਂ ਵੱਖਰੀਆਂ ਹਨ। ਕਈ ਵਾਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਲੋਹਮਈ ਖਣਿਜ ਨਹੀਂ ਹੈਗੀ, ਜਿਵੇਂ ਕਿ ਕਹਿ ਲਓ ਸੋਨਾ, ਚਾਂਦੀ, ਤਾਂ ਇਹਦੇ ਵਿੱਚ ਆਪਸ਼ਨਾਂ ਦੇ ਦੇਣਗੇ ਅਬਰਕ, ਮੈਗਨੀਜ਼, ਜਿਪਸਮ ਅਤੇ ਸੋਨਾ। ਹੁਣ ਪ੍ਰਸ਼ਨ ਨੇ ਐਗਜ਼ਾਮੀਨਰ ਨੇ ਪੁੱਛ ਲਿਆ ਕਿਹੜਾ ਲੋਹਮਈ ਖਣਿਜ ਨਹੀਂ ਹੈ। ਸੋ ਅਬਰਿਕ ਹੋ ਗਈ, ਮੈਗਨੀਜ਼ ਹੋ ਗਈ, ਜਿਪਸਮ ਹੋ ਗਈ, ਇਹ ਕਿਹੜੀਆਂ ਹੋ ਗਈਆਂ। ਇਹਦੇ ਵਿੱਚੋਂ ਸੋਨਾ ਕੀ ਹੈਗਾ ਜੋ ਕਿ ਲੋਹਮਈ ਖਣਿਜ ਨਹੀਂ ਹੈਗੀ ਗੀ। ਸੋ ਕਿਹੜੀ ਕਿਹੜੀ ਹੈਗੀ, ਨਿਕਲ ਵੀ ਹੈਗਾ, ਆਪਸ਼ਨ 'ਚ ਦੇ ਦੇਣਗੇ ਮੈਗਨੀਜ਼, ਨਿਕਲ, ਲੋਹਾ, ਮੈਗਨੀਜ਼ ਅਤੇ ਸੋਨਾ। ਸੋ ਇਹਦੇ ਵਿੱਚੋਂ ਕੀ ਹੈ ਜਿਹੜੀ ਨਹੀਂ ਹੋਊਗੀ ਉਹ ਹੋਊਗੀ ਸੋਨਾ। ਨੈਕਸਟ ਨਿਮਨ ਲਿਖਤ ਵਿੱਚੋਂ ਕਿਹੜਾ ਵਾਤਾਵਰਨ ਉਪਯੋਗੀ ਸਵੈ ਚਾਲਕ ਵਾਹਨਾਂ ਦਾ ਈਂਧਨ ਹੈ ਜੋ ਕਿ ਘੱਟ ਪ੍ਰਦੂਸ਼ਣ ਕਰਦਾ ਹੈਗਾ। ਸੋ ਪੈਟਰੋਲੀਅਮ ਕਰਦਾ ਕਿ ਨਹੀਂ ਕਰਦਾ ਗਾ ਪ੍ਰਦੂਸ਼ਣ, ਇਹ ਆਪਾਂ ਨੂੰ ਵੀ ਪਤਾ ਹੀ ਆ, ਬਿਲਕੁਲ ਉਹ ਕਰਦਾ ਗਾ। ਡੀਜ਼ਲ ਵੀ ਕਰਦਾ ਗਾ, ਕੋਲਾ ਵੀ ਜਦੋਂ ਕੋਲੇ ਨੂੰ ਬਾਲਦੇ ਹਾਂ ਕਿੰਨਾ ਪੋਲਿਊਸ਼ਨ ਕਰਦਾ। ਸੋ ਕਿਹੜਾ ਨਹੀਂ ਕਰਦਾ ਗਾ, ਨੈਚੁਰਲ ਗੈਸ, ਕੰਪਰੈਸ ਕੀਤੀ ਹੋਈ ਕੁਦਰਤੀ ਗੈਸ, ਇਹ ਕੀ ਹੈਗਾ ਕੋਈ ਵੀ ਪੋਲਿਊਸ਼ਨ ਨਹੀਂ ਕਰਦੀ। ਸੋ ਉੱਤਰ ਸੀ ਇਜ਼ ਦਾ ਰਾਈਟ ਆਨਸਰ। ਦੇਖੋ ਕਿੰਨਾ ਸੌਖਾ ਉੱਤਰ ਹੈਗਾ, 1 ਨੰਬਰ ਬਿਲਕੁਲ ਇਹ ਫ੍ਰੀ ਦਾ ਨੰਬਰ ਹੈਗਾ। ਨੈਕਸਟ ਭਾਰਤ ਵਿੱਚ ਭੂ ਥਰਮਲ ਪਲਾਂਟ ਕਿੱਥੇ ਸਥਿਤ ਹਨ। ਕਰਨਾਟਕ ਵਿੱਚ ਕਾਇਕਾ, ਲਦਾਖ ਵਿੱਚ ਪੂਗਾ ਨਦੀ, ਤਾਮਿਲਨਾਡੂ ਵਿੱਚ ਕਲਪੱਕਮ ਜਾਂ ਉੱਤਰ ਪ੍ਰਦੇਸ਼ ਵਿੱਚ ਨਰੋੜਾ। ਸੋ ਇਹ ਜੋ ਭੂ ਥਰਮਲ ਪਲਾਂਟ ਸਥਿਤ ਹਨ ਇਹ ਹਨ ਲਦਾਖ ਵਿੱਚ ਪੂਗਾ ਨਦੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਨੈਕਸਟ ਕਹਿੰਦਾ ਕਿਸ ਕਿਸਮ ਦੀ ਖੇਤੀ ਵਿੱਚ ਜ਼ਮੀਨ ਨੂੰ ਭੋਜਨ ਅਤੇ ਜਾਨਵਰਾਂ ਦੇ ਚਾਰਿਆਂ ਵਾਲੀਆਂ ਫਸਲਾਂ ਉਗਾਉਣ ਅਤੇ ਡੰਗਰ ਚਰਾਉਣ ਲਈ ਵਰਤਿਆ ਜਾਂਦਾ ਗਾ। ਸੋ ਇਹਦੀਆਂ ਵੀਡੀਓ ਵੀ ਮੈਂ ਅਪਲੋਡ ਕੀਤੀਆਂ ਹੋਈਆਂ ਗਾ, ਤੁਸੀਂ ਉੱਥੇ ਦੇਖਣਾ, ਕਿਉਂਕਿ ਇਹਦੇ ਵਿੱਚੋਂ 2 ਤੋਂ 3 ਪ੍ਰਸ਼ਨ ਜ਼ਰੂਰ ਬਣਦੇ ਹੀ ਬਣਦੇ ਆ। ਪੂਰੀ ਡਿਟੇਲ ਦੇ ਨਾਲ ਸਮਝਾਇਆ ਹੋਇਆ, ਐਕਸਪਲੇਨੇਸ਼ਨ ਕਰਕੇ ਪੂਰਾ ਐਕਸਪਲੇਨ ਕੀਤਾ ਹੋਇਆ ਪੂਰੇ ਟੌਪਿਕ ਨੂੰ। ਸੋ ਤੁਸੀਂ ਉੱਥੇ ਵੀ ਦੇਖ ਸਕਦੇ ਹੋ, ਕਿਉਂਕਿ ਜ਼ਰੂਰੀ ਇਸ ਦੇ ਵਿੱਚੋਂ ਹੋਰ ਵੀ ਬਹੁਤ ਸਾਰੇ ਪ੍ਰਸ਼ਨ ਬਣਦੇ ਹੈਗੇ। ਸੋ ਕਿਹੜੀ ਹੈ ਇਹ ਜੋ ਕਿ ਕਿਸ ਕਿਸਮ ਦੀ ਖੇਤੀ ਆ, ਇਹਨੂੰ ਭੋਜਨ ਅਤੇ ਜਾਨਵਰਾਂ ਦੇ ਚਾਰੇ ਵਾਲੀਆਂ ਫਸਲਾਂ ਨੂੰ ਉਗਾਉਣ ਅਤੇ ਡੰਗਰ ਚਰਾਉਣ ਲਈ ਵਰਤਿਆ ਜਾਂਦਾ, ਮੀਨਜ਼ ਹਰ ਇੱਕ ਚੀਜ਼ ਲਈ ਵਰਤਿਆ ਜਾਂਦਾ ਗਾ, ਉਹਨੂੰ ਬੋਲਦੇ ਹੈਗੇ ਰਲੀ ਮਿਲੀ ਖੇਤੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਮਤਲਬ ਕਿ ਜ਼ਮੀਨ ਨੂੰ ਭੋਜਨ, ਜਾਨਵਰਾਂ ਦੇ ਚਾਰੇ ਲਈ, ਫਸਲਾਂ ਉਗਾਉਣ ਲਈ ਵੀ, ਡੰਗਰ ਚਰਾਉਣ ਲਈ ਵੀ ਵਰਤਿਆ ਜਾਂਦਾ ਗਾ, ਜਿਹੜੀ ਕਿ ਰਲੀ ਮਿਲੀ ਖੇਤੀ ਹੁੰਦੀ ਹੈਗੀ, ਮਿਕਸਡ ਫਾਰਮਿੰਗ ਹੁੰਦੀ ਹੈਗੀ। ਪੂਰਾ ਉੱਥੇ ਡਿਟੇਲ ਦੇ ਨਾਲ ਵਿਦ ਪਿਕਚਰਸ ਦੇ ਨਾਲ ਇਹ ਚੀਜ਼ ਨੂੰ ਮੇਰਾ ਸਮਝਾਇਆ ਹੋਇਆ ਹੈਗਾ, ਤੁਸੀਂ ਵੀਡੀਓ ਨੂੰ ਜਾ ਕੇ ਦੇਖ ਸਕਦੇ ਹੋਗੇ। ਨੈਕਸਟ ਬਦਲਵੀਂ ਖੇਤੀ, ਜਿਹਨੂੰ ਸ਼ਿਫਟਿੰਗ ਖੇਤੀ ਕਹਿੰਦੇ ਹੈਗੇ, ਦੇ ਮੁੱਖ ਲੱਛਣ ਕੀ ਹੁੰਦੇ ਹੈਗੇ। ਸੋ ਇਹ ਖੇਤੀ ਦੇ ਮੁੱਖ ਲੱਛਣ, ਪਹਿਲਾਂ ਤਾਂ ਬਦਲਵੀਂ ਖੇਤੀ ਕੀ ਹੁੰਦੀ, ਇਹਨੂੰ ਝੂਮ ਖੇਤੀ ਵੀ ਕਿਹਾ ਜਾਂਦਾ ਗਾ। ਸੋ ਇਹ ਖੇਤੀ ਕੀ ਹੁੰਦੀ ਹੈਗੀ, ਪਹਿਲਾਂ ਤਾਂ ਇਹਦੀ ਆਪਾਂ ਦੇਖਦੇ ਹਾਂਗੇ, ਇਹ ਰੁੱਖਾਂ ਨੂੰ ਕੱਟ ਕੇ ਸਾੜ ਕੇ ਜ਼ਮੀਨ ਦਾ ਇੱਕ ਟੁਕੜਾ ਸਾਫ਼ ਕੀਤਾ ਜਾਂਦਾ ਗਾ।
ਇਸ ਕਿਸਮ ਦੀ ਖੇਤੀ ਜ਼ਿਆਦਾਤਰ ਮਾਨਸੂਨ ਦੀ ਅਨੁਕੂਲਤਾ, ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਅਤੇ ਹੋਰ ਵਾਤਾਵਰਨਿਕ ਸਥਿਤੀਆਂ 'ਤੇ ਨਿਰਭਰ ਕਰਦੀ ਹੈਗੀ। ਪ੍ਰਤੀ ਹੈਕਟੇਅਰ ਉਤਪਾਦਨ ਬਹੁਤ ਘੱਟ ਹੈ ਕਿਉਂਕਿ ਕਿਸਾਨ ਖਾਦਾਂ ਜਾਂ ਹੋਰ ਆਧੁਨਿਕ ਤਕਨੀਕਾਂ ਦੀ ਵਰਤੋਂ ਇੱਥੇ ਨਹੀਂ ਕਰ ਸਕਦੇ। 2-3 ਸਾਲਾਂ ਬਾਅਦ ਜ਼ਮੀਨ ਦਾ ਉਹ ਟੁਕੜਾ ਛੱਡ ਦਿੱਤਾ ਜਾਂਦਾ ਕਿਉਂਕਿ ਮਿੱਟੀ ਦੀ ਕਟੌਤੀ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਕਮੀ ਕਾਰਨ ਉਤਪਾਦਨ ਵੀ ਘਟਦਾ ਗਾ। ਸੋ ਰੁੱਖਾਂ ਨੂੰ ਕੱਟ ਕੇ ਸਾੜ ਕੇ ਜ਼ਮੀਨ ਦਾ ਇੱਕ ਸਾਫ਼ ਕੀਤਾ ਟੁਕੜਾ ਹੁੰਦਾ ਗਾ। ਇਹ ਸਾਰੀਆਂ ਕਿਸ ਕਿਸਮ ਦੀ ਮਾਨਸੂਨ ਦੀ ਅਨੁਕੂਲਤਾ ਦੇ ਅਨੁਸਾਰ ਸਥਿਤੀਆਂ 'ਤੇ ਨਿਰਭਰ ਕਰਦਾ ਗਾ। ਸੋ ਹੁਣ ਆਪਾਂ ਦੇਖਦੇ ਹਾਂਗੇ ਕਿ ਇਹਦੇ ਵਿੱਚ ਕੀ ਸੀਗਾ ਬਦਲਵੀਂ ਖੇਤੀ ਦੇ ਵਿੱਚ। ਇਹ ਭਾਰੀ ਬਾਰਿਸ਼ਾਂ ਅਤੇ ਬਹੁਤ ਜਲਦੀ ਮੁੜ ਤਿਆਰ ਹੋਣ ਜਾਣ ਵਾਲੇ ਇਲਾਕਿਆਂ ਵਿੱਚ ਹੁੰਦੀ ਹੈ। ਰੁੱਖਾਂ ਨੂੰ ਕੱਟ ਅਤੇ ਸਾੜ ਕੇ ਤਿਆਰ ਕੀਤਾ ਜਾਂਦਾ। ਸਵਾਹ ਨੂੰ ਮਿੱਟੀ ਵਿੱਚ ਰਲਾਇਆ ਜਾਂਦਾ। ਇੱਕੋ ਪਲਾਟ ਵਿੱਚ ਇੱਕ ਸਾਲ ਵਿੱਚ ਇੱਕ ਤੋਂ ਵੱਧ ਫਸਲਾਂ ਬੀਜੀਆਂ ਜਾਂਦੀਆਂ ਹਨ। ਸੋ ਕੀ ਸੀਗਾ ਆਪਾਂ ਪੜ੍ਹਿਆ ਵੀ ਕੀ ਸੀਗਾ, ਇਹਦਾ ਸਹੀ ਉੱਤਰ ਕੀ ਬਣ ਜੂਗਾ, ਪਹਿਲਾ, ਦੂਜਾ ਅਤੇ ਤੀਜਾ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇੱਕ ਪਲਾਟ ਵਿੱਚ ਸਾਲ ਵਿੱਚ ਇੱਕ ਤੋਂ ਵੱਧ ਫਸਲਾਂ ਬੀਜੀਆਂ ਜਾਂਦੀਆਂ ਹਨ। ਇਹ ਬਿਲਕੁਲ ਗਲਤ ਆ ਕਿਉਂਕਿ ਸਵਾਹ ਨੂੰ ਕੱਟ ਕੇ ਰਲਾਇਆ ਜਾਂਦਾ। ਇਹਦੇ ਵਿੱਚ ਰੁੱਖਾਂ ਨੂੰ ਕੱਟ ਕੇ ਸਾੜ ਕੇ ਜ਼ਮੀਨ ਨੂੰ ਤਿਆਰ ਕੀਤਾ ਜਾਂਦਾ ਗਾ। ਭਾਰੀ ਬਾਰਿਸ਼ਾਂ ਅਤੇ ਬਹੁਤ ਜਲਦੀ ਮੁੜ ਤਿਆਰ ਹੋ ਜਾਣ ਵਾਲੇ ਇਲਾਕਿਆਂ ਵਿੱਚ ਇਹ ਹੁੰਦੀ ਹੈਗੀ। ਤਿੰਨੋਂ ਆਨਸਰ ਇਹਦੇ ਸਹੀ ਹੈਗੇ, 1, 2 ਅਤੇ 3। ਨੈਕਸਟ, ਨਿਮਨਲਿਖਤ ਵਿੱਚੋਂ ਕਿਹੜਾ ਸਾਂਝ ਭਿਆਲੀ ਵਾਲਾ ਉਦਯੋਗ ਹੈਗਾ? ਮਾਰੂਤੀ ਉਦਯੋਗ ਲਿਮਟਿਡ, ਹਿੰਦੁਸਤਾਨ ਔਰ ਟੈਕਸ ਲਿਮਟਿਡ, ਆਨੰਦ ਮਿਲਕ ਯੂਨੀਅਨ ਲਿਮਟਿਡ ਜਾਂ ਸੁਧਾ ਡੇਅਰੀ। ਸੋ ਇਹਦਾ ਜੋ ਸਹੀ ਉੱਤਰ ਹੈਗਾ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਮਤਲਬ ਕਿ ਕੀ ਹੈਗਾ, ਜੁਆਇੰਟ ਸੈਕਟਰ ਇੰਡਸਟਰੀ ਕੀ ਹੈਗੀ? ਇਹ ਉਹ ਇੰਡਸਟਰੀ ਹੁੰਦੀ ਹੈਗੀ ਜਿੱਥੇ ਕੋਈ ਨਿੱਜੀ ਫਰਮਾਂ ਅਤੇ ਸਰਕਾਰੀ ਏਜੰਸੀਆਂ ਸਾਂਝੇ ਤੌਰ 'ਤੇ ਕੋਈ ਵੀ ਆਪਦੀ ਮਲਕੀਅਤ ਕਹਿ ਲਓ, ਮਾਲਕਾਨਾ ਕਹਿ ਲਓ ਜਾਂ ਪ੍ਰਬੰਧ ਨੂੰ ਕਰਦੇ ਹੈਗੇ। ਹੁਣ ਜਿਵੇਂ ਕਿ ਇੱਕ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ ਗਾ, ਓਇਲ ਇੰਡੀਆ। ਤੁਸੀਂ ਦੇਖੋ ਉਹ ਇੱਕ ਪੰਪ ਨਿੱਜੀ ਬੰਦੇ ਦਾ ਹੁੰਦਾ ਗਾ, ਪਰ ਆਉਂਦਾ ਕਿੱਥੋਂ ਹੈਗਾ? ਤੇਲ ਕਿਹੜਾ ਆਉਂਦਾ ਗਾ? ਸਰਕਾਰੀ ਆਉਂਦਾ ਗਾ। ਸੋ ਇਹਦੇ ਨਾਲ ਕੀ ਹੈ, ਸਰਕਾਰੀ ਏਜੰਸੀ ਵੀ ਰਲੀ ਹੋਈ ਹੈਗੀ ਅਤੇ ਇੱਕ ਨਿੱਜੀ ਫਰਮ ਵੀ ਬੰਦੇ ਦੀ ਰਲੀ ਹੋਈ ਆ। ਹੁਣ ਇੱਥੇ ਓਇਲ ਇੰਡੀਆ ਵੀ ਦੇ ਸਕਦੇ ਸੀ ਆਪਸ਼ਨ ਦੇ ਵਿੱਚ, ਮਾਰੂਤੀ ਉਦਯੋਗ ਲਿਮਟਿਡ ਨਾ ਦੇ ਕੇ। ਸੋ ਇਸ ਚੀਜ਼ ਨੂੰ ਸਮਝੋ, ਜੋ ਜੁਆਇੰਟ ਸੈਕਟਰ ਇੰਡਸਟਰੀ ਹੁੰਦੀ ਹੈਗੀ ਉਹ ਹੁੰਦੀ ਹੈਗੀ ਇੱਕ ਨਿੱਜੀ ਬੰਦੇ ਅਤੇ ਸਰਕਾਰ ਦੋਨੇ ਮਿਲ ਕੇ ਇਸ ਚੀਜ਼ ਨੂੰ ਚਲਾਉਂਦੇ ਹੈਗੇ। ਜਿਵੇਂ ਕਿ ਹੁਣ ਡੇਅਰੀ ਹੈਗੀ, ਸੁਧਾ ਡੇਅਰੀ ਆਪਸ਼ਨ ਦੇ ਵਿੱਚ ਦਿੱਤਾ ਹੋਇਆ ਹੈਗਾ। ਇਹ ਕੀ ਹੈਗੇ, ਇੱਕ ਕੋਆਪਰੇਟਿਵ ਆ ਗਈ। ਮਤਲਬ ਕਿ ਕੀ ਹੈਗਾ, ਜਿੱਥੇ ਮਿਲ ਕੇ ਇਹ ਚੀਜ਼ ਨੂੰ ਸਹਿਕਾਰੀ ਚੀਜ਼ਾਂ ਚਲਾਉਂਦੇ ਹੈਗੇ। ਮਤਲਬ ਕਿ ਡੇਅਰੀ ਤੁਸੀਂ ਦੇਖੋ, ਇੱਕ ਸਾਰੇ ਕਿੰਨੇ ਲੋਕ ਮਿਲ ਕੇ ਉੱਥੇ ਦੁੱਧ ਪਾ ਕੇ ਆਉਂਦੇ ਹੈਗੇ। ਉਹ ਚੀਜ਼ ਇੱਕ ਕੋਆਪਰੇਟਿਵ ਚੀਜ਼ ਹੋ ਗਈ। ਇਹਦਾ ਮਤਲਬ ਇਹ ਹੁੰਦਾ ਹੈਗਾ ਕਿ ਕੁਝ ਲੋਕ ਮਿਲ ਕੇ ਜੇ ਚੀਜ਼ ਨੂੰ ਚਲਾਉਂਦੇ ਹੈਗੇ ਉਹਨੂੰ ਕਿਹਾ ਜਾਂਦਾ ਹੈਗਾ, ਉਹ ਚੀਜ਼ ਕੀ ਹੁੰਦੀ ਹੈਗੀ, ਕੋਆਪਰੇਟਿਵ ਚੀਜ਼ 'ਚ ਆ ਜਾਂਦੀ ਹੈਗੀ। ਮੀਨਜ਼ ਲਾਈਕ ਸੁਧਾ ਡੇਅਰੀ। ਸੋ ਇਹ ਚੀਜ਼ ਧਿਆਨ ਦੇ ਵਿੱਚ ਦੇਖਣੀ ਹੈਗੀ ਕਿ ਜੁਆਇੰਟ ਸੈਕਟਰ ਇੰਡਸਟਰੀ ਕਿਹੜੀ ਹੈਗੀ। ਇਹ ਹੈਗੀ ਮਾਰੂਤੀ ਉਦਯੋਗ ਲਿਮਟਿਡ, ਜੋ ਕਿ ਸਰਕਾਰੀ ਏਜੰਸੀਆਂ ਅਤੇ ਨਿੱਜੀ ਬੰਦਾ ਆਪਦੀ ਫਰਮ ਦੋਨੇ ਮਿਲ ਕੇ ਚਲਾਉਂਦੇ। ਜਦੋਂ ਜੁਆਇੰਟ ਕਰਕੇ ਚਲਾਉਂਦੇ ਆ ਸੋ ਉਹਨੂੰ ਬੋਲਿਆ ਜਾਂਦਾ ਜੁਆਇੰਟ ਸੈਕਟਰ ਇੰਡਸਟਰੀ। ਸੋ ਕਿਸੇ ਮੁਲਕ ਦੀ ਵਸੋਂ ਦਾ ਉਹ ਜਨਸੰਖਿਆ ਪਿਰਾਮਿਡ ਕੀ ਹੁੰਦਾ ਗਾ, ਜਿਹੜਾ ਕਿ ਆਪਣੇ ਆਧਾਰ ਤੋਂ ਚੌੜਾ ਹੋਵੇ ਪਰ ਸਿਖਰ 'ਤੇ ਜਾ ਕੇ ਸੁੰਗੜ ਜਾਂਦਾ ਗਾ। ਸੋ ਇਹਦਾ ਸਹੀ ਉੱਤਰ ਕੀ ਹੈਗਾ, ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਉਹ ਦੇਸ਼ ਜਿਸ ਵਿੱਚ ਜਨਮ ਦਰ ਅਤੇ ਮੌਤ ਦਰ ਦੋਵੇਂ ਵੱਧ ਹੋਵੇ, ਉਹ ਕੀ ਹੈ, ਜਨਮ ਸੰਖਿਆ ਦੀ ਪਿਰਾਮਿਡ ਨੂੰ ਦਰਸਾਉਂਦਾ ਗਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕਹਿੰਦਾ, ਨਿਮਨਲਿਖਤ ਵਿੱਚੋਂ ਕਿਹੜਾ ਕਥਨ ਧਰਤੀ ਦੀ ਟੌਰਿਡ ਜ਼ੋਨ ਨੂੰ ਦਰਸਾਉਂਦਾ ਗਾ? ਸੋ ਇਹਦਾ ਕੀ ਹੈਗਾ, ਇਹਦਾ ਮੈਂ ਸਿੱਧਾ ਬਿਲਕੁਲ ਆਨਸਰ ਹੀ ਦੱਸੂਗਾ, ਫਿਰ ਸਮਝਾਉਣਾ ਗਾ, ਕਿਉਂਕਿ ਇਹਦਾ ਆਨਸਰ ਹੈਗਾ ਆਪਸ਼ਨ ਏ ਇਸ ਦਾ ਰਾਈਟ ਆਨਸਰ। ਸੂਰਜ ਸਾਲ ਵਿੱਚ ਘੱਟੋ ਘੱਟ ਇੱਕ ਵਾਰੀ ਦੁਪਹਿਰ ਵੇਲੇ ਕਰਕ ਰੇਖਾ ਅਤੇ ਤਪਤ ਰੇਖਾ ਅਤੇ ਮਕਰ ਰੇਖਾ ਤਪਤ ਰੇਖਾ ਦੇ ਵਿਚਕਾਰ, ਤੁਸੀਂ ਛੱਡੋ ਉਹਨੂੰ, ਇਹਨੂੰ ਤੁਹਾਨੂੰ ਵੈਸੇ ਹੀ ਦੱਸ ਦੇਣਾ ਗਾ। ਲਾਈਕ ਇਹ ਆਪਣਾ ਕੀ ਹੈਗਾ, ਧਰਤੀ ਹੈਗੀ। ਇਹਦੇ ਕੀ ਹੈਗਾ ਇੱਥੇ 0 ਡਿਗਰੀ 'ਤੇ ਭੂ ਮੱਧ ਰੇਖਾ।
ਜਿਹਨੂੰ ਆਪਾਂ ਜਿਹੜੇ ਕਿ ਧਰਤੀ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਦੀ ਹੈ, ਇਕੁਏਟਰ। ਸੋ ਇਹ ਆ ਗਈ ਭੂ ਮੱਧ ਰੇਖਾ। ਉੱਤਰ ਆ ਗਿਆ, ਦੱਖਣ ਆ ਗਿਆ, ਪੱਛਮ ਆ ਗਿਆ ਅਤੇ ਪੂਰਬ ਆ ਗਿਆ। ਇਹ ਤੁਹਾਨੂੰ ਜਾਣਕਾਰੀ ਇਹ ਚੀਜ਼ ਬਾਰੇ ਹੋਣੀ ਚਾਹੀਦੀ ਹੈਗੀ। ਸੋ ਧਰਤੀ ਨੂੰ ਦੋ ਹਿੱਸਿਆਂ ਦੇ ਵਿੱਚ ਕਿਹੜੀ ਵੰਡਦੀ ਹੈ? ਉਹ ਵੰਡਦੀ ਹੈਗੀ ਭੂ ਮੱਧ ਰੇਖਾ, ਜਿਹੜੀ ਕਿ 0 ਡਿਗਰੀ 'ਤੇ ਸਥਿਤ ਹੈਗੀ। ਸੋ ਉੱਤਰ ਦੇ ਵਿੱਚ ਕਿਹੜੀ ਹੈਗੀ? ਕਰਕ ਰੇਖਾ, ਜਿਹੜੀ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਦੀ ਹੈਗੀ। ਸੋ ਮਕਰ ਰੇਖਾ ਨੀਚੇ ਕਿਹੜੀ ਹੈਗੀ? ਦੱਖਣ ਦੇ ਵਿੱਚ ਮਕਰ ਰੇਖਾ। ਇਹ ਪੱਛਮ ਤੋਂ ਪੂਰਬ ਵੱਲ ਖਿੱਚੀਆਂ ਹੋਈਆਂ ਇੱਕ ਲਾਈਨਾਂ ਕਹਿ ਲਓ ਜਾਂ ਰੇਖਾਵਾਂ ਹਨ। ਸੋ ਇਹ ਤਿੰਨ ਆ ਗਈਆਂ, ਉੱਤਰ ਦੇ ਵਿੱਚ ਕਰਕ ਰੇਖਾ, ਦੱਖਣ ਦੇ ਵਿੱਚ ਮਕਰ ਰੇਖਾ। ਸੋ ਜਿਹੜੀ ਪੱਛਮ ਤੋਂ ਪੂਰਬ ਬਿਲਕੁਲ ਵਿਚਾਲੇ ਉਹ ਹੈਗੀ ਭੂ ਮੱਧ ਰੇਖਾ, ਜਿਹੜੀ 0 ਡਿਗਰੀ 'ਤੇ ਸਥਿਤ ਹੈਗੀ। ਇਹ ਸਾਰੀਆਂ 23.5 ਡਿਗਰੀ 'ਤੇ ਝੁਕੀਆਂ ਹੋਈਆਂ ਹਨ। ਕਰਕ ਰੇਖਾ ਭੂ ਮੱਧ ਰੇਖਾ ਤੋਂ ਵੀ, ਕਰਕ ਰੇਖਾ ਅਤੇ ਭੂ ਮੱਧ ਰੇਖਾ ਤੋਂ ਮਕਰ ਰੇਖਾ। ਹੁਣ ਇਹਨਾਂ ਨੇ ਪੁੱਛਿਆ ਸੀਗਾ ਧਰਤੀ ਦੇ ਟੋਰੈਂਟ ਜ਼ੋਨ ਨੂੰ ਕੀ ਦਰਸਾਉਂਦਾ ਗਾ? ਕੀ ਦਰਸਾਉਂਦਾ ਗਾ? ਟੋਰੈਂਟ ਦਾ ਮਤਲਬ ਹੁੰਦਾ ਗਾ ਆਮ ਤੌਰ 'ਤੇ ਕੀ ਹੁੰਦਾ ਗਾ? ਭੂ ਮੱਧ ਰੇਖਾ ਦੇ ਨੇੜੇ ਹੈਗੇ ਦੇ ਖੇਤਰ ਨੂੰ ਦਰਸਾਉਂਦਾ ਗਾ। ਇਹ ਗਰਮ ਖੇਤਰ ਆਮ ਤੌਰ 'ਤੇ ਕੀ ਹੈਗਾ? ਇਹ ਚੀਜ਼ ਇੱਕ ਗਰਮ ਹੁੰਦੀ ਹੈ। ਇੱਥੇ ਲਾ ਲਓ ਸੂਰਜ, ਇਹ ਸੂਰਜ ਦੀ ਸਿੱਧੀ ਰੌਸ਼ਨੀ ਇੱਥੇ ਪੈਂਦੀ ਹੈਗੀ। ਮਤਲਬ ਹੈ ਕਿ ਕੀ ਹੈਗੀ? ਭੂ ਮੱਧ ਰੇਖਾ 'ਤੇ ਪੈਂਦੀ ਹੈਗੀ। ਇੱਥੇ ਕੀ ਹੈਗਾ? ਇਹਨਾਂ ਦੋਨਾਂ ਦੇ ਵਿਚਕਾਰ ਇੱਕ ਗਰਮੀ ਪੈਦਾ ਹੁੰਦੀ ਹੈ। ਸੋ ਇਸ ਚੀਜ਼ ਨੂੰ ਹੀ ਕੀ ਬੋਲਿਆ ਜਾਂਦਾ? ਟੋਰੈਂਟ ਜ਼ੋਨ ਬੋਲਿਆ ਜਾਂਦਾ ਹੈਗਾ, ਜਿੱਥੇ ਗਰਮੀ ਬਹੁਤ ਜ਼ਿਆਦਾ ਇੱਕਦਮ ਪੈਦਾ ਹੋ ਜਾਂਦੀ ਹੈਗੀ। ਸੂਰਜ ਦੇ ਦੁਆਰਾ ਰੌਸ਼ਨੀ ਜਦੋਂ ਪੈਂਦੀ ਇੱਥੇ ਤਾਂ ਇਹ ਗਰਮੀ ਪੈਦਾ ਹੋ ਜਾਂਦੀ, ਇਹਨੂੰ ਬੋਲਿਆ ਜਾਂਦਾ ਹੈਗਾ ਟੋਰੈਂਟ ਜ਼ੋਨ। ਸੋ ਆਹ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਇੱਕ ਵੀਡੀਓ ਦੇ ਵਿੱਚ ਜਦੋਂ ਜੀਓਗ੍ਰਾਫੀ ਦੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਊਂਗਾ ਕਿ ਕਿਹੜੀ ਡਿਗਰੀ 'ਤੇ ਝੁਕੀ ਹੁੰਦੀ ਹੈਗੀ, ਕਿਹੜੀ ਭਾਰਤ ਨੂੰ ਦੋ ਹਿੱਸਿਆਂ 'ਚ ਵੰਡਦੀ ਹੈਗੀ। ਇਹ ਵੀ ਪੇਪਰ ਦੇ ਵਿੱਚ ਪ੍ਰਸ਼ਨ ਪੁੱਛੇ ਜਾਂਦੇ ਹਨ। ਤੁਹਾਡਾ ਇੱਕ ਨੰਬਰ ਪੂਰੀ ਚੰਗੀ ਤਰ੍ਹਾਂ ਜਿਹਨੂੰ ਕਹਿੰਦੇ ਹੁੰਦੇ ਕਿ ਟਿਪਸ 'ਤੇ ਕਰਵਾ ਦਿੱਤਾ ਜਾਊਗਾ। ਸੋ ਇੱਥੇ ਤੁਸੀਂ ਛੋਟੀ ਜਿਹੀ ਸਮਝੋ, ਪੂਰਾ ਡਿਟੇਲ ਦੇ ਵਿੱਚ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਮਝਾ ਦਿੱਤਾ ਜਾਊਗਾ। ਨੈਕਸਟ, ਧਰਤੀ ਦੀ ਪੇਪੜੀ ਧਰਤੀ ਦੀ ਪੇਪੜੀ ਵਿੱਚ ਕਿਹੜੇ ਖਣਿਜ ਪਾਏ ਜਾਂਦੇ ਹੈਗੇ? ਸਿਲੀਕਾ ਅਤੇ ਐਲੂਮੀਨੀਅਮ, ਬਾਸਲਟ ਅਤੇ ਨਿੱਕਲ, ਲੋਹਾ ਅਤੇ ਨਿੱਕਲ ਜਾਂ ਮੈਗਨੀਸ਼ੀਅਮ ਅਤੇ ਬਾਸਾਲਟ। ਸੋ ਧਰਤੀ ਦੀ ਜੋ ਕਿ ਪੇਪੜੀ ਦੇ ਵਿੱਚ ਪਾਏ ਜਾਂਦੇ ਹੈਗੇ ਸਿਲੀਕਾ ਅਤੇ ਐਲੂਮੀਨੀਅਮ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਇਕਾਤਮਕ ਸਰਕਾਰ ਦੇ ਸੰਦਰਭ ਵਿੱਚ ਨਿਮਨਲਿਖਤ ਵਿੱਚੋਂ ਕਿਹੜਾ ਗਲਤ ਹੈਗਾ? ਸੋ ਕਿਹੜਾ ਗਲਤ ਹੈਗਾ ਇਹਨਾਂ ਦੇ ਵਿੱਚੋਂ? ਜਾਂ ਤਾਂ ਸਰਕਾਰ ਦਾ ਇੱਕੋ ਪੱਧਰ ਹੁੰਦਾ ਗਾ, ਜਾਂ ਲਘੂ ਇਕਾਈਆਂ ਕੇਂਦਰੀ ਸਰਕਾਰ ਦੇ ਅਧੀਨ ਹੁੰਦੀਆਂ। ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਨੂੰ ਹੁਕਮ ਜਾਰੀ ਕਰ ਸਕਦੀ ਆ। ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਨੂੰ ਕੁਝ ਵੀ ਕਰਨ ਲਈ ਹੁਕਮ ਜਾਰੀ ਨਹੀਂ ਕਰ ਸਕਦੀ। ਸੂਬੇ ਦੀ ਸਰਕਾਰ ਕੇਂਦਰ ਦੇ ਸੰਰਖਣ ਵਿੱਚ ਹੁੰਦੀ ਹੈ। ਸੋ ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਨੂੰ ਕੁਝ ਵੀ ਕਰਨ ਲਈ ਹੁਕਮ ਜਾਰੀ ਨਹੀਂ ਕਰ ਸਕਦੀ। ਇਹ ਆਪਸ਼ਨ ਗਲਤ ਹੈਗਾ। ਸੋ ਜੋ ਪ੍ਰਸ਼ਨ ਦੇ ਅਕੋਰਡਿੰਗ ਆਪਣਾ ਸਹੀ ਆਨਸਰ ਬਣੂ ਉਹ ਬਣੂਗਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਬਿਲਕੁਲ ਕਰ ਸਕਦੀ ਹੈ ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਨੂੰ ਕਦੇ ਵੀ ਕੋਈ ਵੀ ਹੁਕਮ ਜਾਰੀ ਕਰ ਸਕਦੀ ਹੈਗੀ। ਨੈਕਸਟ, ਨਿਮਨਲਿਖਤ ਵਿੱਚੋਂ ਕਿਹੜੇ ਕੇਂਦਰੀ ਸੂਚੀ ਵਿੱਚ ਦਰਜ ਹੈ? ਚਾਹੇ ਪੁਲਿਸ, ਵਪਾਰ, ਖੇਤੀਬਾੜੀ ਜਾਂ ਡਿਫੈਂਸ। ਸੋ ਜੋ ਕੇਂਦਰ ਦੀ ਸੂਚੀ ਦੇ ਵਿੱਚ ਦਰਜ ਆ ਉਹ ਹੈਗਾ ਡਿਫੈਂਸ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਇਹ ਕੇਂਦਰ ਦੀ ਸੂਚੀ ਦੇ ਵਿੱਚ ਦਰਜ ਹੈਗਾ। 7ਵੀਂ ਜੋ ਕਿ ਸੰਵਿਧਾਨ ਦੇ ਵਿੱਚ 12 ਅਨੁਸੂਚੀਆਂ ਹਨ। 8 ਜਦੋਂ ਮੂਲ ਸੰਵਿਧਾਨ ਸੀਗਾ ਉਸ ਸਮੇਂ ਸਨ ਅਤੇ 4 ਬਾਅਦ ਦੇ ਵਿੱਚ ਐਡ ਹੋਈਆਂ ਸੀਗੀਆਂ ਸਮੇਂ ਦੇ ਅਨੁਸਾਰ। ਸੋ ਜੋ 12 ਅਨੁਸੂਚੀਆਂ ਦੇ ਵਿੱਚੋਂ 7ਵੀਂ ਅਨੁਸੂਚੀ ਆ ਉਹਦੇ ਵਿੱਚ ਜ਼ਿਕਰ ਆਉਂਦਾ ਗਾ ਅਲੱਗ-ਅਲੱਗ ਜੋ ਕਿ ਕੰਮ ਵੰਡੇ ਹੋਏ ਹੈਗੇ, ਜਿਵੇਂ ਕਿ ਕੇਂਦਰੀ ਸੂਚੀ, ਰਾਜ ਸੂਚੀ ਹੋ ਗਈ ਅਤੇ ਸਮਵਰਤੀ ਸੂਚੀ ਹੋ ਗਈ। ਕੇਂਦਰੀ ਸੂਚੀ ਦੇ ਵਿੱਚ ਕੇਂਦਰ ਦੇ ਕੰਮਾਂ ਲਈ ਵਿਸ਼ੇ ਵੰਡੇ ਹੋਏ ਆ। ਰਾਜ ਸੂਚੀ ਦੇ ਵਿੱਚ ਵੰਡੇ ਹੋਏ ਆ ਰਾਜ ਦੇ ਕੰਮਾਂ ਲਈ, ਅਤੇ ਸਮਵਰਤੀ ਦੇ ਵਿੱਚ ਦੋਨਾਂ ਦੇ ਕੰਬਾਈਨ। ਉਹਦੇ 'ਤੇ ਕੇਂਦਰ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ ਅਤੇ ਰਾਜ ਸਰਕਾਰ ਵੀ। ਹੁਣ ਪੁਲਿਸ ਕਿਹਦੇ ਅੰਡਰ ਆ ਗਈ? ਤੁਸੀਂ ਦੇਖੋ ਪੰਜਾਬ ਪੁਲਿਸ ਤੋਂ ਹੀ ਲਾ ਲਓ, ਕਿਹਦੇ ਅੰਡਰ ਆ ਇਹ? ਰਾਜ ਦੇ ਅੰਡਰ ਆ ਕਿ ਕੇਂਦਰ ਦੇ ਅੰਡਰ ਆ?
ਰਾਜ ਸੂਚੀ 'ਚ ਆਊ। ਤਾਂ ਜੇਕਰ ਹੁਣ ਕੱਲ੍ਹ ਨੂੰ ਪੁੱਛਿਆ ਜਾਂਦਾ ਪ੍ਰਸ਼ਨ ਪੇਪਰ ਦੇ ਵਿੱਚ ਪੁਲਿਸ ਰਾਜ ਸੂਚੀ 'ਚ ਆਉਂਦੀ ਜਾਂ ਕੇਂਦਰ ਸੂਚੀ 'ਚ, ਤਾਂ ਪੁਲਿਸ ਆਉਂਦੀ ਹੈਗੀ ਰਾਜ ਸੂਚੀ ਦੇ ਵਿੱਚ। ਵਪਾਰ ਕਿਹਦੇ 'ਚ ਆਊਗਾ? ਕੰਮ ਕਰਦੇ ਹੈਗੇ ਆਪਾਂ ਇੱਥੇ, ਆਪਾਂ ਟੈਕਸ ਤਾਂ ਕਿਹਦੇ ਅੰਡਰ ਆਉਣੇ ਹੈਗੇ? ਰਾਜ ਸੂਚੀ ਦੇ ਵਿੱਚ। ਖੇਤੀਬਾੜੀ ਕਿਹਦੇ ਅੰਡਰ ਆਉਂਦੀ ਹੈ? ਰਾਜ ਸੂਚੀ ਦੇ ਵਿੱਚ। ਸੋ ਡਿਫੈਂਸ ਰੱਖਿਆ ਹੀ ਕਿਹਦੇ ਅੰਡਰ ਆਊਗੀ? ਇਹ ਆਊਗੀ ਕੇਂਦਰ ਸੂਚੀ ਦੇ ਅੰਡਰ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਜਦੋਂ ਕੋਈ ਪਾਰਟੀ ਉਸ ਪਾਰਟੀ ਤੋਂ ਟੁੱਟ ਕੇ ਜਿਸ ਦੀ ਨੁਮਾਇੰਦਗੀ ਵਿੱਚ ਉਹ ਵੋਟਾਂ ਵਿੱਚ ਜਿੱਤ ਕੇ ਕਿਸੇ ਵਿਧਾਨ ਪਾਲਿਕਾ ਲਈ ਚੁਣਿਆ ਗਿਆ ਹੋਵੇ ਤਾਂ ਕਿਸੇ ਹੋਰ ਪਾਰਟੀ ਨਾਲ ਜੁੜ ਜਾਵੇ, ਇਹਨੂੰ ਕੀ ਕਹਿੰਦੇ ਹੈਗੇ? ਜਿਵੇਂ ਕੋਈ MLA ਆ ਐਕਸ ਪਾਰਟੀ ਤੋਂ ਜਿੱਤ ਕੇ ਗਿਆ ਗਾ, ਪਰ ਉਹ ਜਿੱਤ ਕੇ ਬਾਅਦ ਵਿੱਚ ਜਿੱਤ ਕੇ ਜਾ ਕੇ ਬਾਈ ਪਾਰਟੀ 'ਚ ਰਲ ਜੇ, ਤਾਂ ਇਹਨੂੰ ਕੀ ਕਹਿੰਦੇ ਹੈਗੇ? ਇਹਨੂੰ ਬੋਲਦੇ ਹੈਗੇ ਦਲ ਤਿਆਗ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇਹ ਦਲ ਤਿਆਗ ਕੀ ਹੈਗੀ? ਜਿਵੇਂ ਕਿ 12 ਅਨੁਸੂਚੀਆਂ ਹੈਗੀਆਂ, 12 ਅਨੁਸੂਚੀ ਦੇ ਵਿੱਚੋਂ 10ਵੀਂ ਅਨੁਸੂਚੀ ਹੈਗੀ, ਇਹਦੇ ਵਿੱਚੋਂ ਆ 10ਵੀਂ ਅਨੁਸੂਚੀ ਦਲ ਤਿਆਗ। ਸੋ ਇਹਦੇ ਵਿੱਚ ਕੀ ਹੈਗਾ, ਜੇਕਰ ਕੋਈ ਬੰਦਾ ਇੱਕ ਪਾਰਟੀ ਤੋਂ ਜਿੱਤ ਕੇ ਜਾਂਦਾ ਗਾ ਤਾਂ ਉੱਥੇ ਦੂਸਰੀ ਪਾਰਟੀ ਵਿੱਚ ਨਹੀਂ ਰਲ ਸਕਦਾ ਗਾ। ਉਹਨੂੰ ਪਹਿਲਾਂ ਆਪਣੀ ਪਾਰਟੀ ਤੋਂ ਰਿਜ਼ਾਈਨ ਦੇਣਾ ਪਊਗਾ, ਆਪਦੇ ਅਹੁਦੇ ਤੋਂ ਰਿਜ਼ਾਈਨ ਦੇਣਾ ਪਊਗਾ, ਫਿਰ ਉਹ ਦੂਸਰੀ ਪਾਰਟੀ ਦੇ ਵਿੱਚ ਜਾ ਸਕਦਾ ਗਾ। ਸੋ ਇਹਦੇ ਨਾਲ ਆਪਣਾ ਸਹੀ ਉੱਤਰ ਕੀ ਹੋ ਜੂ? ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕਹਿੰਦਾ ਹਾਲ ਹੀ ਵਿੱਚ ਕਿਹੜੀ ਪਾਰਟੀ ਦੀ ਰਾਸ਼ਟਰੀ ਮਾਨਤਾ ਰੱਦ ਕਰ ਦਿੱਤੀ ਗਈ ਹੈਗੀ? ਸੋ ਕਿਹੜੀ ਪਾਰਟੀ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ ਰਾਸ਼ਟਰੀ ਦੀ? ਉਹ ਹੈਗੀ ਆਲ ਇੰਡੀਆ ਤ੍ਰਿਣਮੂਲ ਕਾਂਗਰਸ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਹੁਣ ਇਹਦੇ ਵਿੱਚ ਕੀ ਹੈਗਾ, ਕਿਹੜੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਦਿੱਤਾ ਗਾ? ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਗਾ, ਕਿਉਂਕਿ ਇਹ ਜੋ ਪ੍ਰਸ਼ਨ ਆ ਗਈ, ਮੇਰੀ ਜੋ ਪੋਲੀਟੀਕਲ ਦੀ ਵੀਡੀਓ ਪਾਈ ਹੋਈ ਆ ਆਲਰੇਡੀ, ਉਹਦੇ ਉੱਪਰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਸਾਰੇ ਪ੍ਰਸ਼ਨ ਕਰਾਏ ਹੋਏ ਹੈਗੇ ਪੋਲੀਟੀਕਲ ਦੇ, ਜੋ ਕਿ ਪੋਲੀਟੀਕਲ ਦੇ ਹੈਗੇ। ਹੋਰ ਵੀ NCERT ਨਾਲ ਰਿਲੇਟਡ ਜਿੰਨੇ ਵੀ ਪ੍ਰਸ਼ਨ ਬਣਦੇ ਹੈਗੇ ਉਹ ਪੋਲੀਟੀਕਲ ਦੇ 50 ਪ੍ਰਸ਼ਨਾਂ ਦੀ ਉਹ ਇੱਕ ਕਲਾਸ ਆ ਗਈ। ਸੋ ਉਹ ਕਲਾਸ ਨੂੰ ਵੀ ਤੁਸੀਂ ਦੇਖ ਸਕਦੇ ਹੋ, ਬਹੁਤ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਉੱਥੇ ਮੇਰਾ ਸਮਝਾਇਆ ਹੋਇਆ ਗਾ। ਸੋ ਤੁਸੀਂ ਇੱਥੇ ਮੈਂ ਜ਼ਿਆਦਾ ਨਹੀਂ ਸਮਝਾਉਂਦਾ, ਉੱਥੇ ਤੁਸੀਂ ਡਿਟੇਲ ਨਾਲ ਹੋਰ ਵੀ ਸਮਝ ਸਕਦੇ ਹੈਗੇ। ਸੋ ਇਹਦਾ ਤੁਸੀਂ ਆਨਸਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਕਿਹੜੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਦਿੱਤਾ ਗਾ 2023 ਦੇ ਵਿੱਚ। ਨੈਕਸਟ, ਵਿਸ਼ਵੀਕਰਨ ਦੇ ਸੰਦਰਭ ਵਿੱਚ ਨਿਮਨਲਿਖਤ ਵਿੱਚੋਂ ਕਿਹੜਾ ਕਥਨ ਸਹੀ ਹੈਗਾ? ਸੋ ਕਿਹੜਾ ਕਥਨ ਸਹੀ ਹੈ ਇਹਦੇ ਵਿੱਚੋਂ? ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਵਿਸ਼ਵੀਕਰਨ ਵਿਸ਼ਵ ਪੱਧਰੀ ਅੰਤਰ ਸੰਪਰਕਾਂ ਦੇ ਬਾਰੇ ਵਿੱਚ ਆ, ਬਿਲਕੁਲ ਸਹੀ ਹੈਗਾ। ਕੀ ਹੈਗਾ, ਸੌਖੇ ਸ਼ਬਦਾਂ 'ਚ ਜੇ ਮੈਂ ਦੱਸਾਂ ਕਿ ਬਹੁਤ ਸਾਰੇ ਦੇਸ਼ ਤੇਜ਼ੀ ਨਾਲ ਆਪਸ ਦੇ ਵਿੱਚ ਜੁੜਨ ਦੀ ਪ੍ਰਕਿਰਿਆ ਦੇ ਵਿੱਚ ਲੱਗੇ ਹੋਏ ਹੈਗੇ। ਜਿਵੇਂ ਕਿ ਤੁਸੀਂ ਦੇਖੋ, ਜਿਵੇਂ ਕਿ ਬਹੁਤ ਸਾਰੀਆਂ ਕੰਪਨੀਆਂ ਆਪਸ ਦੇ ਵਿੱਚ ਜੁੜ ਰਹੀਆਂ ਹੈਗੀਆਂ ਟੈਕਨੋਲੋਜੀ ਦੇ ਆਧਾਰ 'ਤੇ। ਕੀ ਹੈ, ਇਹ ਚੀਜ਼ਾਂ ਸਾਰੀਆਂ ਆਪਸ ਦੇ ਵਿੱਚ ਦੇਸ਼ਾਂ ਦੇ ਨਾਲ ਜੁੜ ਰਹੀਆਂ ਹੈਗੀਆਂ ਅਤੇ ਇੱਕ ਦੂਜੇ ਨਾਲ ਵਸਤੂਆਂ ਦਾ ਆਯਾਤ ਨਿਰਯਾਤ ਕਰਕੇ, ਇਹ ਸਾਰੀਆਂ ਚੀਜ਼ਾਂ ਕੀ ਹੈਗਾ, ਵਿਸ਼ਵੀਕਰਨ ਦਾ ਰੂਪ ਹੈਗਾ। ਸੋ ਇਹਦੇ ਨਾਲ ਕੀ ਅੰਤਮ ਸੰਪਰਕਾਂ ਦੇ ਵਿੱਚ ਸਥਿਤ ਆ। ਤੁਸੀਂ ਦੇਖੋ ਮਤਲਬ ਕੀ ਆ, ਆਪਸ ਦੇ ਵਿੱਚ ਇੱਕ ਭਾਈਚਾਰਕ ਬਣਾਉਣਾ, ਮਤਲਬ ਕਿ ਤਕਨੋਲੋਜੀ ਦੇ ਅਕੋਰਡਿੰਗ ਇੱਕ ਦੂਜੇ ਦੇਸ਼ਾਂ ਦੇ ਨਾਲ ਵਸਤੂਆਂ ਦਾ ਆਯਾਤ ਨਿਰਯਾਤ ਕਰਕੇ ਸਾਰੀਆਂ ਚੀਜ਼ਾਂ ਆਪਸ ਨੂੰ ਦੇਸ਼ਾਂ ਦੇ ਵਿੱਚ ਜੋੜ ਰਹੀਆਂ, ਇਹਨੂੰ ਕੀ ਬੋਲਦੇ ਹੈਗੇ? ਵਿਸ਼ਵੀਕਰਨ। ਨੈਕਸਟ, ਸੋ ਇਹ ਵੀ ਇੱਕ ਮਿਲਾਨ ਚਿੰਨ੍ਹ ਕਰਨੇ ਆ ਫੰਡਾਮੈਂਟਲ ਰਾਈਟਸ ਦੇ ਉੱਪਰ ਹੈਗਾ ਇਹ ਪ੍ਰਸ਼ਨ ਹੈਗਾ। ਫੰਡਾਮੈਂਟਲ ਰਾਈਟਸ ਦੇ ਬਾਰੇ ਆਪਾਂ ਦੱਸਣਾ। ਆਰਟੀਕਲ 14 ਕਾਹਦੇ ਵਾਸਤੇ ਹੈਗੇ? ਆਰਟੀਕਲ ਹੁਣ 14 ਕੀ ਕਹਿੰਦਾ ਹੈਗਾ? ਆਰਟੀਕਲ 14 ਇਹੀ ਕਹਿੰਦਾ ਹੈਗਾ ਕਿ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹੈਗੇ। ਸੋ ਆਪਸ਼ਨ ਕੀ ਹੋ ਜੂ ਇਹਦਾ? ਚੌਥੇ ਨਾਲ ਮਿਲ ਜੂਗਾ। ਸੋ ਆਰਟੀਕਲ 17 ਇਹ ਛੂਆਛਾਤ ਦਾ ਖਾਤਮਾ ਦੱਸਦਾ ਗਾ। ਆਰਟੀਕਲ 21 ਇਹੀ ਕਹਿੰਦਾ ਕਿ ਜੀਵਨ ਦੀ ਆਪਦੀ ਨਿੱਜੀ ਸੁਰੱਖਿਆ ਬਣਾਈ ਬੰਦਾ ਰੱਖ ਸਕਦਾ ਗਾ। ਅਤੇ ਆਰਟੀਕਲ 29 ਘੱਟ ਗਿਣਤੀਆਂ, ਜੋ ਕਿ ਘੱਟ ਗਿਣਤੀ ਦੇ ਲੋਕ ਹੈਗੇ, ਉਹਨਾਂ ਦੇ ਹੱਕਾਂ ਦੀ ਸੁਰੱਖਿਆ ਦੇ ਬਾਰੇ ਗੱਲ ਕੀਤੀ ਹੋਈ ਹੈਗੀ। ਬਹੁਤ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਫੰਡਾਮੈਂਟਲ ਰਾਈਟਸ ਨੂੰ ਵੀ ਦੀ ਵੀਡੀਓ ਅਪਲੋਡ ਚੈਨਲ ਦੇ ਉੱਪਰ ਕੀਤੀ ਹੋਈ ਆ, ਉਹ ਵੀ ਤੁਸੀਂ ਦੇਖਦੇ ਹੋ, ਕਿਉਂਕਿ ਤੁਸੀਂ ਇਹ ਚੀਜ਼ਾਂ ਆਲਰੇਡੀ ਕੀਤੀਆਂ ਹੋਈਆਂ ਇਕੱਲਾ ਟੌਪਿਕ ਬਣਾ ਕੇ। ਹੁਣ ਫੰਡਾਮੈਂਟਲ ਰਾਈਟਸ ਆ, ਇੱਥੇ ਤੁਹਾਡੇ 2 ਨੰਬਰ ਐਟੋਮੈਟਿਕ ਹੀ ਨਿਕਲਦੇ। ਫੰਡਾਮੈਂਟਲ ਰਾਈਟਸ ਹੋ ਗਏ, ਸ਼ਡਿਊਲਸ ਹੋ ਗਏ, ਕੌਨਸਟੀਟਿਊਸ਼ਨ ਨਾਲ ਰਿਲੇਟਡ ਹੋ ਗਏ,
ਇਹ 2-3 ਅਜਿਹੇ ਟੌਪਿਕ ਹੈ ਜਿੱਥੋਂ 5 ਤੋਂ 6 ਨੰਬਰ ਬਣਦੇ ਹੈਗੇ। ਇਹ 5 ਤੋਂ 6 ਨੰਬਰ ਤੁਹਾਡੇ ਅਲੱਗ ਤੋਂ ਹੀ ਤੁਹਾਡੇ ਬਣਦੇ ਹੈਗੇ, ਕਿਉਂਕਿ ਇਹਨਾਂ ਦੇ ਵਿੱਚੋਂ ਪ੍ਰਸ਼ਨ ਹਰ ਸਾਲ ਬਣਨੇ ਹੀ ਬਣਨੇ ਹੈਗੇ। 5 ਤੋਂ 6 ਫੰਡਾਮੈਂਟਲ ਰਾਈਟਸ, ਅਨੁਸੂਚੀਆਂ ਅਤੇ ਕੌਨਸਟੀਟਿਊਸ਼ਨ, ਇਹ 6 ਦੇ ਵਿੱਚੋਂ ਪ੍ਰਸ਼ਨ ਜ਼ਰੂਰ ਬਣਨੇ ਹੀ ਬਣਨੇ ਹਨ। ਸੋ ਇਹਦੇ ਵਿੱਚ ਆਪਣਾ ਸਹੀ ਉੱਤਰ ਕੀ ਹੋ ਜਾਊਗਾ? ਆਪਸ਼ਨ ਏ। ਨੈਕਸਟ, ਪ੍ਰਧਾਨਤਾ ਬਾਰੇ ਨਿਮਨਲਿਖਤ ਵਿੱਚੋਂ ਕਿਹੜਾ ਕਥਨ ਗਲਤ ਹੈ? ਕਿਹੜਾ ਗਲਤ ਹੈ? ਉਹ ਹੈ ਆਪਸ਼ਨ ਡੀ। ਪ੍ਰਧਾਨਤਾ ਦੀ ਸਥਿਤੀ ਪੱਕੀ ਹੈ, ਇੱਕ ਵਾਰ ਦੀ ਪ੍ਰਧਾਨਤਾ ਹਮੇਸ਼ਾ ਦੀ ਪ੍ਰਧਾਨਤਾ। ਆਪਸ਼ਨ ਡੀ ਇਹਦੇ ਵਿੱਚੋਂ ਕੀ ਹੈ ਕਥਨ ਗਲਤ ਹੈ। ਮਤਲਬ ਕਿ ਕੀ ਹੈ, ਜਿਵੇਂ ਅਮਰੀਕਾ ਇੱਕ ਪਾਵਰਫੁੱਲ ਦੇਸ਼ ਹੈਗਾ, ਜਿਵੇਂ ਕਿ ਭਾਰਤ ਅਤੇ ਕੀ ਚੀਜ਼ ਹੈ, ਪਾਕਿਸਤਾਨ ਨੂੰ ਲੈ ਕੇ ਇੱਕ ਪਾਵਰਫੁੱਲ ਦੇਸ਼ ਹੈ, ਇਹਨਾਂ ਦੇਸ਼ ਦੇ ਵਿੱਚ ਨਾਲ ਆਉਂਦਾ ਗਾ। ਇਸ ਚੀਜ਼ ਕਰਕੇ ਹੀ ਇਹ ਚੀਜ਼ ਨੂੰ ਸਮਝਾਇਆ ਕਿ ਪ੍ਰਧਾਨਤਾ ਬਾਰੇ ਕਿਹੜਾ ਕਥਨ ਗਲਤ ਆ। ਤੁਸੀਂ ਪੜ੍ਹ ਕੇ ਦੇਖੋ, ਇਹ ਸ਼ਬਦ ਇੱਕ ਰਾਜੇ ਦੀ ਨੇਤਾਗਿਰੀ ਅਤੇ ਦਬਦਬੇ ਨੂੰ ਦਰਸਾਉਂਦਾ। ਇਹ ਪੁਰਾਤਨ ਗਰੀਸ ਵਿੱਚ ਏਥਨਜ਼ ਦੇ ਦਬਦਬੇ ਲਈ ਵਰਤਿਆ ਜਾਂਦਾ ਸੀ। ਪ੍ਰਧਾਨਤਾ ਦੀ ਸਥਿਤੀ ਵਾਲਾ ਮੁਲਕ ਬਿਨਾਂ ਰੋਕ ਟੋਕ ਦੇ ਫੌਜੀ ਸ਼ਕਤੀ ਰੱਖ ਸਕਦਾ, ਬਿਲਕੁਲ ਰੱਖ ਸਕਦਾ ਗਾ। ਜਦੋਂ ਆਪਦੀ ਨੇਤਾਗਿਰੀ ਅਤੇ ਦਬਦਬੇ ਨੂੰ ਦਰਸਾ ਸਕਦਾ ਅਤੇ ਕਿਸੇ ਰੋਕ ਟੋਕ ਤੋਂ ਬਿਨਾਂ ਆਰਮੀ ਨਹੀਂ ਰੱਖ ਸਕਦਾ ਗਾ। ਇਹ ਕੀ ਹੈਗਾ? ਪ੍ਰਧਾਨਤਾ ਦੀ ਸਥਿਤੀ ਪੱਕੀ ਹੈ, ਇੱਕ ਵਾਰ ਦੀ ਪ੍ਰਧਾਨਤਾ ਹਮੇਸ਼ਾ ਦੀ ਪ੍ਰਧਾਨਤਾ। ਇਹ ਬਿਲਕੁਲ ਗਲਤ ਹੈਗਾ। ਇੱਕ ਵਾਰ ਦੀ ਪ੍ਰਧਾਨਤਾ ਹਮੇਸ਼ਾ ਦੀ ਪ੍ਰਧਾਨਤਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਮੈਚਿੰਗ ਕਰਨੀ ਹੈਗੀ। ਹੌਸਲਾ ਵਿਧਾਊ ਯਤਨ, ਹਥਿਆਰਾਂ ਦੇ ਕੰਟਰੋਲ, ਗਠਬੰਧਨ, ਨਿਸ਼ਸਤਰੀਕਰਨ। ਇਹਦਾ ਜੋ ਸਹੀ ਉੱਤਰ ਹੈਗਾ ਉਹ ਹੈਗਾ ਆਪਸ਼ਨ ਏ। ਕਿਉਂ ਆਪਸ਼ਨ ਏ ਹੈਗਾ? ਇਹਦੇ ਸਿਰਫ 2 ਚੀਜ਼ਾਂ ਤੋਂ ਹੀ ਪਤਾ ਲੱਗ ਗਿਆ ਸੀਗਾ। ਤੁਸੀਂ ਦੇਖੋ, ਹੌਸਲਾ ਵਧਾਊ ਯਤਨ। ਹੌਸਲਾ ਵਧਾਊ ਯਤਨ ਦਾ ਮਤਲਬ ਕੀ ਹੁੰਦਾ ਗਾ? ਨਿਯਮਿਤ ਤੌਰ 'ਤੇ ਰਾਸ਼ਟਰਾਂ ਦੁਆਰਾ ਰੱਖਿਆ ਨਾਲ ਸੰਬੰਧਿਤ ਜਾਣਕਾਰੀ ਦਾ ਆਦਾਨ ਪ੍ਰਦਾਨ, ਇੱਥੋਂ ਨਿਕਲਿਆ ਆ। ਫਿਰ ਗਠਬੰਧਨ। ਤੁਸੀਂ ਗਠਬੰਧਨ ਤੋਂ ਦੇਖੋ ਕੀ ਬਣਦਾ ਗਾ ਵੀ ਕਿਸੇ ਫੌਜੀ ਹਮਲੇ ਨੂੰ ਟਾਲਣ ਜਾਂ ਰੋਕਣ ਲਈ ਰਾਸ਼ਟਰਾਂ ਦਾ ਗਠਬੰਧਨ। ਮਤਲਬ ਕਿ ਗਠਬੰਧਨ ਉਹੀ ਹੁੰਦਾ, ਇੱਕ 2 ਚੀਜ਼ਾਂ ਦਾ ਗਠਬੰਧਨ ਕਰਨਾ, ਮੀਟਿੰਗ ਕਰਨੀ ਕੁਛ ਕਹਿਣ ਲਈ। ਕੋਈ ਵੀ ਚੀਜ਼ ਨੂੰ ਆਪਾਂ ਜਦੋਂ ਕਿਸੇ ਨਾਲ ਮੀਟਿੰਗ ਜਾਂ ਸੰਧੀ ਕਰਦੇ ਹਾਂ, ਗਠਬੰਧਨ ਕਰਦੇ ਹਾਂ, ਉਹ ਆਪਾਂ ਕਿਸੇ ਚੀਜ਼ ਲਈ ਇਹੀ ਚੀਜ਼ ਨੂੰ ਕਹਿੰਦੇ ਵੀ ਆਪਾਂ ਲੜਾਈ ਝਗੜਾ ਨਹੀਂ ਕਰਨਾ, ਕੁਛ ਨਹੀਂ ਕਰਨਾ। ਇਹ 2 ਚੀਜ਼ਾਂ ਤੋਂ ਆਨਸਰ ਨਿਕਲਦਾ ਸੀਗਾ। ਇਹਦੇ ਨਾਲ ਕੀ ਹੋ ਜਾਊਗਾ? ਨਿਸ਼ਸਤਰੀਕਰਨ ਦਾ ਸੰਬੰਧ ਕਿਹਦੇ ਨਾਲ ਆ ਜਾਊਗਾ? ਫਿਰ ਆਪਸ਼ਨ ਏ ਨਾਲ, ਖਾਸ ਕਿਸਮ ਦੇ ਹਥਿਆਰਾਂ ਜਾਂ ਤਿਆਗ ਨਾਲ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਸਾਰਕ ਦੀ ਪਹਿਲੀ ਮੀਟਿੰਗ ਕਿੱਥੇ ਹੋਈ ਸੀਗੀ? ਦਿੱਲੀ, ਢਾਕਾ, ਇਸਲਾਮਾਬਾਦ ਜਾਂ ਕਾਠਮੰਡੂ। ਸਾਰਕ ਦੀ ਜੋ ਪਹਿਲੀ ਮੀਟਿੰਗ ਹੋਈ ਸੀਗੀ, ਇਹ ਹੋਈ ਸੀਗੀ ਢਾਕਾ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਢਾਕਾ ਬੰਗਲਾਦੇਸ਼ ਦੀ ਰਾਜਧਾਨੀ ਹੈਗੀ। ਸਾਰਕਾ ਜੋ ਇਹਦਾ ਸਥਾਪਨਾ ਹੋਈ ਸੀਗੀ 8 ਦਸੰਬਰ 1985 ਨੂੰ ਇਹਦੀ ਸਥਾਪਨਾ ਹੋਈ ਸੀਗੀ। 8 ਦਸੰਬਰ 1985 ਨੂੰ। ਹੈੱਡ ਆਫਿਸ ਇਹਦਾ ਕਿੱਥੇ ਹੈਗਾ? ਉਹ ਹੈਗਾ ਕਾਠਮੰਡੂ ਦੇ ਵਿੱਚ। ਕਈ ਵਾਰ ਇਹਦਾ ਪੁੱਛਿਆ ਜਾਂਦਾ ਕਿ ਹੈੱਡ ਆਫਿਸ ਕਿੱਥੇ, ਨੈਕਸਟ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਕਿ ਸਾਰਕ ਦਾ ਹੈੱਡ ਆਫਿਸ ਕਿੱਥੇ ਹੈਗਾ। ਹੈੱਡ ਆਫਿਸ ਇਹਦਾ ਹੈਗਾ ਗਾ ਕਾਠਮੰਡੂ ਦੇ ਵਿੱਚ। ਬਾਕੀ ਜੋ ਇਹ ਡਿਟੇਲ ਹੈਗੀ ਮੈਂ ਫੇਰ ਦੱਸ ਰਿਹਾ ਗਾ ਵੀਡੀਓ ਦੇ ਵਿੱਚ, ਜੋ ਕਿ ਪੋਲੀਟੀਕਲ ਦੀ ਪਾਈ ਹੋਈ ਹੈ ਡਿਟੇਲ ਦੇ ਵਿੱਚ। ਸਾਰਕ ਦੇ ਬਾਰੇ ਬਹੁਤ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਸਮਝਾਇਆ ਹੋਇਆ ਹੈਗਾ। ਜਿਸ ਗੁਨਾਹ ਲਈ ਪੁਲਿਸ ਕਿਸੇ ਵੀ ਵਿਅਕਤੀ ਨੂੰ ਬਿਨਾਂ ਅਦਾਲਤ ਦੀ ਆਗਿਆ ਦੇ ਗ੍ਰਿਫਤਾਰ ਕਰ ਸਕਦੀ ਹੈਗੀ, ਉਹਨੂੰ ਕੀ ਕਹਿੰਦੇ ਹੈਗੇ? ਇਹ ਚੀਜ਼ ਨੂੰ ਕੀ ਬੋਲਦੇ ਹੈਗੇ? ਸਮਝਣਯੋਗ ਜਾਂ ਕੋਗਨਿਜ਼ੇਬਲ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇਹ 'ਚ ਕੀ ਹੁੰਦਾ ਗਾ ਕਿ ਪੁਲਿਸ ਧਾਰਾ 41 ਦੇ ਤਹਿਤ ਕੀ ਹੁੰਦਾ ਗਾ, ਕਿਸੇ ਵੀ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕਰ ਸਕਦੀ ਹੈਗੀ ਪੁਲਿਸ। ਜਿਵੇਂ ਕਿ ਹੱਤਿਆ ਹੋ ਗਈ, ਬਲਾਤਕਾਰ ਹੋ ਗਿਆ, ਚੋਰੀ ਹੋ ਗਈ, ਹੋਰ ਮਾਮਲੇ ਹੋ ਗਏ, ਇਹਨਾਂ ਦੇ ਵਿੱਚ ਦੇ ਤਹਿਤ ਪੁਲਿਸ ਕੀ ਆ, ਬਿਨਾਂ ਵਾਰੰਟ ਜਾਰੀ ਕਰੇ ਸ਼ੱਕ ਦੇ ਆਧਾਰ 'ਤੇ। ਜ਼ਰੂਰੀ ਨਹੀਂ ਵੀ ਇਹੀ ਅਪਰਾਧੀ ਆ, ਸਿਰਫ ਸ਼ੱਕ ਦੇ ਆਧਾਰ 'ਤੇ ਪੁਲਿਸ ਕਿਸੇ ਨੂੰ ਵੀ ਗ੍ਰਿਫਤਾਰੀ ਜਾਂ ਪੁੱਛਗਿੱਛ ਕਰ ਸਕਦੀ ਹੈਗੀ। ਇਹਦੇ ਨਾਲ ਕੀ ਹੋ ਜੂ? ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, USA ਵਿੱਚ ਸਿਵਲ ਅਧਿਕਾਰਾਂ ਦੇ ਅੰਦੋਲਨ ਨੂੰ ਉਭਾਰਨ ਵਿੱਚ ਸ਼ਾਮਲ ਔਰਤ ਦੀ ਪਛਾਣ ਕਰੋ। ਕਿਹੜੀ ਹੈਗੀ? ਉਹ ਕਿਹੜੀ ਆ? ਰੋਸਾ ਪਾਰਕਸ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ।
ਨਿਮਨਲਿਖਤ ਵਿੱਚੋਂ ਭਾਰਤ ਵਿੱਚ ਰਾਜ ਵਿਧਾਨ ਪਾਲਿਕਾ ਦੇ ਕਿਹੜੇ ਦੋ ਸਦਨ ਹੈਗੇ? ਸੋ ਰਾਜ ਵਿਧਾਨ ਪਾਲਿਕਾ ਦੇ ਕਿਹੜੇ ਦੋ ਸਦਨ ਹੈਗੇ? ਲੋਕ ਵਿਧਾਨ ਪਾਲਿਕਾ ਜਾਂ ਰਾਜ ਵਿਧਾਨ ਪਾਲਿਕਾ, ਲੋਕ ਵਿਧਾਨ ਪਾਲਿਕਾ ਜਾਂ ਵਿਧਾਨ ਸਭਾ ਵਿਧਾਨ ਪਾਲਿਕਾ ਪ੍ਰੀਸ਼ਦ ਅਤੇ ਰਾਜ ਵਿਧਾਨ ਪਾਲਿਕਾ ਵਿਧਾਨ ਪ੍ਰੀਸ਼ਦ ਅਤੇ ਵਿਧਾਨ ਸਭਾ। ਸੋ ਜੋ ਇਹਦੇ ਵਿੱਚ ਸਹੀ ਉੱਤਰ ਹੈ ਉਹ ਹੈ ਵਿਧਾਨ ਪ੍ਰੀਸ਼ਦ ਅਤੇ ਵਿਧਾਨ ਸਭਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਮਤਲਬ ਕਿ ਕੀ ਹੈਗਾ, ਜੋ ਕਿ ਰਾਜ ਵਿਧਾਨ ਪਾਲਿਕਾ ਦੇ ਦੋਨੇ ਸਦਨ ਹੁੰਦੇ, ਵਿਧਾਨ ਪ੍ਰੀਸ਼ਦ ਵੀ ਹੋਊਗਾ ਅਤੇ ਵਿਧਾਨ ਸਭਾ ਵੀ ਹੋਊਗਾ। ਜਿਵੇਂ ਕਿ ਪੰਜਾਬ ਆ, ਪੰਜਾਬ ਦੇ ਵਿੱਚ ਕੀ ਹੈਗਾ, ਵਿਧਾਨ ਸਭਾ, ਵਿਧਾਨ ਪ੍ਰੀਸ਼ਦ ਜਿਸ ਤਰ੍ਹਾਂ ਰਾਜ ਸਭਾ ਉਸੇ ਤਰ੍ਹਾਂ ਵਿਧਾਨ ਪ੍ਰੀਸ਼ਦ ਹੁੰਦੀ ਆ। ਸੋ ਮੈਂ ਬਾਹਲਾ ਡਿਟੇਲ ਦੇ ਵਿੱਚ ਨਹੀਂ ਦੱਸਦਾ ਕਿਉਂਕਿ ਮੈਂ ਆਲਰੇਡੀ ਪਹਿਲਾਂ ਪੋਲੀਟੀਕਲ ਦੀ ਵੀਡੀਓ ਦੇ ਵਿੱਚ ਇਹ ਚੀਜ਼ ਬਹੁਤ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਸਮਝਾਈ ਹੋਈ ਹੈਗੀ, ਕਿਵੇਂ ਕਿਹੜੇ ਆਰਟੀਕਲ ਦੇ ਅੰਡਰ ਆਉਂਦਾ, ਕਿਹੜੇ ਕਿਹੜੇ ਰਾਜਾਂ ਦੇ ਵਿੱਚ ਸਥਿਤ ਹੈ, ਕਿੰਨੇ 6 ਰਾਜਾਂ ਦੇ ਵਿੱਚ ਸਥਿਤ ਹੈ। ਤੁਸੀਂ ਉਹ ਵੀਡੀਓ ਨੂੰ ਦੇਖੋ ਅਤੇ ਕਮੈਂਟ ਬਾਕਸ ਦੇ ਵਿੱਚ ਦੱਸੋ ਕਿਹੜੇ ਕਿਹੜੇ 6 ਰਾਜਾਂ ਦੇ ਵਿੱਚ ਵਿਧਾਨ ਪ੍ਰੀਸ਼ਦ ਹੁਣ ਕਰੰਟ ਦੇ ਵਿੱਚ ਭਾਰਤ ਦੇ ਵਿੱਚ ਹੈਗੀ। ਨੈਕਸਟ, ਨਿਮਨਲਿਖਤ ਵਿੱਚੋਂ ਸਹੀ ਮਿਲਾਨ ਨਹੀਂ ਕੀਤਾ ਗਿਆ ਗਾ। ਸੋ ਸੰਵਿਧਾਨਿਕ ਸੁਰੱਖਿਆ ਦਾ ਅਧਿਕਾਰ ਆਰਟੀਕਲ 32 ਬਿਲਕੁਲ ਇਹ ਸਹੀ ਹੈਗਾ। ਜੀਵਨ ਦੀ ਸੁਰੱਖਿਆ ਦਾ ਅਧਿਕਾਰ ਆਰਟੀਕਲ 15 ਇਹ ਕੀ ਹੈਗਾ, ਬਿਲਕੁਲ ਗਲਤ ਹੈ ਕਿਉਂਕਿ ਇਹ ਜੀਵਨ ਦੀ ਸੁਰੱਖਿਆ ਦਾ ਅਧਿਕਾਰ ਆਉਂਦਾ ਆਰਟੀਕਲ 21 ਦੇ ਵਿੱਚ। ਇਹ ਵੀ ਇੱਕ ਫੰਡਾਮੈਂਟਲ ਰਾਈਟਸ ਨਾਲ ਸੰਬੰਧਿਤ ਪ੍ਰਸ਼ਨ ਹੈਗਾ। ਤੁਸੀਂ ਦੇਖੋ 2 ਪ੍ਰਸ਼ਨ ਆ ਚੁੱਕੇ ਹੈਗੇ ਹਜੇ ਤੱਕ। ਸਭਾ ਸੰਗਠਨ ਦਾ ਅਧਿਕਾਰ ਆਰਟੀਕਲ 19 ਦੇ ਵਿੱਚ, ਕਿਸੇ ਵੀ ਜੁਰਮਾਂ ਲਈ ਦੰਡ ਦੇ ਸੰਦਰਭ ਵਿੱਚ ਸੁਰੱਖਿਆ ਦਾ ਅਧਿਕਾਰ ਆਰਟੀਕਲ 20 ਦੇ ਵਿੱਚ। ਇਹ ਬਿਲਕੁਲ ਸਹੀ ਆ ਸਾਰੇ। ਸੋ ਗਲਤ ਕਿਹੜਾ ਹੈਗਾ, ਆਰਟੀਕਲ 15 ਜੋ ਕਿ 20 ਦਿੱਤਾ ਹੋਇਆ ਹੈਗਾ। ਇਹ ਆਰਟੀਕਲ 21 ਦੇ ਅੰਡਰ ਆਉਂਦਾ, ਨਾ ਕਿ 15 ਦੇ ਅੰਡਰ ਆਉਂਦਾ ਹੈਗਾ। ਸੋ ਫੰਡਾਮੈਂਟਲ ਰਾਈਟਸ ਬਹੁਤ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਸਮਝਾਇਆ ਹੋਇਆ ਹੈਗਾ। ਉਹ ਕਾਨੂੰਨਾਂ ਨੂੰ ਕੀ ਕਹਿੰਦੇ ਹੈਗੇ ਜਿਹੜੇ ਜ਼ਾਲਮਾਨਾ ਤਰੀਕੇ ਨਾਲ ਲੋਕਾਂ ਨੂੰ ਕੰਟਰੋਲ ਕਰਦੇ ਹਨ ਅਤੇ ਉਹਨਾਂ ਨੂੰ ਬੋਲਣ ਅਤੇ ਇਕੱਠੇ ਹੋਣ ਦੇ ਅਧਿਕਾਰ ਸਮੇਤ ਆਪਣੇ ਮੌਲਿਕ ਅਧਿਕਾਰਾਂ ਨੂੰ ਵਰਤਣ ਤੋਂ ਵਰਜਿਤ ਕਰਦੇ ਹਨ। ਦੇਖੋ ਇੱਕ ਹੋਰ ਫੰਡਾਮੈਂਟਲ ਰਾਈਟਸ ਦੇ ਉੱਪਰ ਪ੍ਰਸ਼ਨ ਆ ਚੁੱਕਿਆ ਹੈਗਾ। ਸੋ ਉਹਨਾਂ ਨੂੰ ਕੀ ਬੋਲਦੇ, ਉਹਨਾਂ ਨੂੰ ਬੋਲਦੇ ਹੈਗੇ ਦਮਨਕਾਰੀ ਲਾਅ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਮਤਲਬ ਕਿ ਕੀ ਹੈ, ਇਹਦੇ ਵਿੱਚ ਇਹ ਗੱਲ ਦੱਸੀ ਹੋਈ ਹੈ, ਪ੍ਰਸ਼ਨ ਦੇ ਵਿੱਚ ਇਹ ਪੁੱਛਿਆ ਕਿ ਉਹ ਕਾਨੂੰਨਾਂ ਨੂੰ ਕੀ ਕਹਿੰਦੇ ਹੈਗੇ ਜੋ ਕਿ ਜ਼ਾਲਮਾਨਾ ਮੀਨਜ਼ ਜ਼ਾਲਮ ਤਰੀਕੇ ਨਾਲ ਲੋਕਾਂ ਨੂੰ ਕੰਟਰੋਲ ਕਰਦੇ ਹੈਗੇ ਅਤੇ ਉਹਨਾਂ ਨੂੰ ਬੋਲਣ ਅਤੇ ਇਕੱਠੇ ਹੋਣ ਦੇ ਸਮੇਤ ਉਹਨਾਂ ਨੂੰ ਮੌਲਿਕ ਅਧਿਕਾਰ ਵਰਤਣ ਤੋਂ ਵਰਜਿਤ ਕਰਦੇ ਆ। ਮਤਲਬ ਕਿ ਕੀ ਹੈਗੇ, ਆਪਾਂ ਨੂੰ ਆਰਟੀਕਲ 19 ਦੇ ਤਹਿਤ ਕਿਤੇ ਵੀ ਆਪਾਂ ਨੂੰ ਬੋਲਣ, ਇਕੱਠੇ ਹੋਣ ਲਈ ਅਧਿਕਾਰ ਮਿਲਿਆ ਹੋਇਆ ਹੈਗਾ। ਸੋ ਜਦੋਂ ਕੋਈ ਵੀ ਅਜਿਹਾ ਕਾਨੂੰਨ ਬਣਾ ਦੇਣਾ ਵੀ ਲੋਕ ਆਪਦੀ ਇੱਛਾ ਦੇ ਅਨੁਸਾਰ ਇਕੱਠੇ ਨਹੀਂ ਹੋ ਸਕਦੇ ਗੇ, ਆਪਣੀ ਇੱਛਾ ਦੇ ਵਿਰੋਧ ਦੇ ਵਿੱਚ ਜਾ ਕੇ ਕੋਈ ਕਾਨੂੰਨ ਬਣਾ ਤਾ ਜਾਂ ਪਾਸ ਕਰਤਾ ਹੋਵੇ, ਉਹਨੂੰ ਬੋਲਦੇ ਹੈਗੇ ਦਮਨਕਾਰੀ ਲਾਅ ਜਾਂ ਕਾਨੂੰਨ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ 135 ਨੰਬਰ ਕਹਿੰਦਾ 1950 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਕਿਹੜਾ ਅੰਦੋਲਨ ਅਫਰੀਕਨ ਅਮਰੀਕਨ ਦੇ ਬਰਾਬਰ ਅਧਿਕਾਰਾਂ ਲਈ ਚੱਲਿਆ? ਸੋ ਇਹ ਕਿਹੜਾ ਚੱਲਿਆ ਸੀ? ਇਹ ਚੱਲਿਆ ਸੀਗਾ ਸਿਵਲ ਅਧਿਕਾਰਾਂ ਦਾ ਅੰਦੋਲਨ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਵਿਦਿਆਰਥੀਆਂ ਵਿੱਚ ਸੰਵਿਧਾਨਿਕ ਸੰਸਥਾਵਾਂ ਦੀ ਜਾਣਕਾਰੀ ਨੂੰ ਉਤਸ਼ਾਹਿਤ ਕਰਨ ਲਈ ਕਿਹੜੀ ਵਿੱਦਿਆ ਪੱਧਤੀ ਢੁਕਵੀਂ ਹੈਗੀ? ਸੋ ਕਿਹੜੀ ਵਿੱਦਿਆ ਪੱਧਤੀ ਢੁਕਵੀਂ ਹੈਗੀ ਮੀਨਜ਼ ਜਵਾਕਾਂ ਨੂੰ, ਜੇਕਰ ਬੱਚਿਆਂ ਨੂੰ ਤੁਸੀਂ ਦੱਸਣਾ ਗਾ ਕਲਾਸ ਦੇ ਵਿੱਚ ਸੰਵਿਧਾਨਿਕ ਸੰਸਥਾਵਾਂ ਬਾਰੇ, ਤਾਂ ਕਿਹੜੀ ਚੀਜ਼ ਬਿਲਕੁਲ ਹੈਗੀ। ਸੋ ਇਹਦਾ ਆਨਸਰ ਕੀ ਹੋਊਗਾ, ਬਨੌਟੀ ਵਿਧਾਨ ਪਾਲਿਕਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਤੁਸੀਂ ਜਦੋਂ ਬੱਚੇ ਨੂੰ ਸੰਵਿਧਾਨਿਕ ਸੰਸਥਾਵਾਂ ਬਾਰੇ ਦੱਸੋਗੇ ਤਾਂ ਬਨੌਟੀ ਵਿਧਾਨ ਪਾਲਿਕਾ ਮੀਨ ਜੇ ਕਲਾਸ ਦੇ ਵਿੱਚ ਤੁਸੀਂ ਬੱਚਿਆਂ ਨੂੰ ਕਹੋਗੇ, ਇੱਕ ਬੱਚੇ ਨੂੰ ਕਹੋ ਤੁਸੀਂ MLA ਬਣ ਗਏ, ਤੁਸੀਂ ਸਾਰੇ ਵਿਧਾਨ ਸਭਾ ਹੋਗੇ, ਜਿਵੇਂ MLA ਚੁਣੇ ਹੋਏ ਹੋਗੇ, ਇੱਕ ਉਹਦੇ 'ਚੋਂ ਸਪੀਕਰ ਚੁਣ ਦਿਓ, ਉਹਦੇ ਨਾਲ ਕੀ ਹੈਗਾ ਬੱਚੇ ਹੋਰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਸਿੱਖਦੇ ਹੈਗੇ। ਤੁਸੀਂ ਆ ਪਹਿਲਾਂ ਉਹਨਾਂ ਦੀਆਂ ਵੋਟਾਂ ਪਵਾ ਕੇ ਦੇਖੋ, ਤੁਸੀਂ ਐਂ ਵੋਟਾਂ ਨਾਲ ਜਿੱਤ ਕੇ ਆਏ ਹੋ, ਨੈਕਸਟ ਕੀ ਹੈਗਾ ਉਹਨੂੰ ਇੱਕ ਬੱਚੇ ਨੂੰ ਸਪੀਕਰ ਸੁਣੋ, ਉਹਨਾਂ ਦੇ ਵਿੱਚੋਂ ਉਹਨਾਂ ਨੂੰ ਸਹੁੰ ਚੁਕਾਓ, ਕੌਣ ਸਹੁੰ ਚੁਕਾਉਂਦਾ ਹੈਗਾ, ਇੱਕ ਰਾਸ਼ਟਰਪਤੀ ਚੁਣੋ। ਇਹਦੇ ਨਾਲ ਕੀ ਹੈਗਾ, ਜਦੋਂ ਪ੍ਰੈਕਟੀਕਲੀ ਕੀ ਹੈਗਾ ਬੱਚੇ ਸਿੱਖਣਗੇ ਤਾਂ ਉਹਨਾਂ ਨੂੰ ਸੰਵਿਧਾਨਿਕ ਸੰਸਥਾਵਾਂ ਦੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਹੋਊਗੀ। ਸੋ ਇਹਦੇ ਨਾਲ ਆਪਣਾ ਸਹੀ ਉੱਤਰ ਕੀ ਹੋ ਜਾਊਗਾ, ਬਨੌਟੀ ਵਿਧਾਨ ਪਾਲਿਕਾ। ਨੈਕਸਟ ਕਹਿੰਦਾ ਨਿਮਨਲਿਖਤ ਵਿੱਚੋਂ ਕਿਹੜੀ ਕਿਸਮ ਬਲੂਮ ਦੇ ਸਿੱਖਿਆ ਦੇ ਉਦੇਸ਼ ਲਈ ਸੋਧੇ ਹੋਏ ਵਰਗੀਕਰਨ 2001 ਨਾਲ ਸੰਬੰਧਿਤ
ਨਹੀਂ ਹੈ। ਸੋ ਕਿਹੜੀ ਨਹੀਂ ਆ, ਇਹ ਹੈਗੀ ਸੰਸਲੇਸ਼ਨ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਕਿਹੜੀ ਗਿਆ, ਯਾਦ ਰੱਖਣਾ, ਪੜਚੋਲ ਕਰਨੀ ਅਤੇ ਸਿਰਜਣਾ ਮੀਨਜ਼ ਕ੍ਰੀਏਟਿੰਗ ਕਰਨੀ। ਇਹ ਸਾਰੀਆਂ ਚੀਜ਼ਾਂ 2001 ਦੇ ਅਨੁਸਾਰ ਬਲੂਮ ਦੇ ਨਾਲ ਸੰਬੰਧਿਤ ਹਨ। ਨੈਕਸਟ, ਸਿਲੇਬਸ ਅਤੇ ਪਾਠਕ੍ਰਮ ਦੇ ਸੰਦਰਭ ਵਿੱਚ ਨਿਮਨਲਿਖਤ ਵਿੱਚੋਂ ਕਿਹੜਾ ਕਥਨ ਗਲਤ ਹੈਗਾ। ਕਿਹੜਾ ਗਲਤ ਆ? ਸਿਲੇਬਸ ਸੁੰਗੜਿਆ ਹੋਇਆ, ਛੋਟਾ ਅਤੇ ਸਪਸ਼ਟ ਹੁੰਦਾ ਹੈ। ਪਾਠਕ੍ਰਮ ਕਿਸੇ ਵਿਸ਼ੇ ਦੇ ਅਧਿਐਨ ਨਾਲ ਸੰਬੰਧਿਤ ਵੱਖ-ਵੱਖ ਯੂਨਿਟਾਂ, ਸਹਿ ਯੂਨਿਟਾਂ ਅਤੇ ਵਿਸ਼ਿਆਂ ਨੂੰ ਦਰਸਾਉਂਦਾ ਗਾ। ਪਾਠਕ੍ਰਮ ਵਿਵਹਾਰ ਦੀਆਂ ਤਿੰਨੇ ਵੰਨਗੀਆਂ ਅਤੇ ਨਿਰਧਾਰਤ ਅਧਿਆਪਨ ਸਿੱਖਣ ਦੇ ਟੀਚਿਆਂ ਦੀ ਪ੍ਰਾਪਤੀ ਲਈ ਕੰਮ ਕਰਦਾ। ਪਾਠਕ੍ਰਮ ਕੇਵਲ ਜਮਾਤ ਵਿਚਲੇ ਅਧਿਆਪਨ ਅਤੇ ਵਿਸ਼ਿਆਂ ਨੂੰ ਸਿੱਖਣ ਅਤੇ ਸਿਲੇਬਸ ਵਿੱਚ ਦਿੱਤੀ ਗਈ ਸਮੱਗਰੀ ਤੱਕ ਹੀ ਸੀਮਿਤ ਨਹੀਂ ਹੁੰਦਾ। ਸੋ ਕਿਹੜਾ ਕਥਨ ਗਲਤ ਹੈਗਾ? ਉਹ ਹੈਗਾ ਆਪਸ਼ਨ ਬੀ। ਕੀ ਹੈਗਾ? ਪਾਠਕ੍ਰਮ ਕਿਸੇ ਵੀ ਵਿਸ਼ੇ ਅਧਿਐਨ ਨਾਲ ਸੰਬੰਧਿਤ ਵੱਖ-ਵੱਖ ਯੂਨਿਟਾਂ, ਸਹਿ ਯੂਨਿਟਾਂ, ਵਿਸ਼ਿਆਂ ਨੂੰ ਦਰਸਾਉਂਦਾ। ਇਹ ਬਿਲਕੁਲ ਗਲਤ ਹੈਗਾ। ਹੁਣ ਤੁਸੀਂ ਦੇਖੋ, ਸਿਲੇਬਸ ਸੁੰਗੜਿਆ ਹੋਇਆ, ਛੋਟਾ ਅਤੇ ਸਪਸ਼ਟ ਹੁੰਦਾ ਹੈ। ਬਿਲਕੁਲ ਸਿਲੇਬਸ ਬਹੁਤ ਆਪਣਾ ਸੀਮਿਤ ਪੱਧਰ ਤੱਕ ਹੁੰਦਾ ਗਾ, ਛੋਟਾ ਜਿਹਾ ਹੁੰਦਾ ਗਾ ਅਤੇ ਸਪਸ਼ਟ ਦਿੱਤਾ ਹੁੰਦਾ ਗਾ ਸਾਰੀ ਚੀਜ਼। ਪਾਠਕ੍ਰਮ ਦੀਆਂ ਤਿੰਨੇ ਵੰਨਗੀਆਂ ਨਿਰਧਾਰਿਤ ਕੀਤੀਆਂ ਹੁੰਦੀਆਂ। ਪਾਠਕ੍ਰਮ ਕੇਵਲ ਜਮਾਤ ਵਿੱਚ ਵਿਚਲੇ ਅਧਿਆਪਨ ਅਤੇ ਵਿਸ਼ੇ ਨੂੰ ਸਿੱਖਣ, ਮਤਲਬ ਕਿ ਜਿਹੜਾ ਪਾਠਕ੍ਰਮ ਹੁੰਦਾ ਗਾ, ਕਰੀਕੁਲਮ ਹੁੰਦਾ, ਕੇਵਲ ਕਲਾਸ ਅਤੇ ਸਬਜੈਕਟ ਤੱਕ ਸੀਮਿਤ ਨਹੀਂ ਹੁੰਦਾ ਗਾ, ਬਹੁਤ ਚੀਜ਼ਾਂ ਸਿਖਾਉਂਦਾ ਗਾ ਹੋਰ ਵੀ ਜ਼ਿੰਦਗੀ ਦੇ ਨਾਲ ਰਿਲੇਟਡ ਬੱਚਿਆਂ ਨੂੰ। ਸੋ ਗਲਤ ਉੱਤਰ ਕੀ ਹੈਗਾ? ਆਪਸ਼ਨ ਬੀ। ਨੈਕਸਟ, ਜਦੋਂ ਪੌਣ ਪਾਣੀ ਵਿਸ਼ੇ ਨੂੰ ਸਕੂਲਾਂ ਦੇ ਵਿੱਦਿਆ ਦੇ ਪਾਠਕ੍ਰਮ ਦੇ ਅਲੱਗ-ਅਲੱਗ ਗ੍ਰੇਡਾਂ ਵਿੱਚ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਮਾਨਸਿਕ ਪੱਧਰ ਅਨੁਸਾਰ ਔਖਿਆਈ ਵਿਭਿੰਨਤਾ ਅਨੁਸਾਰ ਰੱਖਿਆ ਜਾਂਦਾ ਹੈ, ਤਾਂ ਸਮਾਜਿਕ ਵਿਗਿਆਨ ਪਾਠਕ੍ਰਮ ਸੰਗਠੀਕਰਨ ਦੀ ਪਹੁੰਚ ਵਿਧੀ ਅਪਣਾਈ ਜਾਂਦੀ ਹੈ। ਸੋ ਉਹਨੂੰ ਕੀ ਕਿਹਾ ਜਾਂਦਾ ਗਾ? ਉਹਨੂੰ ਕਿਹਾ ਜਾਂਦਾ ਕੇਂਦਰਿਤ ਪਹੁੰਚ ਵਿਧੀ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਅਧਿਆਪਕ ਵਿਦਿਆਰਥੀਆਂ ਦੇ ਦਰਮਿਆਨ ਇਤਿਹਾਸਿਕ ਘਟਨਾਵਾਂ ਦੀ ਕਾਰਮਿਕ ਤਰਤੀਬ ਨੂੰ ਵਿਕਸਿਤ ਕਰਨਾ ਚਾਹੁੰਦਾ ਹੈ। ਨਿਮਨਲਿਖਤ ਵਿੱਚੋਂ ਕਿਹੜੀ ਅਧਿਆਪਨ ਯੁਕਤੀ ਅਧਿਆਪਕ ਲਈ ਸਭ ਤੋਂ ਜ਼ਿਆਦਾ ਢੁਕਵੀਂ ਹੈਗੀ? ਸੋ ਜਦੋਂ ਟੀਚਰ ਨੇ ਇਤਿਹਾਸਿਕ ਘਟਨਾਵਾਂ ਨਾਲ ਰਿਲੇਟਡ ਬੱਚਿਆਂ ਨੂੰ ਪੜ੍ਹਾਉਣਾ, ਤਾਂ ਦੈਟ ਮੀਨਜ਼ ਕਿਹੜੀ ਟੀਚਿੰਗ ਏਡ ਸਭ ਤੋਂ ਬੈਸਟ ਜਾਂ ਸੂਟੇਬਲ ਹੈਗੀ? ਸਮਾਂ ਗ੍ਰਾਫ ਆ, ਟਾਈਮ ਲਾਈਨ, ਸਮਾਂ ਸਾਰਣੀ ਜਾਂ ਵਿਜ਼ੂਅਲ ਮੈਪਸ। ਸੋ ਕਿਹੜੀ ਸਭ ਤੋਂ ਬੈਸਟ ਹੈਗੀ? ਇਹ ਹੈਗੀ ਟਾਈਮ ਲਾਈਨ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕਿਵੇਂ ਟਾਈਮ ਲਾਈਨ ਵਧੀਆ ਹੋ ਸਕਦੀ ਹੈਗੀ? ਜਿਵੇਂ ਕਿ ਤੁਸੀਂ ਬੱਚਿਆਂ ਨੂੰ ਟਾਈਮ ਦੇ ਅਕੋਰਡਿੰਗ ਪੜ੍ਹਾਓ। ਜਿਵੇਂ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਟਾਈਮ ਦੇ ਅਨੁਸਾਰ ਸੈੱਟ ਕਰੋ। 1857 ਦਾ ਵਿਦਰੋਹ ਹੋਇਆ ਸੀਗਾ। 1919 ਦੇ ਵਿੱਚ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਸੀਗਾ। 1921 ਦੇ ਵਿੱਚ ਨਾ ਮਿਲਵਰਤਨ ਅੰਦੋਲਨ ਪੂਰਾ ਪੀਕ 'ਤੇ ਸੀਗਾ। 1922 ਦੇ ਵਿੱਚ ਚੋਰਾ ਚੋਰੀ ਦੀ ਹੱਤਿਆ ਹੋਈ ਸੀਗੀ। 1929 ਦੇ ਵਿੱਚ ਆਹ ਚੀਜ਼ ਹੋਈ ਸੀ। 1930 ਦੇ ਵਿੱਚ ਆਹ ਹੋਈ ਸੀ। ਸਾਰੀ ਟਾਈਮ ਲਾਈਨ ਦੇ ਅਕੋਰਡਿੰਗ ਪੂਰੀ ਐਗਜੈਕਟ। ਸੋ ਉਸ ਨਾਲ ਬੱਚਾ ਜਦੋਂ ਹਿਸਟਰੀ ਨਾਲ ਰਿਲੇਟਡ ਇਹ ਚੀਜ਼ ਬੱਚੇ ਨੂੰ ਟਾਈਮ ਦੇ ਇੱਕ ਸਾਲਾਂ ਦੇ ਅਕੋਰਡਿੰਗ ਜਾਂ ਟਾਈਮ ਦੇ ਅਕੋਰਡਿੰਗ ਪੜ੍ਹਾਉਂਦੇ ਆ, ਤਾਂ ਉਹਦੇ ਨਾਲ ਬੱਚਾ ਹੋਰ ਛੇਤੀ ਸਿੱਖਦਾ ਗਾ। ਸੋ ਨੈਕਸਟ 141 ਨੰਬਰ ਕਹਿੰਦਾ, ਨਿਮਨਲਿਖਤ ਵਿੱਚੋਂ ਕਿਹੜੀ ਕਿਸਮ ਵਿੱਦਿਅਕ ਅਤੇ ਹਦਾਇਤੀ ਟੀਚਿਆਂ ਦੇ ਸਾਈਕੋਮੋਟਰ ਡੋਮੇਨ ਅੰਦਰੂਨੀ ਸੁਭਾਅ ਨਾਲ ਸੰਬੰਧਿਤ ਹੈ? ਸੋ ਸੰਬੰਧਿਤ ਹੈ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅਨੁਭਵਯੋਗ ਕਾਬਲੀਅਤਾਂ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ 142 ਨੰਬਰ। 142 ਨੰਬਰ ਕੀ ਹੈ? ਕਹਿੰਦਾ ਨਿਮਨਲਿਖਤ ਵਿੱਚੋਂ ਕਿਹੜਾ ਕਥਨ ਜਮਾਤ ਸਮਾਜਿਕ ਵਿਗਿਆਨ ਦੇ ਅਧਿਆਪਨ ਅਤੇ ਸਿੱਖਣ ਦੀ ਪ੍ਰਕਿਰਿਆ ਨਾਲ ਨੈਤਿਕ ਕਦਰਾਂ ਕੀਮਤਾਂ ਦੇ ਵਿਕਾਸ ਦੀ ਤਰਜਮਾਨੀ ਕਰਦਾ ਗਾ? ਸੋ ਕਿਹੜਾ ਕਰਦਾ ਗਾ? ਕਹਿੰਦਾ ਵਿਦਿਆਰਥੀਆਂ ਦੀ ਵਿਦਵਤਾ ਕਾਬਲੀਅਤ ਦਾ ਵਿਕਾਸ, ਉਹਨਾਂ ਨੂੰ ਸੁਚਾਰੂ ਸੋਚਣ, ਤਰਕ ਕਰਨ ਦੀ ਸ਼ਕਤੀਆਂ ਨਾਲ ਤਿਆਰ ਕਰਨਾ ਅਤੇ ਉਹ ਸਹੀ ਗਲਤ ਦਾ ਅਤੇ ਚੰਗੇ ਬੁਰੇ ਦਾ ਸਹੀ ਮਾਪ ਕਰਕੇ ਕੰਮ ਪ੍ਰਤੀ ਸਹੀ ਫੈਸਲੇ ਲੈ ਸਕਣ। ਬਿਲਕੁਲ ਸਹੀ ਹੈਗਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿਵੇਂ ਸਹੀ ਹੋਣਗੇ। ਵਿਦਿਆਰਥੀਆਂ ਦਾ ਦੇਸ਼ ਦੇ ਯੋਗ, ਕਾਬਲ ਅਤੇ ਪ੍ਰਣਾਗਤ ਦਾ ਵਿਕਾਸ ਕਰਨਾ, ਨਵੀਂ ਪੀੜ੍ਹੀ ਨੂੰ ਪੁਰਖਿਆਂ ਦੁਆਰਾ ਸਥਾਪਿਤ ਕੀਤੀਆਂ ਰਵਾਇਤਾਂ, ਕਦਰਾਂ ਕੀਮਤਾਂ ਨਾਲ ਜਾਣੂ ਕਰਾਉਣਾ, ਵਿਦਿਆਰਥੀਆਂ ਨੂੰ ਸਮਾਜਿਕ ਵਾਤਾਵਰਨ ਨਾਲ ਸੰਬੰਧਿਤ ਤਾਣੇ ਬਾਣੇ ਸੰਗਠਨ ਪ੍ਰਕਿਰਿਆਵਾਂ ਨੂੰ ਜਾਣੂ ਕਰਾਉਣਾ। ਇਹਦੇ ਪ੍ਰਸ਼ਨ ਨੂੰ ਸਮਝੋ। ਇਹਦੇ ਵਿੱਚ ਕੀ ਕਿਹਾ ਗਿਆ? ਕਹਿੰਦਾ
ਨੈਤਿਕ ਕਦਰਾਂ ਕੀਮਤਾਂ ਦੇ ਵਿਕਾਸ ਦੀ ਤਰਜਮਾਨੀ ਕਰਦਾ। ਮੀਨ ਜਦੋਂ ਨੈਤਿਕ ਕਦਰਾਂ ਕੀਮਤਾਂ ਦੇ ਬਾਰੇ ਜਦੋਂ ਕਲਾਸਰੂਮ ਦੇ ਵਿੱਚ ਦੱਸਾਂਗੇ ਤਾਂ ਕੀ ਚੀਜ਼ ਉਹਦੇ ਨਾਲ ਫ਼ਰਕ ਪੈਣਾ ਹੈਗਾ। ਸੋ ਇਹਦੇ ਨਾਲ ਕੀ ਹੋਊਗਾ, ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਜਿਹੜੀ SST ਦੀ CDP ਪੈਂਦੀ ਹੈ ਬਿਲਕੁਲ ਫ੍ਰੀ ਦੇ ਨੰਬਰ ਹੁੰਦੇ। ਜਦੋਂ ਤੁਸੀਂ ਸਾਰੀਆਂ ਆਪਸ਼ਨਾਂ ਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਦੇਖੋਗੇ, ਖੁਦ 'ਤੇ ਲਾ ਕੇ ਦੇਖਿਓ, ਤੁਸੀਂ ਖੁਦ ਇੱਕ ਬੱਚੇ ਹੋ, ਜਦੋਂ ਤੁਸੀਂ ਖੁਦ ਇਹ ਚੀਜ਼ ਨੂੰ ਖੁਦ 'ਤੇ ਲਾ ਕੇ ਦੇਖੋਗੇ ਤੁਹਾਨੂੰ ਇਹ ਇੱਕ ਨੰਬਰ ਫ੍ਰੀ ਦਾ ਲੱਗੂਗਾ। ਕਿਉਂਕਿ ਜਿਹੜੇ ਇਹ 10 ਨੰਬਰਾਂ ਜਾਂ 12 ਨੰਬਰਾਂ ਦੀ SST CDP ਆਉਂਦੀ ਹੈਗੀ, ਤਰਕ ਦੇ ਆਧਾਰ 'ਤੇ ਆਉਂਦੀ ਹੈ ਸਾਰੀ। ਬਿਲਕੁਲ ਤਰਕ ਕਰੋ ਅਤੇ ਤਰਕ ਦੇ ਆਧਾਰ 'ਤੇ ਉੱਤਰ ਦਿਓ, ਕਿਉਂਕਿ ਇਹ ਫ੍ਰੀ ਦੇ ਨੰਬਰ ਆ ਗਏ। ਨੈਕਸਟ, ਜਦੋਂ ਕੋਈ ਅਧਿਆਪਕ ਵਸਤਾਂ ਅਤੇ ਘਟਨਾਵਾਂ ਦਾ ਬਹੁਤ ਹੀ ਦਿਲਚਸਪ ਤਰਤੀਬ ਅਤੇ ਸਾਰਣੀਕਰਨ ਕਰਕੇ ਸ਼ਾਬਦਿਕ ਸੰਗ੍ਰਹਿ ਕਰਦਾ ਹੈ ਤਾਂ ਕਿਹੜੀ ਅਧਿਆਪਨ ਰਣਨੀਤੀ ਉਪਯੋਗ ਕੀਤੀ ਜਾਂਦੀ ਹੈਗੀ? ਤਾਂ ਇਹ ਕੀਤੀ ਜਾਂਦੀ ਹੈ ਬਿਰਤਾਂਤ ਰਣਨੀਤੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਤੁਸੀਂ ਦੇਖੋ, ਬਿਰਤਾਂਤ ਦਾ ਮਤਲਬ ਕੀ ਹੁੰਦਾ ਹੈਗਾ, ਕਲਾਸ ਦੇ ਵਿੱਚ ਚੰਗੀ ਤਰ੍ਹਾਂ ਕੋਈ ਵੀ ਚੀਜ਼ ਬਾਰੇ, ਘਟਨਾਵਾਂ ਬਾਰੇ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਦੱਸਣਾ। ਜਿਵੇਂ ਕਿ ਸਟੋਰੀ ਸੁਣਾ ਕੇ ਬੱਚੇ ਨੂੰ ਕਿਸੇ ਘਟਨਾ ਨਾਲ ਰਿਲੇਟਡ ਸਟੋਰੀ ਸੁਣਾਓ ਤਾਂ ਬੱਚੇ ਕੀ ਉਹਨੂੰ ਇੱਕ ਦਿਮਾਗ ਦੇ ਵਿੱਚ ਤਸਵੀਰ ਬਣ ਜਾਂਦੀ ਹੈਗੀ ਵੀ ਹਾਂ, ਤੁਸੀਂ ਬੱਚਿਆਂ ਨੂੰ ਜਲ੍ਹਿਆਂਵਾਲੇ ਬਾਗ ਨਾਲ ਰਿਲੇਟਡ ਇੱਕ ਘਟਨਾਵਾਂ ਨਾਲ ਰਿਲੇਟਡ ਸਟੋਰੀ ਸੁਣਾਓ ਤਾਂ ਬੱਚੇ ਉਹ ਖੁਦ ਨੂੰ ਇੱਕ ਤਰ੍ਹਾਂ ਦਾ ਫੀਲ ਕਰਨਗੇ, ਹਾਂ ਅਸੀਂ ਉੱਥੇ ਮੌਜੂਦ ਸੀ ਖੁਦ। ਇਸ ਤਰ੍ਹਾਂ ਨਾਲ ਰਿਲੇਟਡ ਉਹਨਾਂ ਨੂੰ ਬਿਰਤਾਂਤ ਦੇ ਵਿੱਚ ਦੱਸੋ। ਇਹਨੂੰ ਕਹਿੰਦੇ ਆ ਬਿਰਤਾਂਤ ਰਣਨੀਤੀ, ਨਰੇਸ਼ਨ ਸਟ੍ਰੈਟਜੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਨੈਕਸਟ, ਸਮਾਜਿਕ ਵਿਗਿਆਨ ਦੇ ਅਧਿਆਪਨ ਨਾਲੋਂ ਕਿਹੜਾ ਮੁੱਲ ਬਣਾਇਆ ਜਾਂਦਾ ਜਿਹੜਾ ਕਿਸੇ ਸਮਾਜ ਵਿੱਚ ਕਿਸੇ ਖਾਸ ਸਮੇਂ ਦੇ ਵਿਭਿੰਨ ਕਿੱਤਿਆਂ ਨਾਲ ਕਾਰੋਬਾਰਾਂ ਲਈ ਅਤੇ ਰਾਸਤੇ ਦਾ ਦਾਖਲਾ ਪ੍ਰਦਾਨ ਕਰਦਾ ਗਾ? ਸੋ ਕਿਹੜਾ ਗਾ, ਅਨੁਸ਼ਾਸਨੀ ਮੁੱਲ, ਵਿਹਾਰਿਕ ਮੁੱਲ, ਕਿੱਤਾ ਮੁਖੀ ਮੁੱਲ ਜਾਂ ਰਾਜਨੀਤਿਕ ਮੁੱਲ? ਸੋ ਇਹ ਕੀ ਹੈ, ਜੋ ਕਿੱਤਿਆਂ ਅਤੇ ਕਾਰੋਬਾਰੀਆਂ ਨਾਲ ਰਿਲੇਟਡ ਚੀਜ਼ ਦਾਖਲਾ ਪ੍ਰਦਾਨ ਕਰੋ, ਕਹਿੰਦਾ ਕਿੱਤਾ ਮੁਖੀ ਮੁੱਲ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਇਹਦੇ ਵਿੱਚ ਤੁਸੀਂ ਆਪ ਵੀ ਦੇਖੋ, ਅਨੁਸ਼ਾਸਨੀ ਮੁੱਲ, ਵਿਹਾਰਿਕ ਮੁੱਲ ਜਾਂ ਰਾਜਨੀਤਿਕ ਮੁੱਲ ਕਿਵੇਂ ਬਣੂਗਾ? ਜਦੋਂ ਕਿੱਤਿਆਂ ਨਾਲ ਅਤੇ ਕਾਰੋਬਾਰਾਂ ਨਾਲ ਰਿਲੇਟਡ ਚੀਜ਼ ਗਈ ਹੈ ਤਾਂ ਕੀ ਹੋਊਗਾ, ਕਿੱਤਾ ਮੁਖੀ ਮੁੱਲ ਹੀ ਬਣੂਗਾ। ਨੈਕਸਟ, ਇਤਿਹਾਸ ਦਾ ਅਧਿਆਪਕ ਕਿਸੇ ਖਾਸ ਰਾਜਵੰਸ਼ ਨਾਲ ਸੰਬੰਧਿਤ ਵਿਭਿੰਨ ਬਾਦਸ਼ਾਹਾਂ ਅਧੀਨ ਵਿਭਿੰਨ ਖੇਤਰਾਂ ਵਿੱਚ ਹੋਏ ਵਿਕਾਸ ਤੁਲਨਾਤਮਕ ਖਾੜਾ ਤਿਆਰ ਕਰਨਾ ਚਾਹੁੰਦਾ ਗਾ ਤਾਂ ਜਮਾਤ ਵਿੱਚ ਵਰਤੇ ਜਾਣ ਵਾਲੇ ਸੰਦਰਭ ਵਿੱਚ ਕਿਹੜੀ ਅਧਿਆਪਨ ਪੱਧਤੀ ਸਭ ਤੋਂ ਢੁਕਵੀਂ ਹੈਗੀ? ਮੀਨਜ਼ ਜਦੋਂ ਟੀਚਰ ਨੇ ਕਿਸੇ, ਸਪੋਜ਼ ਕਰੋ ਕਿਹੜਾ ਰਾਜਵੰਸ਼, ਮੁਗਲ ਰਾਜਵੰਸ਼ ਲਾ ਲਓ, ਉਹਦੇ ਨਾਲ ਰਿਲੇਟਡ ਬਾਦਸ਼ਾਹਾਂ ਬਾਰੇ ਦੱਸਣਾ ਗਾ। ਸੋ ਕਿਹੜੀ ਚੀਜ਼ ਉਹਦੇ ਨਾਲ ਸਭ ਤੋਂ ਵਧੀਆ ਚੀਜ਼ ਹੋਊਗੀ ਵੀ ਉਹਨਾਂ ਦੇ ਆਹ ਚੀਜ਼ ਆਹ ਕੀਤੀ ਹੈਗੀ, ਆਹ ਕੰਮ ਕੀਤਾ ਉਹਨਾਂ ਨੇ। ਸੋ ਕਿਹੜੀ ਚੀਜ਼ ਹੋਊਗੀ, ਉਹ ਕਿਹੜੀ ਹੋਊਗੀ, ਟਾਈਮ ਚਾਰਟ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ, ਮੀਨਜ਼ ਸਮਾਂ ਸਾਰਣੀ। ਨੈਕਸਟ, ਗਲੇਸਰ ਦੁਆਰਾ ਦਿੱਤੀ ਗਈ ਤਰਤੀਬ ਦੇ ਅਨੁਸਾਰ ਜਮਾਤ ਵਿੱਚ ਅੰਤਰ ਕਿਰਿਆਵਾਂ ਦੀਆਂ ਗਤੀਵਿਧੀਆਂ ਦੀ ਤਰਤੀਬ ਕਰੋ। ਸੋ ਗਲੇਸਰ ਦੇ ਦੁਆਰਾ, ਸੋ ਇਹਦਾ ਸਹੀ ਉੱਤਰ ਕੀ ਹੋਊਗਾ? ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕਿਉਂ ਇਹਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਕੀ ਹੈਗਾ? ਪਹਿਲਾਂ ਕੀ ਆਊਗਾ, ਦੂਜਾ, ਕੋਈ ਵੀ ਹਦਾਇਤ ਟੀਚਿਆਂ ਨੂੰ ਤਿਆਰ ਕਰਨਾ। ਜਦੋਂ ਆਪਾਂ ਚੀਜ਼ ਨੂੰ ਤਿਆਰ ਕਰਾਂਗੇ ਫਿਰ ਹੀ ਅੱਗੇ ਚੀਜ਼ ਹੋਊਗੀ ਨਾ। ਫਿਰ ਤੀਜਾ ਆਊਗਾ, ਉਹ ਦਾਖਲੇ ਵੇਲੇ ਵਿਵਹਾਰ ਦਾ ਨਿਰੀਖਣ ਕਰਨਾ, ਇੱਕ ਵਿਵਹਾਰ ਦਾ ਨਿਰੀਖਣ ਕਰਨਾ ਗਾ। ਫਿਰ ਆਊਗਾ ਪਹਿਲਾ ਹਿਦਾਇਤ ਕਿਰਿਆਵਾਂ, ਫਿਰ ਕਾਰਜਕਾਰੀ ਦਾ ਨਿਰੀਖਣ। ਜਦੋਂ ਤੁਸੀਂ ਕੋਈ ਵੀ ਬੱਚੇ ਨੂੰ ਦਿੱਤੀ ਐਂਡ 'ਤੇ ਪਰਫੋਰਮੈਂਸ ਦਾ ਰਿਜ਼ਲਟ ਦਾ ਤੁਸੀਂ ਐਂਡ 'ਤੇ ਇੱਥੋਂ ਹੀ ਤੁਸੀਂ ਇੱਕ ਤਰ੍ਹਾਂ ਆਨਸਰ ਤੁਸੀਂ ਇੱਥੋਂ ਹੀ ਕੱਢ ਸਕਦੇ ਸੀਗੇ ਲਾਸਟ ਵਾਲੇ ਤੋਂ, ਜੇਕਰ ਤੁਸੀਂ ਕੱਢਣਾ ਹੋਵੇ ਕੀ ਇੱਥੋਂ ਕੀ ਬਣੂਗਾ। ਜਦੋਂ ਕੋਈ ਵੀ ਬੱਚੇ ਨੂੰ ਤੁਸੀਂ ਕੰਮ ਦੇਤਾ ਉਹਦੀ ਪਰਫੋਰਮੈਂਸ ਦੀ ਕਾਰਗੁਜ਼ਾਰੀ ਬਿਲਕੁਲ ਨਿਰੀਖਣ ਤਾਂ ਐਂਡ 'ਤੇ ਹੀ ਕਰੋਗੇ ਨਾ। ਸਭ ਤੋਂ ਪਹਿਲਾਂ ਕੀ ਕਰੋਗੇ, ਤੁਸੀਂ ਟੀਚੇ ਨੂੰ ਤਿਆਰ ਕਰੋਗੇ। ਦੂਜਾ ਆ ਗਿਆ ਐਂਡ 'ਤੇ ਕੀ ਕਰੋਗੇ, ਉਹ ਚੀਜ਼ ਦਾ ਨਿਰੀਖਣ ਕਰੋਗੇ ਜਦੋਂ ਕੋਈ ਵੀ ਤੁਸੀਂ ਬੱਚੇ ਨੂੰ ਪਰਫੋਰਮੈਂਸ ਦੇਤੀ। ਸੋ ਇਹਦੇ ਨਾਲ ਕੀ ਹੈਗਾ, ਆਨਸਰ ਨੂੰ ਨੈਗਲੈਕਟ ਕਰਕੇ ਵੀ ਤੁਸੀਂ ਆਨਸਰ 'ਤੇ ਪਹੁੰਚ ਸਕਦੇ ਹੈਗੇ। ਉਸਨੇ ਇਹੀ ਪਹਿਲਾਂ ਵੀ ਕਿਹਾ ਹੈਗਾ ਕਿ ਜਿਹੜੀ ਕਿ SST ਦੀ CDP ਹੈ ਬਿਲਕੁਲ ਤਰਕ ਦੇ ਆਧਾਰ 'ਤੇ ਹੁੰਦੀ ਹੈਗੀ, ਬਿਲਕੁਲ ਫ੍ਰੀ ਦੇ ਨੰਬਰ ਹੁੰਦੇ ਹੈਗੇ। ਨੈਕਸਟ, ਉਹ ਹਦਾਇਤ ਜਿਹੜੀ ਵਿਭਿੰਨ ਪ੍ਰਕਾਰ ਦੇ ਸਿਖਿਆਰਥੀਆਂ ਅਤੇ ਸਿੱਖਿਆ ਢੰਗਾਂ ਨੂੰ ਨਾਲ ਲੈ ਕੇ ਚੱਲਦੀ ਹੈਗੀ, ਉਹਨਾਂ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦੀ ਹੈ, ਕੀ ਕਿਹਾ ਜਾਂਦਾ ਗਾ? ਸੋ ਇਹਨੂੰ ਕਿਹਾ ਜਾਂਦਾ ਗਾ ਵਿਭਿੰਨਤਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸਮਾਜਿਕ ਵਿਗਿਆਨ ਦੇ ਅਧਿਆਪਨ ਵਿੱਚ ਸਿੱਖਣ ਦੀ ਪ੍ਰਕਿਰਿਆ ਅਤੇ ਨਿਮਨਲਿਖਤ ਵਿੱਚ ਕਿਹੜੇ ਢੰਗ ਪਹਾੜੀ ਇਲਾਕਿਆਂ ਅਤੇ ਭੂਗੋਲਿਕ ਇਮਾਰਤਾਂ ਦੇ ਸੈਰ ਸਪਾਟੇ ਦੀ ਇਜਾਜ਼ਤ
ਦਿੰਦੇ ਹੈਗੇ। ਸੋ ਕਿਹੜੀ ਦਿੰਦੇ ਹੈਗੇ, ਇਹ ਦਿੰਦੇ ਹੈਗੇ ਪ੍ਰਯੋਗਵਾਦੀ ਸਿੱਖਣ ਪ੍ਰਕਿਰਿਆ। ਮੇਨ 'ਚ ਕੀ ਹੈਗਾ, ਜਦੋਂ ਬੱਚੇ ਨੂੰ ਪਹਾੜੀ ਇਲਾਕਿਆਂ ਜਾਂ ਭੂਗੋਲਿਕ ਸੈਰ ਸਪਾਟੇ ਬਾਰੇ ਆਪਾਂ ਸਮਝਾਉਂਦੇ ਹਾਂ, ਯਾਦ ਦਿੰਦੇ ਹਾਂ, ਤਾਂ ਇੱਕ ਪ੍ਰਯੋਗਵਾਦੀ ਸਿੱਖਿਆ ਹੁੰਦੀ ਹੈਗੀ। ਮੇਨ 'ਚ ਕੀ ਹੁੰਦਾ ਗਾ, ਤੁਸੀਂ ਬੱਚਿਆਂ ਨੂੰ ਜਦੋਂ ਸੈਰ ਸਪਾਟੇ 'ਤੇ ਲੈ ਕੇ ਜਾਓ, ਭੂਗੋਲਿਕ ਕਿਸੇ ਸਥਾਨ 'ਤੇ ਕਿਸੇ 'ਤੇ ਲੈ ਕੇ, ਉੱਥੇ ਕੀ ਹੈਗਾ, ਬੱਚੇ ਇੱਕ ਖੁਦ ਜਾ ਕੇ ਪ੍ਰਯੋਗ ਨਾਲ ਇੱਕ ਪ੍ਰੈਕਟੀਕਲੀ ਦੇਖਣਗੇ। ਸੋ ਐਕਸਪੀਰੀਅੰਸ ਕਰਨਗੇ। ਸੋ ਇਹ ਚੀਜ਼ਾਂ ਕੀ ਹੁੰਦੀਆਂ ਗਾ, ਸਾਰੀਆਂ ਬੱਚੇ 'ਤੇ ਦਿਮਾਗ 'ਤੇ ਇਫੈਕਟ ਕਰਦੀਆਂ ਗਾ। ਸੋ ਇਹ ਚੀਜ਼ਾਂ ਕੀ, ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇੱਥੋਂ ਤੁਸੀਂ ਨੈਗਲੈਕਟ ਕਰਕੇ ਬਿਲਕੁਲ ਫ੍ਰੀ ਦੇ ਨੰਬਰ ਲੈ ਸਕਦੇ ਹੋਗੇ। ਨੈਕਸਟ ਕਹਿੰਦਾ ਟੋਲੀ ਅਧਿਆਪਨ ਦੀ ਬੁਨਿਆਦੀ ਦਾ ਮੁੱਖ ਪੂਰਵ ਕਲਪਨਾ ਹੈ। ਕੀ ਹੈਗਾ, ਕਹਿੰਦਾ ਅਧਿਆਪਕ ਇਕੱਲੇ ਕੰਮ ਕਰਦੇ ਹੋਏ ਕਿਵੇਂ ਮਹਿਸੂਸ ਕਰਦੇ ਆ, ਅਧਿਆਪਕ ਕਾਬਲ ਨਹੀਂ ਹੁੰਦੇ, ਬਹੁਤ ਚੰਗੇ ਅਧਿਆਪਕ ਵਧੇਰੇ ਵਿਦਿਆਰਥੀਆਂ ਦੁਆਰਾ ਸਾਂਝੇ ਕੀਤੇ ਜਾ ਸਕਦੇ ਹਨ, ਇੱਕ ਇਕੱਲਾ ਅਧਿਆਪਕ ਜਮਾਤ ਨੂੰ ਕੰਟਰੋਲ ਨਹੀਂ ਕਰ ਸਕਦਾ ਗਾ। ਦੇਖੋ, ਇੱਕ ਇਕੱਲਾ ਅਧਿਆਪਕ ਜਮਾਤ ਨੂੰ ਕੰਟਰੋਲ ਨਹੀਂ ਕਰ ਸਕਦਾ, ਇਹ ਕੀ ਗੱਲ, ਇੱਕ ਇਕੱਲਾ ਅਧਿਆਪਕ ਹੀ ਜਮਾਤ ਨੂੰ ਕੰਟਰੋਲ ਕਰਦਾ ਗਾ। ਹੋਰ ਕਿੰਨੇ ਟੀਚਰ ਦੱਸੋ, ਕਿੰਨੇ ਅਧਿਆਪਕ ਜਮਾਤ ਨੂੰ ਕੰਟਰੋਲ ਕਰਦੇ ਹੈਗੇ। ਸੋ ਅਧਿਆਪਕ ਕਾਬਲ ਨਹੀਂ ਹੁੰਦੇ। ਜੇ ਅਧਿਆਪਕ ਕਾਬਲ ਨਾ ਹੋਣ ਤਾਂ ਬੱਚੇ ਪੜ੍ਹਨਗੇ ਕਿਵੇਂ, DC SSB ਦੇ ਰੈਂਕ 'ਤੇ ਕਿਵੇਂ ਪਹੁੰਚਣਗੇ। ਅਧਿਆਪਕ ਇਕੱਲੇ ਕੰਮ ਕਰਦੇ ਹੋਏ ਅਕੇਵਾਂ ਮਹਿਸੂਸ ਕਰਦੇ ਆ, ਅਧਿਆਪਕ ਕਦੇ ਵੀ ਅਕੇਵਾਂ ਮਹਿਸੂਸ ਨਹੀਂ ਕਰਦਾ। ਸੋ ਤਿੰਨੇ ਆਨਸਰ ਕੀ ਹੋ ਗਏ, ਗਲਤ। ਸੋ ਸਹੀ ਉੱਤਰ ਕੀ ਹੋ ਜੂ ਆਪਣਾ, ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਬਹੁਤ ਚੰਗੇ ਅਧਿਆਪਕ ਵਧੇਰੇ ਦੇ ਵਿਦਿਆਰਥੀਆਂ ਦੁਆਰਾ ਸਾਂਝੇ ਕੀਤੇ ਜਾ ਸਕਦੇ ਹੈਗੇ। ਸੋ ਲਾਸਟ, ਜਮਾਤ ਵਿੱਚ ਵਿਸ਼ਾ ਵਸਤੂ ਨੂੰ ਤਸਵੀਰਾਂ, ਡਾਇਗਰਾਮਾਂ, ਗਰਾਫਾਂ, ਸਕੈਚਾਂ ਅਤੇ ਭਾਸ਼ਾ ਨਾਲ ਦਰਸਾਉਣ ਲਈ ਆਮ ਤੌਰ 'ਤੇ ਕਿਹੜਾ ਚਾਰਟ ਵਰਤਿਆ ਜਾਂਦਾ ਗਾ। ਸੋ ਕਿਹੜਾ ਵਰਤਿਆ ਜਾਂਦਾ, ਮੁੱਦਾ ਚਾਰਟ, ਤਸਵੀਰਯੁਕਤ ਚਾਰਟ, ਸਾਰਣੀ ਚਾਰਟ ਜਾਂ ਰੁੱਖ ਚਾਰਟ। ਸੋ ਇਹ ਵਰਤਿਆ ਜਾਂਦਾ ਗਾ ਤਸਵੀਰਯੁਕਤ ਚਾਰਟ। ਆਪਸ਼ਨ B ਇਜ਼ ਦਾ ਰਾਈਟ ਆਨਸਰ। ਸੋ ਇਹ ਸੀ ਆਪਣੇ 150 ਪ੍ਰਸ਼ਨ ਜੋ ਕਿ SST ਨਾਲ ਰਿਲੇਟਡ ਸੀਗੇ, ਜੋ ਕਿ 2023 ਦੇ ਵਿੱਚ ਪੇਪਰ ਹੋਇਆ ਸੀਗਾ। 30 ਅਪ੍ਰੈਲ ਨੂੰ ਪੇਪਰ ਹੋਇਆ ਸੀ ਇਹ। ਤੁਹਾਨੂੰ ਜੇਕਰ ਜਾਣਕਾਰੀ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਦੇ ਨਾਲ ਇਹ ਜਾਣਕਾਰੀ ਲੱਗੀ ਹੈਗੀ। ਤਾਂ ਤੁਹਾਡੇ ਹੌਸਲੇ ਦੇ ਨਾਲ ਹੋਰ ਵੀਡੀਓ ਤਿਆਰ ਕਰਨ ਦਾ ਇੱਕ ਹੌਸਲਾ ਮਿਲਦਾ ਜੇਕਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਪਿਆਰ ਦਿੰਦੇ ਹੋ। ਅਤੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਿਓ। ਉੱਥੇ ਤੁਹਾਨੂੰ ਹਰ ਪ੍ਰਕਾਰ ਦਾ ਜੋ ਕਿ ਵੀਡੀਓ ਨਾਲ ਰਿਲੇਟਡ ਹੋਰ ਮਟੀਰੀਅਲ ਜਾਣਕਾਰੀ ਉੱਥੇ ਤੁਹਾਨੂੰ PDF ਪ੍ਰੋਵਾਈਡ ਹੁੰਦੇ ਹੈਗੇ। ਸੋ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਅਤੇ ਨੈਕਸਟ ਟੋਪਿਕ ਦੇ ਨਾਲ। ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।